अनुराधा बेनीवाल ਦੀ ਪੁਸਤਕ ਆਜ਼ਾਦੀ ਮੇਰਾ ਬ੍ਰਾਂਡ ਸੰਪਾਦਕ ਕੁਮਾਰ ਸੁਸ਼ੀਲ ਦਾ 8ਵਾਂ ਭਾਗ ਹੈ। ਬ੍ਰਾਤਿਸਲਾਵਾ, ਤੂੰ ਮੇਰੇ ਨਾਲ ਸੌਂ ਸਕਦੀ ਹੈ। ਪ੍ਰਾਹਾ ਤੋਂ ਬ੍ਰਾਤਿਸਲਾਵਾ ਜਾਣ ਦਾ ਕੋਈ ਸਾਧਨ ਨਹੀਂ ਮਿਲਿਆ। ਸੋਮਵਾਰ ਦਾ ਦਿਨ ਸੀ, ਸ਼ਾਇਦ ਇਸ ਲਈ। ਆਖਿਰ ਮੈਂ ਟ੍ਰੇਨ ਦੀ ਟਿਕਟ ਕਟਾਈ। ਰਹਿਣ ਦਾ ਟਿਕਾਣਾ ਆਖਰੀ ਮਿੰਟ 'ਚ ਤੈਅ ਹੋਇਆ। ਲਗਭਗ ਮੈਂ 30 ਲੋਕਾਂ ਨੂੰ ਬੇਨਤੀ ਭੇਜੀ ਸੀ। ਜੋ ਜਵਾਬ ਆਏ ਉਹਨਾਂ 'ਚੋਂ ਜ਼ਿਆਦਾਤਰ ਲੋਕ ਜਾਂ ਤਾਂ ਖੁਦ ਘੁੰਮਣ ਨਿਕਲੇ ਹੋਏ ਸੀ ਜਾਂ ਪਹਿਲਾਂ ਖੁਦ ਹੀ ਹੋਰ ਲੋਕਾਂ ਦੀ ਮੇਜ਼ਬਾਨੀ ਕਰ ਰਹੇ ਸਨ। ਇੱਕ ਮੇਜ਼ਬਾਨ ਨੇ ਦੱਸਿਆ ਕਿ ਉਹਦੇ ਘਰ ਹੋਰ ਲੋਕ ਸ਼ਾਇਦ ਆਉਣ ਵਾਲੇ ਹਨ, ਪਰ ਉਹਨਾਂ ਨੇ ਅਜੇ ਪੱਕਾ ਨਹੀਂ ਦੱਸਿਆ, ਇਸ ਲਈ ਮੈਂ ਆ ਸਕਦੀ ਹਾਂ। ਹੁਣ ਤੱਕ ਲੋਕਾਂ ਦੇ ਘਰਾਂ 'ਚ ਰਹਿਣ ਦਾ ਇਹੋ ਜਿਹਾ ਚਸਕਾ ਲੱਗ ਗਿਆ ਸੀ ਕਿ ਹੋਸਟਲ ਜਾਂ ਹੋਟਲ 'ਚ ਰਹਿਣ ਦੇ ਨਾਮ ਤੋਂ ਹੀ ਦੁਖੀ ਹੋ ਜਾਂਦੀ। ਜਿਸ ਸ਼ਹਿਰ 'ਚ ਮੇਜ਼ਬਾਨ ਨਾ ਮਿਲੇ, ਜਾਣਾ ਹੀ ਨਹੀਂ ਉੱਥੇ। ਮਨ ਅਜਿਹਾ ਹੋ ਗਿਆ ਸੀ। ਅਜਨਬੀ ਸ਼ਹਿਰ 'ਚ ਘਰ ਦਾ ਮਿਲਣਾ, ਚਾਹ ਬਣਾਉਣਾ, ਸਥਾਨਿਕ ਜਾਣਕਾਰੀ ਮਿਲਣਾ, ਸ਼ਹਿਰ ਦੇ ਬਾਰੇ 'ਚ ਗੱਲ ਕਰ ਪਾਉਣਾ, ਇਹ ਕੋਈ ਆਸਾਨੀ ਨਾਲ ਛੁੱਟਣ ਵਾਲੀ ਆਦਤ ਨਹੀਂ ਸੀ। ਹੁਣ ਨਵੇਂ ਸ਼ਹਿਰ ਦੇ ਨਾਲ ਨਵੇਂ ਘਰ ਦਾ ਓਨਾ ਹੀ ਆਕਰਸ਼ਣ ਸੀ। ਦੁਪਹਿਰ 3:30 ਵਜੇ ਦੀ ਟ੍ਰੇਨ ਪ੍ਰਾਹਾ ਤੋਂ ਬ੍ਰਾਤਿਸਲਾਵਾ ਰਾਤ 8 ਵਜੇ ਪਹੁੰਚਦੀ ਸੀ। ਮੇਰੀ ਟਿਕਟ 'ਤੇ ਸੀਟ ਨੰਬਰ ਨਹੀਂ ਲਿਖਿਆ ਸੀ। ਸਟੇਸ਼ਨ 'ਤੇ ਪਹੁੰਚ ਕੇ ਪਤਾ ਲੱਗਾ ਕਿ ਸੀਟ ਨੰਬਰ ਮਿਲਣ ਦੇ ਲਈ ਟਿਕਟ ਬੁੱਕ ਕਰਦੇ ਸਮੇਂ ਥੋੜ੍ਹੇ ਜ਼ਿਆਦਾ ਪੈਸੇ ਦੇ ਕੇ ਸੀਟ ਨੰਬਰ ਲੈਣਾ ਹੁੰਦਾ ਹੈ। ਹੁਣ ਤਾਂ ਟਿਕਟ ਲੈ ਲਈ ਸੀ ਤਾਂ ਮੈਨੂੰ ਥੋੜ੍ਹੀ ਘਬਰਾਹਟ ਸੀ ਕਿ ਪਤਾ ਨਹੀਂ ਸੀਟ ਮਿਲੂਗੀ ਕਿ ਨਹੀਂ। ਕੋਈ ਕੁਲੀ ਵੀ ਨਹੀਂ ਸੀ ਜਿਹਨੂੰ ਪੈਸੇ ਦੇ ਕੇ ਸੀਟ ਰੁਕਵਾਈ ਜਾ ਸਕੇ। ਇੱਕ ਗੱਲ ਹੈ, ਯੂਰਪ 'ਚ ਕਿਤੇ ਵੀ ਰੇਲਵੇ ਸਟੇਸ਼ਨ ਉੱਤੇ ਕੁਲੀ ਨਹੀਂ ਸਨ। ਲੋਕਾਂ ਕੋਲ ਜ਼ਿਆਦਾ ਸਮਾਨ ਵੀ ਨਹੀਂ ਦਿਸਦਾ ਸੀ। ਉਂਝ ਵੀ ਮਨੁੱਖ ਨੂੰ ਆਤਮ ਨਿਰਭਰ ਬਣਾਉਣ ਵਾਲੀਆਂ ਸਹੂਲਤਾਂ ਬਹੁਤ ਹਨ ਇੱਥੇ। ਹਰ ਜਗ੍ਹਾ ਲਿਫਟ ਤੇ ਬਿਜਲੀ ਨਾਲ ਚੱਲਣ ਵਾਲੀਆਂ ਪੌੜੀਆਂ ਹਨ। ਅੰਗਹੀਣਾਂ ਦੇ ਲਈ ਵੀ ਸਾਰੇ ਇੰਤਜ਼ਾਮ ਹਨ। ਇਹਨਾਂ ਸੁਵਿਧਾਵਾਂ ਦੇ ਜ਼ਰੀਏ ਇੱਕ ਵੀਲ ਚੇਅਰ ਉੱਤੇ ਬੈਠਾ ਮਨੁੱਖ ਵੀ ਓਨਾ ਹੀ ਆਤਮ ਨਿਰਭਰ ਮਹਿਸੂਸ ਕਰਦਾ ਹੈ ਜਿੰਨਾ ਕਿ ਦੋ ਪੈਰਾਂ ਤੇ ਖੜਾ ਇਨਸਾਨ। ਇੱਕ ਇਨਸਾਨ ਨੂੰ ਦੂਜੇ ਇਨਸਾਨ ਦੀ ਇੰਨੀ ਜ਼ਰੂਰਤ ਨਹੀਂ ਹੈ, ਖਾਸ ਕਰਕੇ ਜਦੋਂ ਮਨੁੱਖੀ ਕੰਮ ਦੀ ਗੱਲ ਆਉਂਦੀ ਹੈ। ਪਤਾ ਨਹੀਂ ਠੀਕ ਹੈ ਜਾਂ ਗਲਤ, ਪਰ ਜਿਵੇਂ ਹੈ ਠੀਕ ਹੈ। ਹਲਕੀ ਫੁਲਕੀ ਭੀੜ ਸੀ ਸਟੇਸ਼ਨ ਤੇ। ਮੈਂ ਲਾਈਨ 'ਚ ਸਭ ਤੋਂ ਅੱਗੇ ਖੜੀ ਹੋ ਗਈ। ਟ੍ਰੇਨ ਆਉਂਦੀ ਸੀਟ ਰੋਕਣ ਲਈ ਤਿਆਰ। ਖੈਰ ਟ੍ਰੇਨ ਆਈ ਤੇ ਇੱਕਦਮ ਖਾਲੀ ਆਈ। ਮੈਂ ਆਰਾਮ ਨਾਲ ਖਿੜਕੀ ਵਾਲੀ ਸੀਟ ਮੱਲ ਲਈ। ਮੇਰੇ ਸਾਹਮਣੇ ਵਾਲੀ ਸੀਟ ਤੇ ਇੱਕ ਕੁੜੀ ਤੇ ਮੁੰਡਾ ਬੈਠੇ ਸਨ, ਸ਼ਾਇਦ ਬॉयਫ੍ਰੈਂਡ ਗਰਲਫ੍ਰੈਂਡ ਸਨ। ਮੇਰੇ ਨਾਲ ਵਾਲੀ ਸੀਟ ਉੱਤੇ ਉਹਨਾਂ ਦਾ ਇੱਕ ਮਿੱਤਰ ਬੈਠਾ ਸੀ। ਦੂਜੇ ਪਾਸੇ ਅੱਧਖੜ ਉਮਰ ਦੀਆਂ 4 ਔਰਤਾਂ ਦਾ ਇੱਕ ਝੁੰਡ ਬੈਠਾ ਸੀ। ਪਤਾ ਨਹੀਂ ਕਿਉਂ ਸਾਰੇ ਦੇ ਸਾਰੇ ਕੁਝ ਇਸ ਤਰ੍ਹਾਂ ਦੇ ਸਨ ਕਿ ਮੈਨੂੰ ਕੁਝ ਨਾ ਕੁਝ ਸੋਚਣ ਤੇ ਡਾਇਰੀ 'ਚ ਪੈਨ ਚਲਾਉਣ ਲਈ ਮਜਬੂਰ ਕਰ ਰਹੇ ਸਨ। ਸਾਹਮਣੇ ਬੈਠਾ ਮੁੰਡਾ ਕਾਫੀ ਸ਼ਾਂਤ ਸੀ ਤੇ ਕੁੜੀ ਬਾਰ-ਬਾਰ ਉਹਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ। ਕੁੜੀ ਨੂੰ ਸ਼ਾਇਦ ਮੈਂ ਪਸੰਦ ਨਹੀਂ ਆ ਰਹੀ ਸੀ, ਸ਼ਾਇਦ ਨਵਾਂ-ਨਵਾਂ ਰਿਸ਼ਤਾ ਸੀ। ਮੈਂ ਉਸ ਵੱਲ ਮੁਸਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦਾ ਰੁੱਖਾਪਣ ਵੇਖ ਕੇ ਮੇਰੀ ਮੁਸਕਰਾਹਟ ਆਉਣ ਤੋਂ ਪਹਿਲਾਂ ਹੀ ਚਲੀ ਗਈ। ਕੁੜੀ ਮੁੰਡੇ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਰਹੀ ਸੀ। ਉਹਦਾ ਖਾਣਾ ਦੇਖ ਕੇ ਮੈਨੂੰ ਵੀ ਭੁੱਖ ਲੱਗ ਗਈ, ਪਰ ਉਹਦੇ ਕੋਲ ਇੰਨਾ ਸਾਰਾ ਖਾਣਾ ਹੁੰਦੇ ਹੋਏ ਵੀ ਮੈਨੂੰ ਸੱਦਾ ਨਹੀਂ ਮਿਲਿਆ। ਮੈਨੂੰ ਆਪਣੀ ਭਾਰਤੀ ਟ੍ਰੇਨਾਂ ਦੀ ਪੁਰਾਣੀ ਮਹਿਮਾਨ ਨਵਾਜ਼ੀ ਯਾਦ ਆਈ। ਉਹਦਾ ਖਾਣਾ ਦੇਖ ਕੇ ਮੇਰੀ ਭੁੱਖ ਇੱਕਦਮ ਅਸਹਿਣਯੋਗ ਹੋ ਗਈ ਤਾਂ ਮੈਂ ਟ੍ਰੇਨ ਦਾ ਚੱਕਰ ਲਾ ਕੇ ਪੈਂਟਰੀ ਕਾਰ ਲੱਭਣ ਬਾਰੇ ਸੋਚਿਆ। ਜ਼ਰੂਰ ਕਿਤੇ ਕੈਂਟੀਨ ਹੋਏਗੀ, ਕਿਉਂਕਿ 1-2 ਲੋਕਾਂ ਨੂੰ ਮੈਂ ਗਰਮ ਕੌਫੀ ਲਿਆਉਂਦੇ ਵੇਖਿਆ ਸੀ। ਮੈਂ ਟ੍ਰੇਨ 'ਚ ਚੱਲਣਾ ਸ਼ੁਰੂ ਕੀਤਾ। ਉਹ ਵਿਆਨਾ ਤੋਂ ਹੁੰਦੇ ਹੋਏ ਜਾ ਰਹੀ ਸੀ। ਹੁਣ ਤੱਕ ਬਹੁਤ ਭੀੜ ਹੋ ਗਈ ਸੀ। ਬਹੁਤ ਸਾਰੇ ਲੋਕ ਟ੍ਰੇਨ ਦੇ ਫਰਸ਼ ਤੇ ਬੈਠੇ ਸਨ। ਹਰ ਡੱਬੇ 'ਚ ਇੱਕ ਸਾਈਕਲ ਸਟੈਂਡ ਸੀ, ਜਿੱਥੇ 8-10 ਸਾਈਕਲਾਂ ਆਪਣੇ ਇੱਕ ਪਹੀਏ ਉੱਤੇ ਸਿੱਧੀਆਂ ਖੜੀਆਂ ਸਨ। ਅੱਗੇ 2 ਡੱਬੇ ਫਸਟ ਕਲਾਸ ਦੇ ਸਨ ਸ਼ਾਇਦ। ਉੱਥੇ 4-4 ਸੀਟਾਂ ਦੇ ਕੈਬਿਨ ਬਣੇ ਸਨ। ਕੈਬਿਨ ਦੇ ਬਾਹਰ ਭੀੜੀ ਜਿਹੀ ਗਲੀ ਸੀ ਜਿੱਥੇ ਲੋਕ ਫਰਸ਼ ਤੇ ਬੈਠੇ ਹੋਏ ਸਨ। ਮੈਂ ਸਾਰਿਆਂ ਨੂੰ ਐਕਸਕਿਊਜ਼ ਮੀ ਕਹਿੰਦੀ ਅੱਗੇ ਵੱਧ ਰਹੀ ਸੀ। ਕੈਂਟੀਨ 'ਚ ਜ਼ਿਆਦਾ ਸਮਾਨ ਨਹੀਂ ਸੀ। ਯਾਦ ਨਹੀਂ ਕਿੰਨਾ ਮਹਿੰਗਾ ਸਸਤਾ ਸੀ, ਪਰ ਮੈਂ ਸਿਰਫ ਪਾਣੀ ਦੀ ਵੀ ਇੱਕ ਬੋਤਲ ਲਈ ਤਾਂ ਜ਼ਰੂਰ ਮੈਨੂੰ ਮਹਿੰਗਾ ਹੀ ਲੱਗਿਆ ਹੋਏਗਾ। ਮੈਂ ਸੋਚਦੀ ਹਾਂ ਪਤਾ ਨਹੀਂ ਇੱਥੇ ਦੀਆਂ ਰੇਲਾਂ 'ਚ ਸਮਾਨ ਬਾਹਰ ਨਾਲੋਂ ਮਹਿੰਗਾ ਕਿਉਂ ਹੁੰਦਾ ਹੈ। ਮੈਂ ਭਾਰਤੀ ਰੇਲਾਂ ਨੂੰ ਯਾਦ ਕਰਨ ਲੱਗਦੀ ਹਾਂ, ਜੋ ਆਪਣੇ ਸਟੇਸ਼ਨਾਂ ਉੱਤੇ ਚਾਹ, ਸਮੋਸਾ, ਪੂੜੀ ਤੇ ਪੇੜੇ ਸਭ ਦਾ ਸਵਾਦ ਚਖਾਉਂਦੀ ਜਾਂਦੀ ਹੈ। ਹਾਲਾਂਕਿ ਸੁਣਿਆ ਹੁਣ ਉੱਥੇ ਵੀ ਇਹ ਸਾਰੀਆਂ ਚੀਜ਼ਾਂ ਗਾਇਬ ਕੀਤੀਆਂ ਜਾ ਰਹੀਆਂ ਹਨ। ਸਾਹਮਣੇ ਬੈਠੀ ਉਸ 20-22 ਸਾਲ ਦੀ ਕੁੜੀ ਦੇ ਨਾਲ ਬੈਠੀਆਂ 40-50 ਸਾਲ ਦੀ ਉਮਰ ਵਾਲੀਆਂ ਔਰਤਾਂ ਕਿਤੇ ਜ਼ਿਆਦਾ ਸਹਿਜ ਤੇ ਖੁਸ਼ ਦਿਸ ਰਹੀਆਂ ਸਨ। ਉਹਨਾਂ ਨੇ ਬਹੁਤ ਨਵੇਂ ਢੰਗ ਦੇ ਦਿਲ ਖਿੱਚਵੇਂ ਕੱਪੜੇ ਪਾਏ ਹੋਏ ਸਨ।
ਦੋ ਜਣੀਆਂ ਆਪਣੀਆਂ ਕਿਤਾਬਾਂ 'ਚ ਮਸਰੂਫ ਸਨ ਤੇ ਦੋ ਜਣੀਆਂ ਆਪਸ 'ਚ ਗੱਲਾਂ ਕਰ ਰਹੀਆਂ ਸਨ। ਵਿੱਚ ਦੀ ਜ਼ੋਰ-ਜ਼ੋਰ ਨਾਲ ਹੱਸਦੀਆਂ ਵੀ ਸਨ, ਜਿਵੇਂ ਸਾਰੇ ਫਿਕਰਾਂ ਨੂੰ ਟਾਟਾ ਬੋਲ ਚੁੱਕੀਆਂ ਹੋਣ ਜਾਂ ਉਹਨਾਂ ਤੋਂ ਉੱਪਰ ਉੱਠ ਗਈਆਂ ਹੋਣ, ਜਾਂ ਸ਼ਾਇਦ ਜਾਣ ਗਈਆਂ ਹੋਣ ਕਿ ਨਾ ਹੱਸਣ ਨਾਲ ਕੋਈ ਫਿਕਰ ਦੂਰ ਨਹੀਂ ਹੋ ਜਾਏਗੀ। ਫਿਰ ਸਾਹਮਣੇ ਵਾਲੀ ਨੂੰ ਇਉਂ ਪਰੇਸ਼ਾਨ ਵੇਖ ਕੇ ਲੱਗਾ ਕਿ ਉਮਰ ਦੇ ਸਹੀ ਪੜਾਅ 'ਤੇ ਹਾਂ ਮੈਂ, ਤੇ ਮਨ ਹੀ ਮਨ ਕਾਫੀ ਦੇਰ ਤੱਕ ਮੁਸਕਰਾਉਂਦੀ ਰਹੀ। ਲੋਕ ਕਹਿੰਦੇ ਹਨ ਕਿ ਬਚਪਨ ਦੇ ਦਿਨ ਸਭ ਤੋਂ ਖਾਸ ਹੁੰਦੇ ਹਨ। ਕੋਈ ਕਿਸ਼ੋਰ ਅਵਸਥਾ ਨੂੰ ਖਾਸ ਦੱਸਦਾ ਹੈ, ਕੋਈ 20s ਨੂੰ। ਮੈਨੂੰ ਤਾਂ ਇਹ ਵਾਲੀ ਉਮਰ ਸਭ ਤੋਂ ਖਾਸ ਲੱਗਦੀ ਹੈ ਜਿਸ 'ਚ ਮੈਂ ਹਾਂ, 30 ਨੂੰ ਟੱਚ ਕਰਦੀ, ਸਹਿਜ ਜਿਹੀ, ਲੁਕੀ ਜਿਹੀ, ਸੌਖੀ ਜਿਹੀ ਉਮਰ। ਹਾਰਮੋਨਸ ਰਹਿ ਕੇ ਉਬਾਲ ਨਹੀਂ ਮਾਰਦੇ, ਨਵੀਆਂ ਦਿਲ ਲੱਗੀਆਂ ਰਾਤ ਭਰ ਨਹੀਂ ਜਗਾਉਂਦੀਆਂ, ਬ੍ਰੇਕਅਪਸ ਰਾਤ ਭਰ ਨਹੀਂ ਰਵਾਉਂਦੇ। ਕਹਿਣ ਨੂੰ ਤੁਸੀਂ ਬੋਰਿੰਗ ਕਹਿ ਸਕਦੇ ਹੋ, ਪਰ ਮੈਨੂੰ ਬਹੁਤ ਖਾਸ ਲੱਗਦੀ ਹੈ ਇਹ ਉਮਰ। ਕਿਤਾਬ ਪੜ੍ਹਦੇ ਹਾਂ ਤਾਂ ਬਸ ਪੜ੍ਹਦੇ ਹੀ ਜਾਂਦੇ ਹਾਂ, ਬਿਨਾਂ ਕਿਸੇ ਮਿਸਡ ਕਾਲ ਜਾਂ ਬੈਕਗਰਾਊਂਡ ਵਿੱਚ ਕਿਸੇ ਨੂੰ ਯਾਦ ਕੀਤੇ। ਜੇਕਰ ਥੋੜ੍ਹਾ ਆਪਣਾ ਪੈਸਾ ਕਮਾ ਲਿਆ ਹੈ ਤਾਂ ਪੂਰੀ ਆਜ਼ਾਦੀ ਲੱਗਦੀ ਹੈ, ਘੁੰਮਣ ਦੀ, ਪਹਿਨਣ ਦੀ, ਬੋਲਣ ਦੀ, ਫਿਰਨ ਦੀ। ਮੇਰਾ ਤਾਂ ਪੂਰਾ ਬਚਪਨ ਚੈਸ ਉੱਤੇ ਹੀ ਕੁਰਬਾਨ ਸੀ। ਜਦੋਂ ਬੱਚੇ ਪਾਰਕ ਵਿੱਚ ਖੇਡਦੇ ਸੀ ਜਾਂ ਛੁੱਟੀਆਂ 'ਚ ਨਾਨਕੇ ਜਾਂਦੇ ਸਨ, ਮੈਂ ਕਮਰੇ 'ਚ ਬੰਦ ਅਗਲੇ ਟੂਰਨਾਮੈਂਟ ਦੀ ਤਿਆਰੀ 'ਚ ਰੁੱਝੀ ਹੁੰਦੀ ਸੀ। 7 ਸਾਲ ਦੀ ਉਮਰ 'ਚ ਖੇਡਣਾ ਸ਼ੁਰੂ ਕੀਤਾ ਸੀ। 17 ਸਾਲ ਦੀ ਉਮਰ ਤੱਕ ਹਰ ਰੋਜ਼ ਦਿਨ ਭਰ ਖੇਡਿਆ। ਦਿਨ 'ਚ 4 ਤੋਂ ਲੈ ਕੇ 12 ਘੰਟੇ ਤੱਕ। ਕੋਚਿੰਗ ਅਫੋਰਡ ਨਹੀਂ ਕਰ ਸਕਦੇ ਸੀ ਪਾਪਾ, ਤਾਂ ਉਹਦੀ ਸਾਰੀ ਕਸਰ ਮੇਰੇ ਨਾਲ ਬੈਠ ਕੇ ਮਿਹਨਤ ਕਰਨ 'ਚ ਲਗਾਉਂਦੇ। ਅਸੀਂ ਪਿਓ ਧੀ ਚੈਸ 'ਤੇ ਲਿਖੀ ਗਈ ਹਰ ਕਿਤਾਬ ਪੜ੍ਹਦੇ। ਫਿਰ ਸ਼ਾਮ ਨੂੰ ਪਾਪਾ ਮੈਨੂੰ ਸਾਈਕਲ 'ਤੇ ਬਿਠਾ ਕੇ ਬਾਜ਼ਾਰ ਲੈ ਜਾਂਦੇ ਤੇ ਸ਼ਹਿਰ ਦੇ ਚੰਗੇ ਚੈਸ ਖਿਡਾਰੀ ਲੱਭਦੇ। ਉਹਨਾਂ ਨਾਲ ਮੇਰਾ ਮੈਚ ਲਗਵਾਉਂਦੇ ਤੇ ਇਸ ਤਰ੍ਹਾਂ ਅਸੀਂ ਭਵਾਨੀ ਸ਼ਹਿਰ ਦੇ ਸਾਰੇ ਖਿਡਾਰੀਆਂ ਨੂੰ ਲੱਭ ਕੇ ਹਰਾਇਆ। ਇਸ ਤਰ੍ਹਾਂ ਹੀ ਸਿੱਖਿਆ ਸੀ ਮੈਂ ਚੈਸ। ਮੇਰਾ ਬਚਪਨ ਮੈਨੂੰ ਸਿਰਫ ਮਿਹਨਤ ਲਈ ਯਾਦ ਹੈ। ਪਾਪਾ ਕਹਿੰਦੇ ਹਨ ਕਿ ਜੇਕਰ ਦੂਜੇ ਖਿਡਾਰੀਆਂ ਤੋਂ ਅੱਗੇ ਨਿਕਲਣਾ ਹੈ, ਜਿਨ੍ਹਾਂ ਕੋਲ ਕੋਚਿੰਗ ਦੀਆਂ ਸਾਰੀਆਂ ਸੁਵਿਧਾਵਾਂ ਹਨ, ਤਾਂ ਤੈਨੂੰ ਉਹਨਾਂ ਨਾਲੋਂ ਦੁੱਗਣੀ ਮਿਹਨਤ ਕਰਨੀ ਪਏਗੀ। ਦੂਜੇ ਖਿਡਾਰੀ ਜੇਕਰ 5 ਘੰਟੇ ਮਿਹਨਤ ਕਰਦੇ ਹਨ ਤਾਂ ਤੂੰ 10 ਕਰੇਂਗੀ, ਤਾਂ ਹੀ ਉਹਨਾਂ ਨਾਲ ਮੁਕਾਬਲਾ ਕਰ ਸਕੇਂਗੀ। ਚੈਸ ਛੱਡਣ ਤੋਂ ਬਾਅਦ ਤਾਂ ਮੈਨੂੰ ਕੁਝ ਔਖਾ ਲੱਗਾ ਹੀ ਨਹੀਂ, ਜਿਵੇਂ ਮੇਰੇ ਹਿੱਸੇ ਦੀਆਂ ਸਾਰੀਆਂ ਮੁਸ਼ਕਲਾਂ ਲੰਘ ਚੁੱਕੀਆਂ ਹੋਣ। ਬ੍ਰਾਤਿਸਲਾਵਾ ਹਲਾਵਨਾ ਸਟਾਨਿਕਾ ਹੁਣ ਤੱਕ ਦਾ ਸਭ ਤੋਂ ਸਧਾਰਨ ਦਿਸਣ ਵਾਲਾ ਰੇਲਵੇ ਸਟੇਸ਼ਨ ਸੀ। ਅੰਦਰੋਂ ਇੱਕਦਮ ਪੂਨੇ ਸਟੇਸ਼ਨ ਵਰਗਾ, ਲੋੜ ਜਿੰਨਾ ਹੀ ਸਾਫ਼ ਤੇ ਸਾਈਜ਼ ਵਿੱਚ ਉਸ ਤੋਂ ਅੱਧਾ। ਬਾਹਰ ਆਉਣ ਤੇ ਕੌਫੀ, ਕੋਲਡ ਡਰਿੰਕ ਤੇ ਖਾਣ ਪੀਣ ਦੇ ਛੋਟੇ ਸਟਾਲ ਪਤਾ ਨਹੀਂ ਕਿਉਂ ਲੋਨਾਵਾਲਾ ਦੀ ਯਾਦ ਦਿਵਾ ਰਹੇ ਸਨ। ਜਿਵੇਂ ਦੁਨੀਆ ਘੁੰਮਦੀ ਹੈ, ਇੱਕ ਖਿਆਲ ਪੱਕਾ ਹੁੰਦਾ ਜਾਂਦਾ ਹੈ ਕਿ ਜਿਵੇਂ ਧਰਤੀ ਤੇ ਕੋਈ ਵੀ ਸਮਾਂ ਗਲਤ ਨਹੀਂ ਹੈ। ਹਰ ਘੜੀ ਕਿਤੇ ਨਾ ਕਿਤੇ ਸਹੀ ਸਮਾਂ ਦੱਸ ਰਹੀ ਹੈ। ਇਵੇਂ ਨਾ ਕੋਈ ਸ਼ਹਿਰ ਗਲਤ ਹੈ, ਨਾ ਕੋਈ ਗਲੀ ਗਲਤ ਹੈ, ਨਾ ਹੀ ਕੋਈ ਇਨਸਾਨ ਗਲਤ ਹੈ। ਕਿਤੇ ਨਾ ਕਿਤੇ ਸਾਰੇ ਇੱਕਦਮ ਠੀਕ ਹਨ, ਜਿਵੇਂ ਕੋਈ ਵੱਡੀ ਸਾਰੀ ਲੇਗੋ ਬੁਝਾਰਤ ਹੋਵੇ ਤੇ ਸਾਡੇ ਸਾਰੇ ਜੀਵਨ ਦੀ ਮਿਹਨਤ ਉਸ ਵੱਡੀ ਸਾਰੀ ਬੁਝਾਰਤ 'ਚ ਫਿੱਟ ਹੋਣ ਦੀ ਹੀ ਹੋਵੇ। ਹੁਣ ਇਸ ਸ਼ਹਿਰ ਨੂੰ ਹੀ ਲੈ ਲਓ। ਕੁਝ ਦਿਨ ਪਹਿਲਾਂ ਤੱਕ ਮੈਨੂੰ ਇਹਦੇ ਵਜੂਦ ਦਾ ਵੀ ਪਤਾ ਨਹੀਂ ਸੀ। ਅੱਜ ਮੈਂ ਜਿੱਥੇ ਮੌਜੂਦ ਹਾਂ, 6 ਦੇਸ਼ ਪੋਲੈਂਡ, ਯੂਕਰੇਨ, ਰੋਮਾਨੀਆ, ਹੰਗਰੀ, ਆਸਟਰੀਆ ਤੇ ਚੈਕ ਰਿਪਬਲਿਕ ਦੇ ਵਿਚਕਾਰ ਵਸਿਆ ਇਹ ਦੇਸ਼। ਸਲੋਵਾਕੀਆ ਬਸ 22 ਸਾਲ ਪਹਿਲਾਂ ਤਾਂ ਹੋਂਦ 'ਚ ਆਇਆ। ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਸਲੋਵਾਕੀਆ ਆਸਟਰੋ ਹੰਗਰੀਅਨ ਸਾਮਰਾਜ ਦਾ ਇੱਕ ਹਿੱਸਾ ਸੀ। ਯੁੱਧ 'ਚ ਜਰਮਨੀ ਆਸਟਰੋ ਹੰਗਰੀਅਨ ਸਾਮਰਾਜ ਦੀ ਬੁਰੀ ਹਾਰ ਹੋਈ ਤੇ ਸਾਮਰਾਜ ਟੁੱਟ ਗਿਆ। ਉਹਦੇ ਬਾਅਦ ਚੈਕ ਤੇ ਸਲੋਵਾਕੀਆ ਇੱਕ ਹੋ ਗਏ ਤੇ ਬਣ ਗਿਆ ਚੈਕੋਸਲੋਵਾਕੀਆ। ਪਰੰਤੂ ਦੂਸਰੀ ਵਿਸ਼ਵ ਯੁੱਧ ਦੇ ਦੌਰਾਨ ਚੈਕੋਸਲੋਵਾਕੀਆ ਹਿਟਲਰ ਦੇ ਦਬਾਅ 'ਚ ਉਹਦੀ ਕਠਪੁਤਲੀ ਬਣਿਆ ਤੇ ਨਾਜ਼ੀ ਰਾਜ ਅਪਣਾ ਲਿਆ। ਫਿਰ ਹਿਟਲਰ ਦੀ ਹਾਰ ਤੋਂ ਬਾਅਦ 1948 ਤੋਂ 1999 ਤੱਕ ਚੈਕੋਸਲੋਵਾਕੀਆ 'ਚ ਕਮਿਊਨਿਸਟ ਸ਼ਾਸਨ ਰਿਹਾ। 1999 'ਚ ਵੈਲਵੇਟ ਜੈਂਟਲ ਰੈਵੋਲੂਸ਼ਨ ਸ਼ੁਰੂ ਹੋਇਆ ਤੇ ਕਮਿਊਨਿਸਟ ਸਰਕਾਰ ਡੇਗ ਕੇ 1990 'ਚ ਉੱਥੇ ਪਹਿਲੀ ਲੋਕਤੰਤਰਿਕ ਚੋਣ ਹੋਈ। ਕਮਿਊਨਿਜ਼ਮ ਨਾਲ ਜੋ ਪਿਆਰ ਸਾਡੇ ਦੇਸ਼ ਦੇ ਕੁਝ ਪੜ੍ਹੇ ਲਿਖੇ ਤਬਕੇ ਕਰਦੇ ਹਨ, ਉਹ ਉੱਥੇ ਨਹੀਂ ਦਿਖਾਈ ਦਿੰਦਾ। ਇੱਕ ਤਰ੍ਹਾਂ ਦੀ ਨਫ਼ਰਤ ਜ਼ਰੂਰ ਦਿਖਾਈ ਦਿੰਦੀ ਹੈ। ਸ਼ਾਇਦ ਡੈਮੋਕ੍ਰੇਸੀ ਦੀ ਤਰ੍ਹਾਂ ਹੀ ਕਮਿਊਨਿਜ਼ਮ ਦੇ ਵੀ ਕਈ ਰੂਪ ਹੁੰਦੇ ਹੋਣਗੇ। ਖੈਰ, ਮੈਂ ਹੁਣ ਸਲੋਵਾਕੀਆ 'ਚ ਖੜੀ ਸੀ, ਉਹਦੀ ਜ਼ਮੀਨ ਉੱਤੇ ਤੇ ਉਹਦੀਆਂ ਗਲੀਆਂ 'ਚ ਘੁੰਮਣ ਜਾ ਰਹੀ ਸੀ। ਉੱਥੇ ਵੀ ਲੋਕ ਸਨ, ਹੱਸਦੇ, ਰੋਂਦੇ, ਪਰੇਸ਼ਾਨ ਹੁੰਦੇ, ਕੰਮ ਕਰਦੇ ਹੋਏ, ਖੁਸ਼, ਬਿਲਕੁਲ ਆਪਣੇ ਵਰਗੇ, ਜਿਨ੍ਹਾਂ ਨੂੰ ਨਾ ਕਦੇ ਟੀਵੀ ਉੱਤੇ ਦੇਖਿਆ, ਨਾ ਕਿਤਾਬਾਂ 'ਚ ਪੜ੍ਹਿਆ, ਪਰ ਉਹ ਲੋਕ ਸਨ ਤੇ ਰਹਿਣਗੇ ਵੀ।
ਤੁਹਾਡੇ ਤੇ ਮੇਰੇ ਜਾਣਨ ਜਾਂ ਨਾ ਜਾਣਨ ਨਾਲ ਕੁਝ ਵੀ ਫਰਕ ਨਹੀਂ ਪੈਂਦਾ ਦੁਨੀਆ ਨੂੰ। ਜੋ ਅਸੀਂ ਜਾਣਦੇ ਹਾਂ ਉਹ ਵੀ ਹੈ ਤੇ ਜੋ ਨਹੀਂ ਜਾਣਦੇ ਉਹ ਵੀ ਹੈ। ਹਨੇਰਾ ਹੋ ਚੱਲਿਆ ਸੀ ਤੇ ਮੈਂ ਆਪਣੇ ਮੇਜ਼ਬਾਨ ਦੇ ਘਰ ਬੱਸ ਫੜ ਕੇ ਜਾਣਾ ਸੀ। ਇੱਥੇ ਸਟੇਸ਼ਨ ਉੱਤੇ ਟੈਕਸੀ ਵਾਲੇ ਉਂਝ ਵੀ ਨਹੀਂ ਦਿਸਦੇ ਤੇ ਆਟੋ ਤਾਂ ਹੈ ਹੀ ਨਹੀਂ। ਫਿਰ ਤਾਂ ਬੱਸ ਲੈਣੀ ਹੀ ਸੀ। ਬਾਹਰ ਕਾਫੀ ਦੁਕਾਨਾਂ ਸਨ ਪਰ ਦੁਕਾਨਾਂ ਉੱਤੇ ਲੋਕ ਨਹੀਂ ਸਨ। ਸੁੰਨਸਾਨ ਜਿਹਾ ਮਾਹੌਲ ਸੀ। ਕਿਸੇ ਨੂੰ ਪੁੱਛਾਂ ਤਾਂ ਪੁੱਛਾਂ ਕਿਵੇਂ। ਪੁਲਿਸ ਦੀਆਂ 2 ਗੱਡੀਆਂ ਖੜੀਆਂ ਸਨ। ਸਫੈਦ ਰੰਗ ਦੀ ਲੰਬੀ ਗੱਡੀ ਉੱਤੇ ਕਾਲੇ ਰੰਗ 'ਚ ਪੋਲੀਸੀਆ ਲਿਖਿਆ ਸੀ। ਸਟੇਸ਼ਨ ਦੇ ਬਾਹਰ ਨਿਕਲਦੇ ਇੱਕ ਬੱਸ ਅੱਡਾ ਸੀ। ਮੈਂ ਕਿਸੇ ਤੋਂ ਬਿਨਾਂ ਕੁਝ ਪੁੱਛੇ ਉੱਥੇ ਖੜੀ ਹੋ ਗਈ। ਫਿਰ ਯਾਦ ਆਇਆ ਕਿ ਮੇਰੇ ਮੇਜ਼ਬਾਨ ਨੇ ਆਪਣੇ ਪਤੇ ਦੇ ਨਾਲ ਇਹ ਵੀ ਦੱਸਿਆ ਸੀ ਕਿ ਕਿਹੜੀ ਬੱਸ ਕਿਹੜੇ ਅੱਡੇ ਤੋਂ ਲੈਣੀ ਹੈ। ਡਾਇਰੀ ਪੜ੍ਹ ਕੇ ਪਤਾ ਚੱਲਿਆ ਕਿ ਇਹ ਤਾਂ ਉਹ ਬੱਸ ਅੱਡਾ ਹੀ ਨਹੀਂ ਹੈ। ਫਿਰ ਮੈਂ ਉੱਥੇ ਅੱਡੇ ਤੇ ਖੜੇ ਇੱਕ ਜਨਾਬ ਤੋਂ ਉਸ ਬੱਸ ਅੱਡੇ ਦਾ ਰਾਹ ਪੁੱਛਿਆ ਤਾਂ ਉਹਨੇ ਮੈਨੂੰ ਬਾਹਰ ਅੱਗੇ ਸੜਕ ਤੇ ਸੱਜੇ ਪਾਸੇ ਜਾਣ ਲਈ ਕਿਹਾ। ਟਿਕਟ ਮਸ਼ੀਨ ਇੱਥੇ ਨਹੀਂ ਸੀ। ਸੋਚਿਆ ਬੱਸ ਦੇ ਅੰਦਰ ਮਿਲਦੀ ਹੋਏਗੀ ਸ਼ਾਇਦ। ਇੱਥੇ ਬੱਸਾਂ ਟ੍ਰਾਮ ਦੀ ਤਰ੍ਹਾਂ ਬਿਜਲੀ ਨਾਲ ਚੱਲਦੀਆਂ ਹਨ। ਹਾਂ ਜੀ ਹਾਂ, ਪੂਰੇ ਸ਼ਹਿਰ ਦੇ ਉੱਤੇ ਤਾਰਾਂ ਦਾ ਜਾਲ ਹੈ ਜਿਹਨੂੰ ਛੂੰਹਦੀਆਂ ਬੱਸਾਂ ਤੇਜ਼ ਭੱਜਦੀਆਂ ਹਨ। 10 ਮਿੰਟ ਦੇ ਬਾਅਦ ਬੱਸ ਆਈ ਤਾਂ ਡਰਾਈਵਰ ਨੇ ਦੱਸਿਆ ਕਿ ਦੂਜੀ ਦਿਸ਼ਾ 'ਚ ਜਾਣ ਵਾਲਾ ਅੱਡਾ ਹੈ। ਮੇਰੇ ਪਤੇ ਉੱਤੇ ਜਾਣ ਵਾਲੀ ਬੱਸ ਇਹਦੇ ਸਾਹਮਣੇ ਵਾਲੇ ਅੱਡੇ ਉੱਤੇ ਆਏਗੀ। ਇੱਕ ਵਾਰ ਤਾਂ ਮੂੰਹ 'ਚੋਂ ਗਾਲ ਨਿਕਲੀ ਜ਼ੋਰ ਨਾਲ, ਸਾਲਾ ਜਦ ਪਤਾ ਨਹੀਂ ਹੁੰਦਾ ਤਾਂ ਦੱਸਦੇ ਕਿਉਂ ਹੈ? ਲੋਕ ਪਤਾ ਕਿਸੇ ਨੂੰ ਪਤਾ ਨਹੀਂ। ਹੁਣ ਹੋਰ ਕਦੋਂ ਤੱਕ ਇੰਤਜ਼ਾਰ ਕਰਨਾ ਪਏਗਾ? ਭੁੱਖ ਜੋ ਮੈਨੂੰ ਟ੍ਰੇਨ 'ਚ ਲੱਗੀ ਸੀ ਇਹ ਹੁਣ ਭਿਅੰਕਰ ਰੂਪ ਧਾਰਨ ਕਰ ਚੁੱਕੀ ਸੀ। ਬੱਸ ਤੋਂ ਉਤਰ ਕੇ ਪੂਰੇ ਜ਼ੋਰ ਨਾਲ 2-3 ਗਾਲਾਂ ਹੋਰ ਕੱਢੀਆਂ। ਫਿਰ ਇੱਕਦਮ ਖਿਆਲ ਆਇਆ ਕਿ ਮੈਂ ਜਨਾਬ ਤੋਂ ਪਤਾ ਥੋੜਾ ਪੁੱਛਿਆ ਸੀ। ਇਕੱਲਾ ਬੱਸ ਅੱਡਾ ਪੁੱਛਿਆ ਸੀ ਤੇ ਦੋਨੋਂ ਬੱਸ ਅੱਡਿਆਂ ਦਾ ਨਾਮ ਤਾਂ ਇੱਕ ਹੀ ਹੈ। ਦਿਸ਼ਾ ਹੀ ਅੱਡ ਹੈ। ਹੁਣ ਤਾਂ ਮੂੰਹ 'ਚੋਂ ਗਾਲਾਂ ਨਿਕਲ ਚੁੱਕੀਆਂ ਸੀ। ਵਾਪਸੀ ਸੰਭਵ ਨਹੀਂ ਸੀ। ਸੋ ਬਸ ਹਾਸੀ ਆ ਗਈ। ਸੋਚਣ ਲੱਗੀ ਕਿੰਨੀ ਜਲਦੀ ਵਿਗੜ ਜਾਂਦੀ ਆ। ਬਿਨਾਂ ਕੁਝ ਸੋਚੇ ਸਮਝੇ ਦੋਸ਼ ਵੀ ਲਾਉਣ ਲੱਗਦੀ ਆ। ਖੈਰ ਆਪਣੇ ਤੇ ਜ਼ਿਆਦਾ ਗੁੱਸੇ ਨਾ ਹੁੰਦੇ ਹੋਏ ਮੈਂ ਫਿਰ ਤੋਂ ਬੱਸ ਦੀ ਉਡੀਕ ਕਰਨ ਲੱਗੀ। ਇਸ ਬੱਸ ਅੱਡੇ ਤੇ ਟਿਕਟ ਮਸ਼ੀਨ ਵੀ ਸੀ, ਜਦੋਂ ਕਿ ਮਸ਼ੀਨ ਅੰਗਰੇਜ਼ੀ ਵਿੱਚ ਨਹੀਂ ਸਿਰਫ ਸਲੋਵਾਕ 'ਚ ਸੀ। ਫਿਰ ਵੀ ਕਿਸੇ ਤਰ੍ਹਾਂ ਮੈਂ ਅੰਦਾਜ਼ੇ ਨਾਲ ਸਭ ਤੋਂ ਸਸਤੀ ਇੱਕ ਟਿਕਟ ਲੈ ਲਈ। ਸ਼ੁਕਰ ਰੱਬ ਦਾ ਕਿ ਕੋਈ ਟਿਕਟ ਚੈੱਕਰ ਨਹੀਂ ਆਇਆ। ਮੈਨੂੰ ਤਾਂ ਆਖਰੀ ਦਿਨ ਪਤਾ ਲੱਗਿਆ ਕਿ ਮੈਂ 2 ਦਿਨ ਬੱਚਿਆਂ ਵਾਲੀ ਅੱਧੀ ਟਿਕਟ ਤੇ ਸ਼ਹਿਰ ਘੁੰਮਦੀ ਰਹੀ। ਮੇਜ਼ਬਾਨ ਦੇ ਘਰ ਪਹੁੰਚਦੇ ਰਾਤ ਹੋ ਗਈ ਤੇ ਭੁੱਖ ਵੀ ਮਰ ਗਈ। ਮੇਰਾ ਮੇਜ਼ਬਾਨ ਵਿਕਟਰ 30-32 ਸਾਲ ਦਾ ਹੋਏਗਾ। ਉਹ 2 ਕਮਰਿਆਂ ਦੇ ਫਲੈਟ 'ਚ ਰਹਿੰਦਾ ਸੀ। ਵਿਕਟਰ ਇੱਕ ਨੌਜਵਾਨ ਪ੍ਰੋਫੈਸ਼ਨਲ ਸੀ। ਮੈਨੂੰ ਠੀਕ ਤਰ੍ਹਾਂ ਯਾਦ ਨਹੀਂ ਪਰ ਉਹ ਕਿਸੇ ਕੰਪਨੀ 'ਚ ਮਾਰਕੀਟਿੰਗ ਜਾਂ ਸੇਲਸ ਡਿਪਾਰਟਮੈਂਟ 'ਚ 9 ਤੋਂ 5 ਦੀ ਨੌਕਰੀ ਕਰਦਾ ਸੀ। ਇਕੱਲਾ ਰਹਿੰਦਾ ਸੀ ਤੇ ਵੀਕਐਂਡ ਉੱਤੇ ਜਾਂ ਤਾਂ ਮਾਪਿਓ ਨੂੰ ਮਿਲਣ ਦੂਜੇ ਸ਼ਹਿਰ ਜਾਂਦਾ ਸੀ ਤੇ ਜਾਂ ਹਾਈਕਿੰਗ ਜਾਂ ਬਾਈਕਿੰਗ ਜਿਹੀ ਕੋਈ ਐਕਟੀਵਿਟੀ ਕਰਦਾ ਸੀ। ਗੱਡੀ ਸੀ ਉਹਦੇ ਕੋਲ ਪਰ ਸ਼ਹਿਰ 'ਚ ਸਿਰਫ ਸਾਈਕਲ ਚਲਾਉਂਦਾ ਸੀ ਤੇ ਗੱਡੀ ਸਿਰਫ ਦੂਜੇ ਸ਼ਹਿਰਾਂ 'ਚ ਜਾਣ ਲਈ ਵਰਤਦਾ ਸੀ। ਵਿਕਟਰ ਨੌਕਰੀ ਕਰਨ ਵਾਲਾ ਤੇ ਮੇਰੇ ਹਾਣ ਦਾ ਪਹਿਲਾ ਮੇਜ਼ਬਾਨ ਸੀ। ਹੁਣ ਤੱਕ ਮੇਰੀ ਇਸ ਇੱਕ ਅਜਨਬੀ ਦੇ ਘਰ 'ਚ ਰੁਕਣ ਦੀ ਝਿਜਕ ਤੇ ਡਰ ਦੋਨੋਂ ਕਾਫੀ ਘਟ ਗਏ ਸਨ। ਬਸ ਇੱਕ ਆਰਾਮਦਾਇਕ ਸੋਫਾ ਹੋਵੇ, ਸਾਫ਼ ਗੁਸਲਖਾਨਾ ਹੋਵੇ ਤੇ ਚਾਹ ਬਣਾ ਸਕਣ ਲਈ ਸਮਾਨ ਹੋਵੇ। ਇਹ 3 ਚੀਜ਼ਾਂ ਕਾਫੀ ਸੀ ਇੱਕ ਸ਼ਹਿਰ ਨੂੰ ਸੁਖਾਲਾ ਬਣਾਉਣ ਦੇ ਲਈ। ਉੱਤੋਂ ਘਰ 'ਚ ਵਾਈਫਾਈ ਹੋਵੇ ਤੇ ਮੇਜ਼ਬਾਨ ਆਪਣਾ ਲੈਪਟਾਪ ਵਰਤਣ ਲਈ ਦੇਵੇ ਤਾਂ ਸੋਨੇ ਤੇ ਸੁਹਾਗਾ। ਇਕੱਲੇ ਘੁੰਮਣਾ ਇਸ ਲਈ ਵੀ ਚੰਗਾ ਲੱਗਦਾ ਹੈ। ਨਾ ਸ਼ਹਿਰ ਤੁਹਾਡਾ, ਨਾ ਲੋਕ ਜਾਣੇ ਪਹਿਚਾਣੇ, ਨਾ ਘਰ ਤੁਹਾਡਾ ਤੇ ਨਾ ਹੀ ਰਸੋਈ। ਆਪਣੇ ਘਰ 'ਚ ਹੁੰਦੇ ਆ ਤਾਂ ਛੁੱਟੀ ਵਾਲੇ ਦਿਨ ਵੀ ਕੰਮ ਲੱਭ ਲੈਂਦੇ ਆ। ਅਲਮਾਰੀ ਸਾਫ਼ ਕਰ ਲੈਂਦੇ ਆ, ਰਸੋਈ ਜਚਾ ਲੈਂਦੇ ਆ, ਖਾਣਾ ਪਕਾ ਲੈਂਦੇ ਆ, TV ਚਲਾ ਲੈਂਦੇ ਆ ਅਤੇ ਕੁਝ ਨਹੀਂ ਤਾਂ ਵਿਹਲੇ ਬੈਠੇ ਦੋਸਤਾਂ ਨੂੰ ਫੋਨ ਘੁਮਾ ਲੈਂਦੇ ਆ। ਖੁਦ ਦੇ ਨਾਲ ਐਵੇਂ ਬਸ ਖੁਦ ਦੇ ਨਾਲ ਬੈਕਗਰਾਊਂਡ 'ਚ ਬਿਨਾਂ ਕਿਸੇ ਏਜੰਡੇ ਦੇ ਕਿੱਥੇ ਬੈਠ ਸਕਦੇ ਆ। ਜਦੋਂ ਇਕੱਲੇ ਕਿਸੇ ਅਣਜਾਣ ਸ਼ਹਿਰ, ਅਣਜਾਣ ਘਰ 'ਚ ਹੁੰਦੇ ਆ ਤਾਂ ਨਾ ਆਲੂ ਗੰਢੇ ਖਤਮ ਹੋਣ ਦੀ ਚਿੰਤਾ ਹੁੰਦੀ ਹੈ, ਨਾ ਹੀ ਬਿਜਲੀ ਦਾ ਬਿੱਲ ਭਰਨ ਦੀ। ਤਦ ਜਿਵੇਂ ਖੁਦ ਦੇ ਨਾਲ ਹੀ ਹੁੰਦੇ ਆ, ਖੁਦ ਤੇ ਸਿਰਫ ਖੁਦ ਦੇ ਨਾਲ, ਬਿਨਾਂ ਕਿਸੇ ਬੈਕਗਰਾਊਂਡ ਝੰਜਟ ਦੇ। ਇਹ ਇੱਕ ਵੱਖਰਾ ਜਿਹਾ ਤਜਰਬਾ ਹੈ, ਨਸ਼ਾ ਜਿਹਾ ਹੈ ਜਿਹਨੂੰ ਮਹਿਸੂਸ ਕਰਨ ਦੇ ਲਈ ਮੇਰਾ ਬੈਗ ਹਰ 2-3 ਮਹੀਨਿਆਂ ਵਿੱਚ ਬਾਰ-ਬਾਰ ਖੁਦ ਹੀ ਸੱਜ ਜਾਂਦਾ ਹੈ। ਵਿਕਟਰ ਦੀ ਰਸੋਈ 'ਚ ਵੈਸੇ ਤਾਂ ਖਾਣ ਦਾ ਕਾਫੀ ਸਮਾਨ ਸੀ ਪਰ ਕੁਝ ਵੀ ਜਾਣਿਆ ਪਛਾਣਿਆ ਨਹੀਂ ਸੀ। ਫਰੋਜ਼ਨ ਮੀਟ, ਫਰੋਜ਼ਨ ਪੀਜ਼ਾ, ਫਰੋਜ਼ਨ ਪਾਈ, ਹੋਰ ਵੀ ਪਤਾ ਨਹੀਂ ਕੀ ਫਰੋਜ਼ਨ।
ਪਰ ਦੁੱਧ ਦਾ ਇੱਕ ਛਿੱਟਾ ਨਹੀਂ। ਬਿਨਾਂ ਦੁੱਧ ਦੇ ਫਰਿੱਜ ਸ਼ਾਇਦ ਮੈਂ ਪਹਿਲੀ ਵਾਰ ਦੇਖਿਆ ਸੀ। ਵੈਸੇ ਵੀ ਦੇਰ ਰਾਤ ਪਹੁੰਚੀ ਸੀ ਤੇ ਅਜੇ ਗੱਲਬਾਤ ਵੀ ਨਹੀਂ ਹੋਈ ਸੀ, ਤਾਂ ਐਵੇਂ ਰਸੋਈ 'ਚ ਜਾ ਕੇ ਜ਼ਿਆਦਾ ਛਾਣਬੀਣ ਕਰਨਾ ਠੀਕ ਨਾ ਲੱਗਿਆ। ਹਾਲਾਂਕਿ ਮੈਂ ਬਹੁਤ ਥੱਕੀ ਹੋਈ ਸੀ, ਪਰ ਬਿਨਾਂ ਗੱਲਬਾਤ ਦੇ ਅਣਜਾਣ ਹੋਸਟ ਦੇ ਸੋਫੇ ਤੇ ਲਿਟ ਜਾਣਾ ਵੀ ਠੀਕ ਨਹੀਂ ਸੀ। ਮੈਨੂੰ ਯਾਦ ਹੈ ਕਿ ਮੈਂ ਕਾਫੀ ਦੇਰ ਤੱਕ ਕੁਛ ਨਾ ਕੁਛ ਬੋਲਦੀ ਰਹੀ। ਕੀ ਬੋਲਦੀ ਰਹੀ ਬਿਲਕੁਲ ਨਹੀਂ ਯਾਦ, ਪਰ ਛੇਤੀ ਜਾਣ ਪਛਾਣ ਬਣਾਉਣ ਦੇ ਚੱਕਰ 'ਚ ਬਹੁਤਾ ਬੋਲਦੀ ਗਈ ਤੇ ਫਿਰ ਥੱਕ ਕੇ ਸੌਂ ਗਈ ਬਿਨਾਂ ਖਾਧੇ। ਸਵੇਰੇ ਉੱਠੀ ਤਾਂ ਦੇਖਿਆ ਕਿ ਦੋ ਗੁਲਾਬੀ ਅੱਖਾਂ ਮੈਨੂੰ ਘੂਰ ਰਹੀਆਂ ਹਨ। ਅੱਧੀ ਕੰਧ ਦੇ ਸਾਈਜ਼ ਦਾ ਇੱਕ ਡੱਡੂ ਦਾ ਪੋਸਟਰ ਸੀ ਠੀਕ ਮੇਰੇ ਸੋਫੇ ਦੇ ਪਿੱਛੇ। ਹੌਲੀ ਹੌਲੀ ਹੋਰ ਅੱਖਾਂ ਖੁੱਲੀਆਂ ਤਾਂ ਦੇਖਿਆ ਹਰੇ ਹਰੇ ਡੱਡੂ ਤੇ ਡੱਡੂ ਵਰਗੇ ਪਾਣੀ ਵਾਲੇ ਜੀਵ ਪੋਸਟਰ ਲੱਗੇ ਸਨ ਤੇ ਕਿਤੇ ਖਿਡੌਣੇ ਰੱਖੇ ਸਨ। ਹਰ ਤਰ੍ਹਾਂ ਦੇ ਸ਼ੌਂਕ ਹਨ ਦੁਨੀਆ ਵਿੱਚ। ਇਹ ਜਨਾਬ ਹਰੇ ਖਿਡੌਣਿਆਂ ਦਾ ਸ਼ੌਕੀਨ ਲੱਗਦਾ। ਫਰਿੱਜ ਤੇ ਲੱਗੇ ਮੈਗਨੇਟ ਵੀ ਮਗਰਮੱਛ, ਕਿਰਲੀ ਜਾਂ ਕੱਛੂਆਂ ਦੇ ਸਨ। ਟਾਇਲਟ 'ਚ ਬੈਠੋ ਤਾਂ ਲੱਗਦਾ ਸੀ ਕਿ ਜੰਗਲ 'ਚ ਬੈਠੇ ਆ। ਬਸ ਬੈਕਗਰਾਊਂਡ ਸਾਊਂਡ ਦੀ ਕਮੀ ਹੈ। ਕਿਤੇ ਉਹਦਾ ਵੀ ਜੁਗਾੜ ਹੋ ਜਾਏ ਤਾਂ ਇੱਕਦਮ ਜੰਗਲ ਹੀ ਹੋ ਜਾਏ ਘਰ। ਕਿਵੇਂ ਵੱਖੋ ਵੱਖਰੇ ਢੰਗਾਂ ਨਾਲ ਸਜੇ ਹੁੰਦੇ ਹਨ ਵੱਖੋ ਵੱਖਰੇ ਘਰ। ਤੁਹਾਡਾ ਇੱਕ ਹਿੱਸਾ ਜਿਹਾ ਹੁੰਦੇ ਹਨ ਘਰ। ਇੱਕ ਘਰ ਨੂੰ ਦੇਖ ਕੇ ਉਸ 'ਚ ਰਹਿਣ ਵਾਲਿਆਂ ਬਾਰੇ ਕਾਫੀ ਕੁਝ ਪਤਾ ਲੱਗ ਸਕਦਾ ਹੈ। ਮੈਨੂੰ ਹਮੇਸ਼ਾ ਤੋਂ ਲੱਗਦਾ ਹੈ ਕਿ ਆਪਣਾ ਘਰ ਇਸ ਤਰ੍ਹਾਂ ਸਜਾਵਾਂਗੀ, ਉਸ ਤਰ੍ਹਾਂ ਸਜਾਵਾਂਗੀ, ਪਰ ਸੌਖਾ ਕੰਮ ਨਹੀਂ ਹੈ। ਇੱਕ ਵਾਰ ਵਿੱਚ ਨਹੀਂ ਹੁੰਦਾ। ਸਾਲਾਂ ਦੀ ਕਲਾਕਾਰੀ ਤੇ ਲਗਨ ਲੱਗਦੀ ਹੈ। ਡਿਜ਼ਾਈਨਰ ਨੂੰ ਬੁਲਾ ਕੇ ਘਰ ਨੂੰ ਸਜਾਇਆ ਤਾਂ ਜਾ ਸਕਦਾ ਹੈ, ਪਰ ਉਸ ਦਾ ਕਰੈਕਟਰ ਸਿਰਫ ਘਰ 'ਚ ਰਹਿਣ ਵਾਲੇ ਹੀ ਬਣਾ ਸਕਦੇ ਆ। ਹਾਲਾਂਕਿ ਆਉਣਾ ਵੀ ਚਾਹੀਦਾ ਘਰ ਸਜਾਉਣਾ। ਮੈਨੂੰ ਹਮੇਸ਼ਾ ਚੰਗੇ ਸਜੇ ਘਰਾਂ ਤੋਂ ਜਲਨ ਹੁੰਦੀ ਹੈ। ਸੋਹਣੇ ਲੈਂਪ, ਪੇਂਟਿੰਗਸ, ਰੰਗ ਬਰੰਗੇ ਕੁਸ਼ਨ, ਕਿਤੇ ਕੈਂਡਲ ਤੇ ਕਿਤੇ ਫੁੱਲ ਤੇ ਗੁਲਦਸਤੇ, ਪਤਾ ਨਹੀਂ ਕੀ ਤੇ ਉਹਨਾਂ ਦੀਆਂ ਇਹੋ ਜਿਹੀਆਂ ਯੋਜਨਾਵਾਂ। ਲੋਕ ਕਿਵੇਂ ਇੰਨੇ ਨਿਪੁੰਨ ਹੁੰਦੇ ਹਨ। ਇੱਕ ਵਾਰ ਮੈਂ ਕੋਸ਼ਿਸ਼ ਕੀਤੀ ਸੀ, ਆਪਣੇ ਪਰਦਿਆਂ ਨੂੰ ਰੰਗ ਰੋਗਨ ਕੀਤਾ, ਖੁਦ ਵੀਡਸ ਵਾਲੇ ਪਰਦੇ ਵੀ ਬਣਾਏ, ਪਰ ਫੁੱਲ ਤਿਤਲੀਆਂ ਤੇ ਪਰਦਿਆਂ ਕਾਰਨ ਘਰ ਐਵੇਂ ਹੀ ਲੱਗਣ ਲੱਗ ਗਿਆ ਜਿਵੇਂ ਕਿੰਡਰਗਾਰਟਨ ਹੋਵੇ। ਇਸ ਤੋਂ ਬਾਅਦ ਮੈਂ ਕਦੇ ਕੋਈ ਕੋਸ਼ਿਸ਼ ਵੀ ਨਹੀਂ ਕੀਤੀ। ਬਸ ਕਿਤਾਬਾਂ ਦੇ ਢੇਰ ਪਏ ਹੋਣ ਥਾਂ ਥਾਂ ਤੇ ਘਰ ਆਪਣਾ ਜਿਹਾ ਲੱਗਣ ਲੱਗਦਾ। ਜਦੋਂ ਲੰਡਨ ਆਈ ਸੀ ਉਦੋਂ ਘਰ ਸਜਾਉਣ ਲਈ ਬਸ 20 ਕਿਲੋ ਕਿਤਾਬਾਂ ਹੀ ਤਾਂ ਲਿਆਈ ਸੀ। ਵਿਕਟਰ ਦਫ਼ਤਰ ਜਾਣ ਲਈ ਤਿਆਰ ਹੋ ਰਿਹਾ ਸੀ। ਮੈਨੂੰ ਲੱਗਾ ਕਿ ਉਸੇ ਨਾਲ ਸ਼ਹਿਰ ਨਿਕਲ ਜਾਵਾਂ ਤਾਂ ਠੀਕ ਰਹੇਗਾ। ਇਸ ਲਈ ਮੈਂ ਵੀ ਫਟਾਫਟ ਤਿਆਰ ਹੋ ਗਈ। ਹਰ ਰੋਜ਼ ਦਾ ਬ੍ਰੇਕਫਾਸਟ ਸ਼ਾਇਦ ਪੂਰੇ ਯੂਰਪ ਦਾ ਇੱਕੋ ਹੀ ਹੈ, ਬ੍ਰੈਡ ਬਨ, ਜੈਮ, ਬਟਰ ਜਾਂ ਪਨੀਰ ਦੇ ਨਾਲ। ਕੌਫੀ, ਚਾਹ ਜਾਂ ਫਰੂਟ ਜੂਸ ਵਿੱਚੋਂ ਵੀ ਕੁਝ ਜ਼ਰੂਰ। ਜ਼ਿਆਦਾਤਰ ਲੋਕ ਚਾਹ ਨਹੀਂ ਪੀਂਦੇ, ਸਿਰਫ ਬਲੈਕ ਕੌਫੀ ਪੀਂਦੇ ਹਨ। ਇੰਸਟੈਂਟ ਵਾਲੀ ਨਹੀਂ, ਮਸ਼ੀਨ 'ਚ ਬਣੀ ਫਰੈਸ਼ ਕੌਫੀ। ਲਗਭਗ ਸਾਰੇ ਘਰਾਂ 'ਚ ਮੈਂ ਕੌਫੀ ਮਸ਼ੀਨ ਦੇਖੀ। ਕੋਈ ਵੀ ਡੱਬਾ ਲੈ ਕੇ ਦਫ਼ਤਰ ਨਹੀਂ ਜਾਂਦਾ। ਸਭ ਸਲਾਦ, ਸੈਂਡਵਿਚ ਜਾਂ ਸੂਪ ਵਗੈਰਾ ਦਾ ਲੰਚ ਕਰਦੇ ਹਨ। ਫਿਰ ਡਿਨਰ 'ਚ ਫਰੋਜ਼ਨ ਖਾਣੇ ਨੂੰ ਗਰਮ ਕਰਕੇ ਖਾਂਦੇ ਹਨ। ਸਿਰਫ ਵੀਕਐਂਡ ਤੇ ਹੀ ਜ਼ਿਆਦਾਤਰ ਲੋਕ ਗਰਮ ਖਾਣਾ ਖਾਂਦੇ ਹਨ। ਇੱਕ ਹੋਰ ਗੱਲ ਖਾਸ ਲੱਗੀ ਮੈਨੂੰ ਯੂਰਪ ਵਿੱਚ, ਉਹ ਇਹ ਕਿ ਇੱਥੇ ਹਾਊਸ ਵਾਈਫ ਵਾਲਾ ਕੋਈ ਕਨਸੈਪਟ ਨਹੀਂ ਹੈ। ਜੇਕਰ ਇੱਥੇ ਕੋਈ ਔਰਤ ਪੂਰਾ ਦਿਨ ਘਰ 'ਚ ਹੈ ਤਾਂ ਉਹ ਜਾਂ ਤਾਂ ਮਾਂ ਹੁੰਦੀ ਹੈ ਤੇ ਬੱਚਿਆਂ ਦੀ ਦੇਖਭਾਲ ਲਈ ਘਰ ਰਹਿਣ ਦਾ ਫੈਸਲਾ ਲਿਆ ਹੁੰਦਾ ਤੇ ਜਾਂ ਫਿਰ ਘਰ ਤੋਂ ਹੀ ਕੰਮ ਕਰ ਰਹੀ ਹੁੰਦੀ ਹੈ। ਮੈਂ ਸੋਚ ਰਹੀ ਸੀ ਕਿ ਆਪਣੇ ਦੇਸ਼ 'ਚ ਅਰੇਂਜ ਮੈਰਿਜ ਦਾ ਹੋਣਾ ਇਸ ਹੱਦ ਤੱਕ ਜ਼ਰੂਰੀ ਕਿਉਂ ਹੋ ਜਾਂਦਾ ਹੈ। ਸਿਰਫ ਇਸੇ ਹਾਊਸ ਵਾਈਫ ਦੇ ਕਨਸੈਪਟ ਦੇ ਕਾਰਨ। ਘਰ ਦੀ ਲੱਛਮੀ ਤੋਂ ਘਰ ਦੀ ਮਾਲਕਣ ਤੱਕ ਦੀ ਖੁਸ਼ੀ ਯਾਤਰਾ ਸਿਰਫ ਜੋ ਜ਼ਿੰਮੇਵਾਰੀਆਂ ਤੇ ਹੀ ਟਿਕੀ ਹੈ। ਨਹੀਂ ਤਾਂ ਇਸ ਵਿੱਚ ਹੋਰ ਰੱਖਿਆ ਕੀ ਹੈ? ਕੋਈ ਵਿਸ਼ੇਸ਼ ਅਧਿਕਾਰ ਜਾਂ ਕੋਈ ਵਿਸ਼ੇਸ਼ ਆਜ਼ਾਦੀ? ਕੁਛ ਨਹੀਂ। ਸੋਚੋ ਜੇਕਰ ਇਸ ਅਰੇਂਜ ਮੈਰਿਜ ਦਾ ਕੋਈ ਕਨਸੈਪਟ ਹੀ ਨਾ ਹੋਵੇ, ਇੱਕਦਮ ਹੀ ਖਤਮ ਹੋ ਜਾਏ ਇਹ ਵਿਆਹ ਪ੍ਰਬੰਧ, ਫਿਰ ਤਾਂ ਇਹ ਗਰੰਟੀ ਨਹੀਂ ਹੋਏਗੀ ਕਿ ਸਭ ਦਾ ਵਿਆਹ ਹੋਏਗਾ ਹੀ। ਮਤਲਬ ਤੁਹਾਨੂੰ ਖੁਦ ਵਿਆਹ ਦੇ ਲਈ ਇਸ ਲਾਇਕ ਬਣਨਾ ਪਏਗਾ ਕਿ ਕੋਈ ਤੁਹਾਨੂੰ ਪਸੰਦ ਕਰੇ। ਉਹ ਸਾਰੇ ਗੁਣ ਤੁਹਾਨੂੰ ਆਪਣੇ ਅੰਦਰ ਪੈਦਾ ਕਰਨੇ ਪੈਣਗੇ ਜਿਸ ਨਾਲ ਕਿ ਕੋਈ ਤੁਹਾਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੇ। ਇਸ ਨਾਲ ਕੀ ਇਹ ਨਹੀਂ ਹੋਏਗਾ ਕਿ ਮੁੰਡੇ ਕੁੜੀਆਂ ਆਪਸ 'ਚ ਗੱਲਾਂ ਕਰਨਾ ਸਿੱਖਣਗੇ, ਇੱਕ ਦੂਜੇ ਨੂੰ ਇੱਕ ਦੂਜੇ ਦੇ ਲਾਇਕ ਬਣਾਉਣਾ ਸਿੱਖਣਗੇ। ਹੁਣ ਜਿਹਾ ਤਾਂ ਨਹੀਂ ਹੋ ਸਕੇਗਾ ਕਿ ਮੁੰਡੇ ਨੇ ਪੂਰੀ ਉਮਰ ਕਿਸੇ ਕੁੜੀ ਨਾਲ ਗੱਲ ਹੀ ਨਾ ਕੀਤੀ ਹੋਵੇ, ਜਾਂ ਰਾਹ ਜਾਂਦੇ ਸਿਰਫ ਕਮੈਂਟ ਹੀ ਪਾਸ ਕੀਤੇ ਹੋਣ, ਕਿਸੇ ਕੁੜੀ ਨੂੰ ਦੋਸਤ ਤੱਕ ਨਾ ਬਣਾਇਆ ਹੋਵੇ, ਜਾਂ ਕਿਸੇ ਕੁੜੀ ਦਾ ਹੱਥ ਫੜਨ ਤੱਕ ਦੀ ਹਿੰਮਤ ਨਾ ਹੋਵੇ ਉਸ 'ਚ, ਤੇ ਨਾ ਹੀ ਕਿਸੇ ਨਾਲ ਪਿਆਰ ਕਰਨਾ ਸਿੱਖਿਆ ਹੋਵੇ ਉਹਨੇ। ਫਿਰ ਵੀ ਉਹ ਵਿਆਹ ਨੂੰ ਲੈ ਕੇ ਬੇਫਿਕਰ ਰਹੇ, ਕਿਉਂਕਿ ਉਹਨੂੰ ਪਤਾ ਹੈ ਕਿ ਜਿਵੇਂ ਹੀ ਉਹਨੂੰ ਕੋਈ ਨੌਕਰੀ ਮਿਲ ਜਾਏਗੀ ਜਾਂ ਉਹਦੇ ਘਰ ਠੀਕ ਠਾਕ ਜ਼ਮੀਨ ਹੈ ਤਾਂ ਉਹਨੂੰ
ਘਰ ਵਾਲੀ ਕਿਵੇਂ ਨਾ ਕਿਵੇਂ ਮਿਲ ਹੀ ਜਾਏਗੀ। ਆਖਰ ਇੱਕ ਮੁੰਡੇ ਨੂੰ ਇੱਕ ਕੁੜੀ ਨਾਲ ਚੰਗਾ ਜੀਵਨ ਜਿਉਣ ਦੀ ਤਿਆਰੀ ਤੋਂ ਪਹਿਲਾਂ ਹੀ ਕਿਉਂ ਨਹੀਂ ਕਰਨੀ ਚਾਹੀਦੀ। ਠੀਕ ਇਸੇ ਤਰ੍ਹਾਂ ਉਸੇ ਸਮਾਜ 'ਚ ਇੱਕ ਕੁੜੀ ਵੀ ਹੈ ਜਿਹਨੇ ਕਦੇ ਕਿਸੇ ਮੁੰਡੇ ਨਾਲ ਗੱਲ ਨਹੀਂ ਕੀਤੀ। ਉਹਨੇ ਤਾਂ ਕਦੇ ਕਿਸੇ ਨੂੰ ਦੋਸਤ ਬਣਾਇਆ ਹੈ, ਨਾ ਹੀ ਉਹਦੇ ਘਰ ਵਸਾਉਣ ਦਾ ਕੋਈ ਢੰਗ ਤਰੀਕਾ ਸਿੱਖਿਆ, ਨਾ ਖੁਦ ਘਰ ਦਾ ਇੰਤਜ਼ਾਮ ਕਰਨ ਦੀ ਕੋਈ ਕੋਸ਼ਿਸ਼ ਕੀਤੀ ਹੈ, ਨਾ ਆਪਣੇ ਘਰ ਦੇ ਸਾਰੇ ਬਿੱਲ ਭਰਨ ਦਾ ਸਲੀਕਾ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਠੀਕ ਸਮਾਂ ਆਉਣ 'ਤੇ ਉਹਦੇ ਮਾਂ-ਬਾਪ ਜਾਂ ਰਿਸ਼ਤੇਦਾਰ ਉਹਨੂੰ ਇੱਕ ਵਸਿਆ ਵਸਾਇਆ ਘਰ ਦਿਵਾ ਦੇਣਗੇ। ਪਰ ਜੇਕਰ ਉਹਨੂੰ ਇਸ ਗੱਲ ਦੀ ਗਰੰਟੀ ਨਹੀਂ ਦਿੱਤੀ ਗਈ ਹੁੰਦੀ, ਜੇਕਰ ਉਹਨੂੰ ਬਣਿਆ ਬਣਾਇਆ ਘਰ ਜਾਂ ਕਿਸੇ ਘਰ ਬਣਾਉਣ ਵਾਲੇ ਨਾਲ ਵਿਆਹੁਣ ਦਾ ਵਾਅਦਾ ਨਾ ਕੀਤਾ ਗਿਆ ਹੁੰਦਾ, ਤਾਂ ਸ਼ਾਇਦ ਉਹ ਉਸ ਦਿਸ਼ਾ 'ਚ ਖੁਦ ਮਿਹਨਤ ਕਰਦੀ, ਆਤਮ ਨਿਰਭਰ ਹੁੰਦੀ ਤੇ ਫੈਸਲਾ ਲੈਣ ਦੀ ਹਿੰਮਤ ਵੀ ਉਸ 'ਚ ਚੰਗੀ ਹੁੰਦੀ। ਖੈਰ, ਜੋ ਹੈ ਸੋ ਹੈ। ਮੈਂ ਵੀ ਕਿਤੋਂ ਦਾ ਕਿਤੇ ਦਿਮਾਗ ਭਜਾਉਣ ਲੱਗਦੀ ਹਾਂ। ਇਸ ਪ੍ਰਬੰਧ ਦੇ ਵੀ ਕੁਝ ਕਾਰਨ ਰਹੇ ਹੋਣਗੇ ਤੇ ਉਹਦੇ ਵੀ ਬਦਲ ਤਾਂ ਰਹੀ ਹਨ ਨਾ ਹੌਲੀ ਹੌਲੀ, ਇਹ ਵੀ ਤੇ ਅਸੀਂ ਵੀ। ਇੱਕ ਦਿਨ ਇਨਸਾਨ ਇਸ ਤਰ੍ਹਾਂ ਹੀ ਵਿਕਸਿਤ ਹੁੰਦੇ ਹੁੰਦੇ ਇੱਕਦਮ ਪਰਫੈਕਟ ਹੋ ਜਾਏਗਾ ਜਾਂ ਫਿਰ ਖਤਮ ਹੀ ਹੋ ਜਾਏਗਾ। ਮੈਂ ਫਿਰ ਸੋਚਣ ਲੱਗੀ, ਚੰਗਾ ਦਿਮਾਗ, ਹੁਣ ਏਦਾਂ ਕਰੋ ਕਿ ਸ਼ਾਂਤ ਹੋ ਜਾਓ ਤੇ ਅੱਜ ਸ਼ਹਿਰ ਵਿੱਚ ਮਜ਼ੇ ਲਓ। ਵਿਕਟਰ ਦੇ ਨਾਲ ਮੈਂ ਉਹਦੇ ਦਫ਼ਤਰ ਦੇ ਨਜ਼ਦੀਕ ਤੱਕ ਆ ਗਈ, ਜੋ ਸ਼ਹਿਰ ਦੇ ਨੇੜੇ ਸੀ। ਉਹਨੇ ਮੈਨੂੰ ਰਾਹ 'ਚ ਦੱਸਿਆ ਕਿ ਰਾਤ ਨੂੰ ਸ਼ਾਇਦ ਕੁਝ ਹੋਰ ਮਹਿਮਾਨ ਘਰ ਆਉਣ ਵਾਲੇ ਹਨ ਤੇ ਉਹ ਸ਼ਾਮ 6 ਵਜੇ ਤੱਕ ਹੀ ਘਰ ਵਾਪਸ ਆਏਗਾ। ਮਤਲਬ ਕਿ ਮੈਂ ਉਹ ਤੋਂ ਬਾਅਦ ਹੀ ਘਰ ਆਉਣਾ ਹੋਏਗਾ, ਕਿਉਂਕਿ ਚਾਬੀ ਮੇਰੇ ਕੋਲ ਤਾਂ ਸੀ ਨਹੀਂ। ਚਲੋ ਵੈਸੇ ਵੀ ਮੈਂ ਉਹ ਤੋਂ ਪਹਿਲਾਂ ਕਿੱਥੇ ਆਉਣ ਵਾਲੀ ਸੀ। ਹੁਣ ਸ਼ਹਿਰਾਂ ਦੀਆਂ ਰਾਤਾਂ ਦੇਖਣ ਦਾ ਚਸਕਾ ਜੋ ਲੱਗ ਗਿਆ ਸੀ। ਬਰਾਤਸਿਲਵਾ ਦੀਆਂ ਸੜਕਾਂ 'ਚ ਗੁਆਚਣਾ ਬਾਕੀ ਸ਼ਹਿਰਾਂ ਦੀਆਂ ਸੜਕਾਂ 'ਚ ਗੁਆਚਣ ਜਿਹਾ ਨਹੀਂ ਸੀ। ਸਿਟੀ ਸੈਂਟਰ ਵੱਲ ਵਧਦੇ ਹੋਏ ਜਦ ਮੈਂ ਇੱਕ ਗਲਤ ਸੜਕ ਫੜ ਲਈ ਤਾਂ ਪਹਿਲਾਂ ਖਿਆਲ ਇਹੀ ਆਇਆ ਕਿ ਕੋਈ ਨਹੀਂ, ਅੱਗੇ ਤੋਂ ਬਦਲ ਲਵਾਂਗੀ। ਪਰ ਅੱਧਾ ਘੰਟਾ ਤੁਰਨ ਤੋਂ ਬਾਅਦ ਸਮਝ ਆਇਆ ਕਿ ਇਸ ਰਾਹ 'ਤੇ ਤਾਂ ਅੱਗੇ ਤੋਂ ਬਦਲ ਲੈਣਾ ਕਿਵੇਂ ਵੀ ਸੰਭਵ ਨਹੀਂ। ਬਰਾਤਿਸਲਾਵਾ ਵਿੱਚ ਗਲਤ ਸੜਕ ਫੜਨ ਦਾ ਅਰਥ ਹੋਇਆ ਇੱਕ ਪਹਾੜੀ ਦੀ ਬਜਾਏ ਦੂਜੀ ਪਹਾੜੀ 'ਤੇ ਚੜ੍ਹ ਜਾਣਾ, ਤੇ ਜੇਕਰ ਸਹੀ ਰਾਹ ਫੜਨਾ ਹੈ ਤਾਂ ਵਾਪਸ ਉਸੇ ਰਾਹ 'ਤੇ ਪਹਾੜੀ ਉਤਰਨੀ ਹੋਏਗੀ, ਫੇਰ ਜਾ ਕੇ ਅੱਗੇ ਰਾਹ ਮਿਲੇਗਾ। ਚੜ੍ਹਦੇ ਸਮੇਂ ਬਿਲਕੁਲ ਨਹੀਂ ਲੱਗਿਆ ਸੀ ਕਿ ਪਹਾੜ ਚੜ੍ਹ ਰਹੀ ਹਾਂ। ਸਾਹਮਣੇ ਸਿਰਫ ਉਚਾਈ ਦਿਖਾਈ ਦਿੱਤੀ, ਕੁਝ, ਫਿਰ ਉਸ ਤੋਂ ਬਾਅਦ ਸਮਤਲ ਜ਼ਮੀਨ ਤੇ ਫਿਰ ਥੋੜ੍ਹੀ ਜਿਹੀ ਉਚਾਈ। ਇੰਝ ਥੋੜ੍ਹੀ ਥੋੜ੍ਹੀ ਉਚਾਈ ਚੜ੍ਹਦੇ ਚੜ੍ਹਦੇ ਅਚਾਨਕ ਤੋਂ ਸ਼ਹਿਰ ਦੇ ਇੱਕ ਪਾਸੇ ਦੀਆਂ ਇਮਾਰਤਾਂ ਜਦੋਂ ਮੈਨੂੰ ਖਿਡੌਣੇ ਵਾਂਗ ਦਿਸਣ ਲੱਗਦੀਆਂ, ਤਾਂ ਫਿਰ ਜਾ ਕੇ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਤਾਂ ਪਹਾੜ ਚੜ੍ਹ ਗਈ ਹਾਂ। ਪਰ ਕਿਸੇ ਨਵੇਂ ਸ਼ਹਿਰ 'ਚ ਰਾਹ ਭੁੱਲ ਜਾਣ ਦਾ ਦੁੱਖ ਨਹੀਂ ਦੇ ਬਰਾਬਰ ਹੀ ਹੁੰਦਾ, ਕਿਉਂਕਿ ਗਲਤ ਜਾਂ ਸਹੀ ਰਾਹ ਤਾਂ ਮੰਜ਼ਿਲ ਤੈਅ ਕਰਦੀ ਹੈ ਨਾ। ਨਵੇਂ ਸ਼ਹਿਰ 'ਚ ਤਾਂ ਰਾਹ ਤੈਅ ਕਰਦੇ ਹਨ ਮੰਜ਼ਿਲ, ਜਿੱਥੇ ਰਾਹ ਲੈ ਜਾਵੇ ਉਹੀ ਮੰਜ਼ਿਲ ਬਣ ਜਾਂਦੀ ਹੈ। ਉਂਝ ਵੀ ਇੱਕ ਹਸੀਨ ਸੁਪਨੇ ਤੋਂ ਘੱਟ ਨਹੀਂ ਸੀ ਇਹ ਮੰਜ਼ਿਲ। ਪਹਾੜ ਦੇ ਉੱਪਰ ਅੰਗੂਰਾਂ ਦੇ ਬਾਗ ਸਨ, ਕਾਲੇ ਅੰਗੂਰ, ਹਰੇ ਅੰਗੂਰ ਤੇ ਇੰਨੇ ਨੇੜੇ ਕਿ ਹੱਥ ਅੱਗੇ ਵਧਾ ਕੇ ਤੋੜ ਲਓ। ਗਲੀਆਂ 'ਚ ਸੇਬ ਦੇ ਦਰਖਤ ਸਨ ਤੇ ਕਿਤੇ ਕਿਤੇ ਵਿੱਚ ਅੰਗੂਰਾਂ ਦੀਆਂ ਵੇਲਾਂ ਦੀ ਛਾਂ। ਇੱਕ ਵਾਰ ਦੇ ਲਈ ਤਾਂ ਮੈਨੂੰ ਲੱਗਿਆ ਜਿਵੇਂ ਮੈਂ ਚਾਰਲੀ ਫਰੂਟ ਫੈਕਟਰੀ 'ਚ ਚੱਲ ਰਹੀ ਹਾਂ। ਇੱਧਰ ਸਭ ਵੱਡੇ ਵੱਡੇ ਗਾਰਡਨ ਵਾਲੇ ਘਰ ਸਨ, ਜਿਨ੍ਹਾਂ 'ਚ ਸੇਬ ਦੇ ਦਰਖਤਾਂ ਦੇ ਝੂਲੇ ਲੱਗੇ ਸਨ। ਕਾਟੂਆਂ ਉਛਲ ਉਛਲ ਕੇ ਫਲ ਕੁਤਰ ਰਹੀਆਂ ਸਨ ਤੇ ਮੇਰੇ ਅੰਦਰ ਹੈਰਾਨੀ, ਖੁਸ਼ੀ ਤੇ ਜਲਨ, ਇਹ ਸਭ ਇਕੱਠਿਆਂ ਉੱਠ ਰਹੇ ਸਨ। ਕਿਹੋ ਜਿਹਾ ਹੁੰਦਾ ਹੋਏਗਾ ਨਾ ਇੱਥੇ ਰਹਿਣਾ। ਸੁਣਿਆ ਅਮੀਰ ਰੂਸੀ ਲੋਕਾਂ ਦੇ ਘਰ ਹਨ ਇਹ। ਵਿਕਟਰ ਰੂਸ ਨੂੰ ਨਹੀਂ ਪਸੰਦ, ਨਾ ਹੀ ਉਹਨੂੰ ਚੈਕ ਰਿਪਬਲਿਕ ਪਸੰਦ ਹੈ। ਉਹਨੂੰ ਲੱਗਦਾ ਹੈ ਕਿ ਦੋਨੋਂ ਦੇਸ਼ ਕਿਸੇ ਵੀ ਸਮੇਂ ਸਲੋਵਾਕੀਆ ਨੂੰ ਹੜੱਪ ਲੈਣਾ ਚਾਹੁੰਦੇ ਹਨ। ਉਹਦਾ ਕਹਿਣਾ ਹੈ ਕਿ ਚੈਕ ਲੋਕ ਤਾਂ ਸਲੋਵਾਕੀਆ ਨੂੰ ਅਲੱਗ ਦੇਸ਼ ਮੰਨਦੇ ਹੀ ਨਹੀਂ, ਤੇ ਜਿਸ ਤਰ੍ਹਾਂ ਰੂਸ ਯੂਕਰੇਨ ਨੂੰ ਹੜੱਪਣ 'ਚ ਲੱਗਾ ਹੈ, ਇਹ ਦੇਖ ਕੇ ਉਹਨੂੰ ਲੱਗਦਾ ਹੈ ਕਿ ਅਗਲਾ ਨੰਬਰ ਉਹਦੇ ਦੇਸ਼ ਦਾ ਹੈ। ਦੇਸ਼ ਭਗਤ ਹੋਣ ਦੇ ਨਾਲ ਨਾਲ ਮਿਹਨਤੀ ਵੀ ਹਨ ਸਲੋਵਾਕ ਲੋਕ। ਤਾਂ ਹੀ ਇੱਥੇ ਦਾ ਅਰਥਚਾਰਾ ਬਾਕੀ ਯੂਰਪ ਤੋਂ ਕਾਫੀ ਅੱਗੇ ਹੈ। ਵਿਕਟਰ ਨੇ ਤਾਂ ਦੱਸਿਆ ਕਿ ਬਰਾਤਸਲਾਵਾ ਵਿੱਚ ਰੁਜ਼ਗਾਰ ਦਾ ਪ੍ਰਤੀਸ਼ਤ 98.2 ਹੈ ਤੇ ਕਾਰਨ ਹੈ ਕਿ ਫੋਰਨ ਇਨਵੈਸਟਮੈਂਟ ਬਰਾਤਸਲਾਵਾ ਦੇ ਸਰਵਿਸ ਸੈਕਟਰ ਵਿੱਚ। ਇੱਥੇ ਟ੍ਰੇਡ, ਬੈਂਕਿੰਗ, IT, ਟੈਲੀਕਮਿਊਨੀਕੇਸ਼ਨ ਤੇ ਟੂਰਿਜ਼ਮ ਸਭ ਹਨ। ਇਹਨਾਂ ਵਿੱਚ ਸ਼ਹਿਰ ਦੀ
76% ਆਬਾਦੀ ਕੰਮ ਕਰਦੀ ਹੈ। ਪਤਾ ਨਹੀਂ ਕਿਸ ਕਾਰਨ ਮੈਨੂੰ ਸਲੋਵਾਕ ਲੋਕ ਬਿਲਕੁਲ ਯਾਦ ਨਹੀਂ ਹਨ। ਬਸ ਯਾਦ ਹਨ ਤਾਂ ਉੱਥੋਂ ਦੀਆਂ ਗਲੀਆਂ, ਇਮਾਰਤਾਂ, ਦੁਕਾਨਾਂ, ਹੋਟਲ, ਬੱਸ ਅੱਡੇ ਤੇ ਰੂਸੀ ਸ਼ਹੀਦਾਂ ਦੀ ਯਾਦਗਾਰ ਸਮਾਰਕ। ਇੱਥੋਂ ਦਾ ਕਿਲ੍ਹਾ ਤੇ ਕਿਲ੍ਹੇ ਤੋਂ ਦਿਖਦੀ ਡੈਨਿਊਬ ਨਦੀ, ਯੂਰਪ ਦੀ ਦੂਸਰੀ ਸਭ ਤੋਂ ਲੰਬੀ ਨਦੀ ਡੈਨਿਊਬ। ਮੈਨੂੰ ਤਾਂ ਇਹ ਵੀ ਯਾਦ ਨਹੀਂ ਕਿ ਮੈਂ ਬਰਾਤਿਸਲਾਵਾ ਕਿਉਂ ਆਈ ਸੀ। ਨਾਮੀ ਗ੍ਰਾਮੀ ਵਿਆਨਾ ਛੱਡ ਕੇ ਅਣਜਾਣ ਗੁੰਮਨਾਮ ਬਰਾਤਿਸਲਾਵਾ, ਤੇ ਆਈ ਵੀ ਸੀ ਤਾਂ ਬਸ ਇੱਕ ਦਿਨ ਦੇ ਲਈ। ਕੁਝ ਦੇਖਣ ਦਿਖਾਉਣ ਨੂੰ ਨਹੀਂ ਸੀ ਇਸ ਸ਼ਹਿਰ 'ਚ। ਮੇਰਾ ਮੇਜ਼ਬਾਨ ਵੀ ਥੋੜ੍ਹਾ ਹੈਰਾਨ ਸੀ ਕਿ ਭਾਰਤ ਤੋਂ ਬਰਾਤਿਸਲਾਵਾ ਮੈਂ ਕੀ ਕਰਨ ਆ ਗਈ ਸੀ। ਹੁਣ ਮੈਨੂੰ ਲੱਗਦਾ ਹੈ ਕਿ ਉੱਥੇ ਕੁਝ ਕਰਨ ਨੂੰ ਨਹੀਂ, ਮੈਂ ਸਿਰਫ ਇਸ ਲਈ ਪਹੁੰਚ ਗਈ ਸੀ ਕਿਉਂਕਿ ਮੈਂ ਉੱਥੋਂ ਤੱਕ ਪਹੁੰਚ ਸਕਦੀ ਸੀ। ਦਰਅਸਲ ਦੇਖਣਾ ਤਾਂ ਮੈਂ ਇਹੀ ਸੀ ਨਾ ਕਿ ਮੈਂ ਕਿੱਥੋਂ ਤੱਕ ਇੱਕਦਮ ਬੇਫਿਕਰ ਜਾ ਸਕਦੀ ਹਾਂ, ਤੇ ਮੈਂ ਜਾਣਨਾ ਤਾਂ ਇਹੀ ਸੀ ਕਿ ਧਰਤੀ ਦੇ ਇਸੇ ਖੂੰਜੇ ਜਿਹਦਾ ਸਾਨੂੰ ਨਾਮ ਤੱਕ ਨਹੀਂ ਪਤਾ, ਕਿ ਮੈਂ ਉੱਥੇ ਵੀ ਬੇਫਿਕਰ ਘੁੰਮ ਸਕਦੀ ਹਾਂ। ਤਾਂ ਬਸ ਮੈਨੂੰ ਬੇਫਿਕਰ ਘੁੰਮਣ ਦੀ ਜੋ ਆਦਤ ਲੱਗ ਗਈ ਸੀ, ਉਹਦੇ ਲਈ ਨਵੇਂ-ਨਵੇਂ ਸ਼ਹਿਰਾਂ ਦਾ ਮਨ ਮਿਜਾਜ਼ ਜਾਂਚ ਰਹੀ ਸੀ। ਦੇਖਣ ਦਿਖਾਣ ਨੂੰ ਇੱਥੇ ਕੁਛ ਨਾ ਹੋਣ ਦੀ ਵਜ੍ਹਾ ਨਾਲ ਇਸ ਸ਼ਹਿਰ 'ਚ ਇੱਕ ਵੱਖਰੀ ਜਿਹੀ ਆਜ਼ਾਦੀ ਸੀ। ਜਦੋਂ ਸ਼ਹਿਰ 'ਚ ਬਹੁਤ ਕੁਝ ਦੇਖਣਾ ਹੁੰਦਾ ਹੈ, ਕਰਨ ਨੂੰ ਬਹੁਤ ਕੁਝ ਰਹਿੰਦਾ ਹੈ, ਉਦੋਂ ਇੱਕ ਤਰ੍ਹਾਂ ਦਾ ਦਬਾਅ ਜਿਹਾ ਰਹਿੰਦਾ ਹੈ। ਕੁਝ ਦੇਖਣ ਦਾ ਏਜੰਡਾ ਨਾ ਵੀ ਹੋਵੇ ਤਾਂ ਵੀ ਦਿਮਾਗ ਵਿੱਚ ਕਿਤੋਂ ਅਜਿਹੀ ਗੱਲ ਆਈ ਜਾਂਦੀ ਹੈ ਕਿ ਕੁਝ ਦੇਖਿਆ ਨਹੀਂ, ਜਾਂ ਇੰਨੀ ਦੂਰ ਆਏ ਹਾਂ ਤਾਂ ਕੁਝ ਦੇਖ ਤਾਂ ਲਈਏ। ਇੱਥੇ ਉਹ ਦਬਾਅ ਵੀ ਨਹੀਂ ਹੈ, ਬਸ ਚੱਲਦੇ ਰਹੋ। ਇੱਥੇ ਕੁਝ ਵੀ ਖੋਹਣ ਦਾ ਡਰ ਨਹੀਂ ਹੈ, ਕੁਝ ਵੀ ਨਾ ਦੇਖਣ ਦਾ ਦਰਦ ਨਹੀਂ ਹੈ। ਇੰਝ ਇੱਕ ਗਲੀ ਤੋਂ ਦੂਜੀ ਗਲੀ ਫਿਰਦੀ ਰਹੀ। ਮੈਂ ਕੈਮਰੇ ਨੂੰ ਆਟੋ ਟਾਈਮਰ 'ਤੇ ਲਾ ਕੇ ਬਹੁਤ ਸਾਰੀਆਂ ਆਪਣੀਆਂ ਤਸਵੀਰਾਂ ਖਿੱਚ ਲਈਆਂ। ਅਜਿਹਾ ਹੋਇਆ ਕਿ ਮੈਂ ਇੱਕ ਹੀ ਗਲੀ 'ਚ 10 ਮਿੰਟ ਤੱਕ ਫੋਟੋਆਂ ਖਿੱਚਦੀ ਰਹੀ ਤੇ ਇੱਕ ਵੀ ਇਨਸਾਨ ਉੱਧਰੋਂ ਨਹੀਂ ਲੰਘਿਆ। ਇੱਕਦਮ ਖਾਲੀ ਜਿਹਾ ਸੀ ਸ਼ਹਿਰ, ਤੇ ਇਮਾਰਤਾਂ ਦੇ ਰੰਗ ਇੰਨੇ ਸੁੰਦਰ ਕਿ ਮੇਰਾ ਸਧਾਰਨ ਕੈਮਰਾ ਇਹਨਾਂ ਨੂੰ ਕੈਦ ਨਹੀਂ ਕਰ ਸਕਿਆ। ਗੁਲਾਬੀ, ਸੰਤਰੀ, ਮਹਿੰਦੀ, ਜਾਮਣੀ, ਪੀਲੇ ਤੇ ਫਿਰ ਕਿਤੇ ਇੱਕਦਮ ਸਫੈਦ। ਮੈਂ ਸਾਰੀਆਂ ਇਮਾਰਤਾਂ ਨਾਲ ਆਪਣੀ ਫੋਟੋ ਖਿੱਚੀ। ਸੜਕ ਦੇ ਵਿਚਕਾਰ ਬੈਠ ਕੇ, ਲੇਟ ਕੇ, ਉਛਲ ਕੇ ਫੋਟੋਆਂ ਖਿੱਚੀਆਂ। ਉਸ ਸਮੇਂ ਨਾ ਤਾਂ ਕੋਈ ਗੱਡੀ ਆਈ, ਨਾ ਕੋਈ ਇਨਸਾਨ ਆਇਆ। ਕਹਿਣ ਨੂੰ ਇਹ ਸ਼ਹਿਰ ਸਲੋਵਾਕੀਆ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਸ਼ਹਿਰ ਹੈ, ਜਿਸ ਦੀ ਆਬਾਦੀ ਹੈ ਕੁੱਲ 5 ਲੱਖ। ਪਰ ਲੋਕ ਇੰਨੇ ਘੱਟ ਹਨ ਸ਼ਹਿਰ ਵਿੱਚ ਕਿ ਲੱਗਦਾ ਜਿਵੇਂ ਕੋਈ ਰਾਸ਼ਟਰੀ ਛੁੱਟੀ ਹੋਵੇ। ਮੈਂ ਜਾਣਿਆ ਕਿ ਲੋਕ ਇੱਥੇ ਉਮਰ ਵੇਖ ਕੇ ਬੱਚੇ ਪੈਦਾ ਨਹੀਂ ਕਰਦੇ। ਜਿਵੇਂ ਸਾਡੇ ਇੱਥੇ ਵਿਆਹ ਦੇ 1-2 ਸਾਲ ਦੇ ਬਾਅਦ ਤਾਂ ਜ਼ਰੂਰ, ਤੇ 30 ਤੋਂ ਪਹਿਲਾਂ ਬੱਚੇ ਪੈਦਾ ਹੋ ਜਾਣੇ ਚਾਹੀਦੇ ਹਨ, ਤੇ 2 ਬੱਚੇ ਤਾਂ ਹੋਣੇ ਚਾਹੀਦੇ ਹੈ। ਇਹੋ ਜਿਹੀਆਂ ਗੱਲਾਂ ਹੁੰਦੀਆਂ। ਅਜਿਹਾ ਉੱਥੇ ਨਹੀਂ ਹੈ। ਇੱਥੇ ਲੋਕ ਬੱਚੇ ਉਦੋਂ ਪੈਦਾ ਕਰਦੇ ਆ ਜਦੋਂ ਉਹ ਅਸਲ 'ਚ ਮਾਂ ਜਾਂ ਬਾਪ ਬਣਨ ਦੀ ਜ਼ਰੂਰਤ ਮਹਿਸੂਸ ਕਰਦੇ ਆ, ਤੇ ਜਦੋਂ ਅਜਿਹੀ ਜ਼ਰੂਰਤ ਮਹਿਸੂਸ ਕਰਦੇ ਆ ਤਦ ਵੀ ਵਿਆਹ ਉਹਨਾਂ ਦੀ ਬਹੁਤ ਲਾਜ਼ਮੀ ਸ਼ਰਤ ਨਹੀਂ ਹੈ। ਮੈਂ ਚਲਦੀ ਬਰਾਤਿਸਲਾਵਾ ਦੇ ਕਿਲ੍ਹੇ ਵੱਲ ਆ ਗਈ। ਹੁਣ ਕਿਲ੍ਹਾ ਤਾਂ ਮੈਨੂੰ ਦਿਸ ਰਿਹਾ ਸੀ ਪਰ ਰਾਹ ਨਹੀਂ। ਕਿਲ੍ਹਾ ਉੱਚੀ ਪਹਾੜੀ 'ਤੇ ਸੀ। ਮੈਂ ਉਹਦੀ ਸੇਧ ਵਿੱਚ ਚਲਦੀ ਗਈ, ਪਰ ਇਹ ਕੀ, ਵਿਚਕਾਰ ਤਾਂ ਘਰ ਆ ਗਏ। ਇਹ ਤੋਂ ਪਹਿਲਾਂ ਕਿ ਵਾਪਸ ਮੁੜਦੀ, ਇੱਕ ਘਰ ਦੀ ਕੰਧ ਉੱਤੇ ਉੱਪਰ ਵੱਲ ਇਸ਼ਾਰਾ ਕਰਦਾ ਇੱਕ ਤੀਰ ਦਾ ਨਿਸ਼ਾਨ ਦਿਸਿਆ। ਸ਼ਾਇਦ ਰਾਹ ਇਸੇ ਵਿੱਚੋਂ ਹੀ ਹੈ। ਅਜਿਹਾ ਸੋਚ ਮੈਂ ਗੇਟ ਖੋਲ੍ਹ ਕੇ ਘਰ ਦੇ ਅੰਦਰ ਵੜ ਗਈ। ਇੱਕ ਢਹਿ ਢੇਰੀ ਹੋਇਆ ਪੁਰਾਣਾ ਵੱਡਾ ਜਿਹਾ ਘਰ ਸੀ, ਜਿਹੋ ਜਿਹੇ ਘਰ ਮੈਂ ਕਲਕੱਤੇ 'ਚ ਦੇਖੇ ਸੀ। ਅਜਿਹਾ ਹੀ ਇੱਕ, ਲੱਕੜੀ ਦੇ ਛੱਜੇ ਤੇ ਰੰਗੀਨ ਕੱਚ ਦੀਆਂ ਖਿੜਕੀਆਂ, ਕੰਧਾਂ ਤੋਂ ਉਤਰਦਾ ਰੰਗ, ਉਹਦੇ ਵੀ ਹੇਠਾਂ ਤੋਂ ਸੀਮੈਂਟ ਤੇ ਉਹਦੇ ਅੰਦਰੋਂ ਝਾਕਦੀਆਂ ਲਾਲ ਇੱਟਾਂ, ਬਿਲਕੁਲ ਆਪਣੇ ਦੇਸ਼ ਵਾਂਗ। ਇਸ ਘਰ ਦੀਆਂ ਪੌੜੀਆਂ ਚੜ੍ਹਦੇ ਹੀ ਉੱਪਰ ਦੂਸਰੀ ਸੜਕ ਆ ਗਈ, ਤੇ ਗੋਲ ਸੜਕ ਉੱਤੇ ਘਰ ਬਣੇ ਸਨ। ਸੂਹੇ ਲਾਲ ਤੇ ਸਫੈਦ ਰੰਗ ਦੇ ਕਿਲ੍ਹੇ ਦੇ ਨਾਲ ਮੇਰੀ ਨੀਲੀ ਤੇ ਸਫੈਦ ਰੰਗਾਂ ਵਾਲੀ ਡਰੈਸ ਬਹੁਤ ਜੱਚ ਰਹੀ ਸੀ। ਇਸ ਲਈ ਇੱਥੇ ਵੀ ਮੈਂ ਬਹੁਤ ਸਾਰੀਆਂ ਫੋਟੋਆਂ ਖਿੱਚੀਆਂ ਤੇ ਬਿਨਾਂ ਕਿਲ੍ਹੇ ਦੇ ਬਾਰੇ 'ਚ ਪੜ੍ਹੇ ਜਾਂ ਅੰਦਰ ਜਾਣ ਦੀ ਕੋਸ਼ਿਸ਼ ਕੀਤੇ ਬਿਨਾਂ ਦੂਸਰੀ ਪਹਾੜੀ ਤੇ ਦੂਸਰੇ ਪਾਸੇ ਤੋਂ ਹੇਠਾਂ ਉਤਰ ਆਈ। ਕੰਧਾਂ ਉੱਤੇ ਕਿੰਨੀਆਂ ਕਲਾਕ੍ਰਿਤੀਆਂ ਬਣਾਉਂਦੇ ਹਨ ਲੋਕ ਇੱਥੇ। ਜਦੋਂ ਹੇਠਾਂ ਆਈ, ਇੱਕ ਪੁਲ ਦੇ ਥੱਲੇ ਬਹੁਤ ਸਾਰੀਆਂ ਬੱਸਾਂ ਖੜੀਆਂ ਸਨ ਤੇ ਆਸੇ-ਪਾਸੇ ਦੀਆਂ ਕੰਧਾਂ ਉੱਤੇ ਖੰਭਿਆਂ ਦੇ ਤਰ੍ਹਾਂ ਦੀ ਚਿੱਤਰਕਾਰੀ ਕੀਤੀ ਸੀ। ਇੱਕ ਵਾਰ ਤਾਂ ਲੱਗਿਆ ਕਿ ਬੱਸ ਅੱਡਾ ਹੈ, ਫਿਰ ਲੱਗਿਆ ਕਿ ਚਿੱਤਰਕਲਾ ਦੀ ਕੋਈ ਪ੍ਰਦਰਸ਼ਨੀ ਹੈ ਜਿਹਨੂੰ ਵੇਖਣ ਲੋਕ ਇਹਨਾਂ ਬੱਸਾਂ 'ਚ ਇੱਥੇ ਆਏ ਹੋਣਗੇ। ਪਰ ਧਿਆਨ ਦੇਣ ਤੋਂ ਇਹ ਵੀ ਪਤਾ ਲੱਗਿਆ ਕਿ ਸ਼ਾਇਦ ਇਹ ਪੁਲ ਦੇ ਥੱਲੇ ਦੀ ਬੇਕਾਰ ਜ਼ਮੀਨ ਨੂੰ ਸੋਹਣਾ ਤੇ ਵਰਤੋਂਯੋਗ ਬਣਾਉਣ ਦਾ ਸਹੀ ਇੰਤਜ਼ਾਮ ਹੈ। ਕਾਸ਼ ਇਹੋ ਜਿਹਾ ਆਪਣੇ ਇੱਥੇ ਵੀ ਹੋ ਜਾਏ। ਸਿਟੀ ਸੈਂਟਰ ਵਿੱਚ ਬਹੁਤ ਚਹਿਲ ਪਹਿਲ ਸੀ। ਛੋਟੀਆਂ ਦੁਕਾਨਾਂ ਵੀ ਭੀੜੀਆਂ
ਪੱਥਰ ਦੀਆਂ ਗਲੀਆਂ ਤੇ ਗਲੀਆਂ 'ਚ ਬਾਹਰ ਲੱਗੀਆਂ ਕੁਰਸੀਆਂ। ਲੱਗਦਾ ਇੱਥੇ ਗੱਡੀਆਂ ਦੀ ਮਨਾਹੀ ਹੈ, ਇਸੇ ਲਈ ਖਾਣ ਪੀਣ ਵਾਲੀਆਂ ਦੁਕਾਨਾਂ ਦੀਆਂ ਕੁਰਸੀਆਂ ਬਾਹਰ ਸੜਕਾਂ ਤੇ ਲੱਗੀਆਂ ਹਨ। ਤੇਜ਼ ਧੁੱਪ ਦੇ ਕਾਰਨ ਕੁਰਸੀਆਂ ਤੇ ਛਤਰੀਆਂ ਵੀ ਲੱਗੀਆਂ ਹਨ। ਖਾਣ ਪੀਣ ਦੀਆਂ ਜ਼ਿਆਦਾਤਰ ਦੁਕਾਨਾਂ ਦੇ ਸਾਹਮਣੇ ਪਾਰੰਪਰਿਕ ਸਲੋਵਾਕ ਖਾਣੇ ਦੇ ਪੋਸਟਰ ਤੇ ਤਸਵੀਰਾਂ ਲੱਗੀਆਂ ਹੋਈਆਂ ਹਨ। ਕਿਸੇ ਵੀ ਜਗ੍ਹਾ ਦਾ ਪਾਰੰਪਰਿਕ ਭੋਜਨ ਦੇਖ ਕੇ ਉਹਨੂੰ ਖਾਣ ਨੂੰ ਤਾਂ ਦਿਲ ਕਰਦਾ ਹੈ, ਪਰ ਇੱਥੇ ਤਾਂ ਦਰਜਨਾਂ ਅਜਿਹੀਆਂ ਦੁਕਾਨਾਂ ਸੀ ਜਿਹੜੀਆਂ ਸਭ ਤੋਂ ਜ਼ਿਆਦਾ ਅਸਲੀ ਰਵਾਇਤੀ ਖਾਣਾ ਪਰੋਸਣ ਦਾ ਵਾਅਦਾ ਕਰ ਰਹੀਆਂ ਸਨ। ਮੈਂ ਬਹੁਤ ਦੇਰ ਤੱਕ ਉਸ ਖਾਣ ਪੀਣ ਦੀ ਗਲੀ ਦੇ ਚੱਕਰ ਲਾਉਂਦੀ ਰਹੀ। ਬਾਹਰ ਲਿਖੇ ਸੂਚੀ ਨੂੰ ਪੜ੍ਹਦੀ ਰਹੀ। 15 ਤੋਂ 20 ਯੂਰੋ 'ਚ ਇੱਥੇ ਲੰਚ ਦੇ ਲਈ ਕੋਈ ਇੱਕ ਰਵਾਇਤੀ ਡਿਸ਼ ਮਿਲ ਹੀ ਜਾਂਦੀ ਸੀ। ਕੁਝ ਪੀਣ ਨੂੰ ਲਈਏ ਤਾਂ ਉਹਦਾ ਖਰਚਾ ਵੱਖ। ਇੱਕ ਵਾਰ ਤਾਂ ਲੱਗਿਆ ਕਿ ਕਿਸੇ ਵੀ ਦੁਕਾਨ 'ਚ ਬੈਠ ਜਾਵਾਂ ਤੇ ਬਾਹਰ ਪੋਸਟਰ ਉੱਤੇ ਛਪੀਆਂ ਚੀਜ਼ਾਂ ਆਰਡਰ ਕਰ ਦੇਵਾਂ। ਫਿਰ ਪਤਾ ਲੱਗਿਆ ਕਿ ਮਹਿੰਗਾ ਹੈ ਤੇ ਪਤਾ ਵੀ ਨਹੀਂ ਕਿ ਕਿੰਨਾ ਅਥੈਂਟਿਕ ਹੋਏਗਾ। ਕਿਤੇ ਪੈਸੇ ਵੀ ਲੱਗ ਜਾਣ ਤੇ ਸਵਾਦ ਵੀ ਨਾ ਆਇਆ। ਫਿਰ ਪਹਿਲਾਂ ਵਾਲਾ ਮਨ ਕਹਿਣ ਲੱਗਾ ਕਿ ਕੋਸ਼ਿਸ਼ ਤਾਂ ਕਰੂ, ਕੀ ਪਤਾ ਵਧੀਆ ਹੋਵੇ। ਫਿਰ ਬੈਠਣ ਨੂੰ ਵੀ ਮਿਲੇਗਾ, ਪਾਣੀ ਤੇ ਸੁਸੂ ਦਾ ਵੀ ਇੰਤਜ਼ਾਮ ਹੋ ਜਾਏਗਾ। ਪਾਣੀ ਤੋਂ ਵੀ ਜ਼ਿਆਦਾ ਸੁਸੂ ਦੀ ਦਿੱਕਤ ਰਹਿੰਦੀ ਹੈ ਘੁੰਮਦੇ ਸਮੇਂ। ਪੂਰੇ ਦਿਨ ਚੱਲਦੇ ਹਾਂ ਤਾਂ ਪਾਣੀ ਪੀਂਦੇ ਰਹਿਣਾ ਹੀ ਸਮਝਦਾਰੀ ਹੈ, ਪਰ ਫਿਰ ਸੁਸੂ ਦੀ ਸਮੱਸਿਆ ਹੋ ਜਾਂਦੀ ਹੈ। ਪਾਣੀ ਦੀ ਬੋਤਲ ਦੀ ਤਰ੍ਹਾਂ ਸੁਸੂ ਦੀ ਬੋਤਲ ਹੋਣੀ ਚਾਹੀਦੀ ਹੈ। ਘੁੰਮਦੇ ਸਮੇਂ ਹਰ 2-3 ਘੰਟਿਆਂ 'ਚ ਪ੍ਰੈਸ਼ਰ ਪੈ ਜਾਂਦਾ ਹੈ ਤੇ ਉਸ ਸਮੇਂ ਉਸ ਜਗ੍ਹਾ ਦੀ ਤਲਾਸ਼ ਸ਼ੁਰੂ ਹੋ ਜਾਂਦੀ ਹੈ। ਤੁਹਾਡੇ ਅੱਗੇ ਦੀ ਯਾਤਰਾ ਉਸ ਜਗ੍ਹਾ ਦੀ ਤਲਾਸ਼ ਤੈਅ ਕਰਦੀ ਹੈ। ਜੇਕਰ ਪਬਲਿਕ ਪਖਾਨਾ ਨਹੀਂ ਮਿਲਿਆ ਤਾਂ ਕੈਫੇ ਦੀ ਸ਼ਰਨ ਲੈਣੀ ਪੈਂਦੀ ਹੈ, ਪਰ ਉੱਥੇ ਵੀ ਕੁਝ ਚਾਹ ਕੌਫੀ ਆਰਡਰ ਕਰਨੀ ਪੈਂਦੀ ਹੈ। ਹੁਣ ਇੱਕ ਦਿਨ 'ਚ ਕਿੰਨੀ ਚਾਹ ਕੌਫੀ ਪੀਵੇਗਾ ਕੋਈ ਭਲਾ। ਕਿਸੇ ਕੈਫੇ 'ਚ ਵੈਸੇ 50 ਪੈਂਸ ਯਾਨੀ ਕਿ ਲਗਭਗ 60-70 ਰੁਪਏ ਸਿਰਫ ਪਖਾਨਾ ਇਸਤੇਮਾਲ ਕਰਨ ਦੇ ਹਨ, ਪਰ ਹਰ ਵਾਰ ਇੰਨੇ ਪੈਸੇ ਦੇਣ ਨੂੰ ਵੀ ਦਿਲ ਨਹੀਂ ਕਰਦਾ, ਜਦੋਂ ਤੱਕ ਕਿ ਮਾਮਲਾ ਬਿਲਕੁਲ ਵੀ ਨਾਜ਼ੁਕ ਨਾ ਹੋ ਜਾਏ। ਇਹੋ ਜਿਹੇ ਸਮੇਂ 'ਚ ਵੀ ਫ੍ਰੀ ਪਬਲਿਕ ਪਖਾਨਾ ਦਿਖਣ ਤੇ ਹਜ਼ਾਰਾਂ ਅਸੀਸਾਂ ਨਿਕਲਦੀਆਂ ਹਨ ਉੱਥੋਂ ਦੀ ਸਰਕਾਰ ਦੇ ਨਾਮ। ਖੈਰ, ਜਦੋਂ ਗੱਲ ਖਾਣ ਪੀਣ ਤੋਂ ਜ਼ਿਆਦਾ ਦੀ ਸੀ ਤਾਂ ਪਹਿਲਾਂ ਵਾਲਾ ਮਨ ਪੂਰੀ ਤਰ੍ਹਾਂ ਹਾਵੀ ਹੋ ਗਿਆ ਕਿ ਇੱਥੇ ਪੈਸੇ ਖਰਚ ਕਰ ਹੀ ਦਿਓ। ਫਿਰ ਵੀ 2-2.5 ਹਜ਼ਾਰ ਰੁਪਏ ਦਾ ਲੰਚ ਕਰਨ ਦੇ ਫੈਸਲੇ ਦੇ ਕਾਰਨ ਕੰਜੂਸ ਮਨ ਦੁਖੀ ਹੈ ਕਿ ਅੰਦਰੋਂ ਅੰਦਰ ਹੀ ਆਪਣੀਆਂ ਦਲੀਲਾਂ ਜਾਰੀ ਰੱਖਦਾ ਹੈ। ਮੀਟ ਤਾਂ ਤੈਨੂੰ ਪਸੰਦ ਹੀ ਨਹੀਂ ਹੈ, ਜ਼ਰੂਰ ਇੱਥੋਂ ਦਾ ਖਾਣਾ ਚੰਗਾ ਨਹੀਂ ਹੋਊਗਾ, ਫਿਰ ਤੂੰ ਖਾ ਕੇ ਪਛਤਾਏਂਗੀ। ਹੁਣ ਤੱਕ ਬੁੱਢਾ ਪੇਸਟ ਵਿੱਚ ਰਹਿਣ ਦਾ ਇੰਤਜ਼ਾਮ ਬਸ ਇੱਕ ਹੀ ਰਾਤ ਦਾ ਹੋਇਆ ਹੈ, ਦੂਜੀ ਰਾਤ ਲਈ ਹੋਟਲ ਲੈਣਾ ਪੈ ਸਕਦਾ ਹੈ। ਐਵੇਂ ਫਾਲਤੂ ਖਰਚ ਲਈ ਪੈਸੇ ਨਹੀਂ ਹਨ ਤੇਰੇ ਕੋਲ। ਪਰ ਇਹ ਸਭ ਦਲੀਲਾਂ ਦੇ ਬਾਵਜੂਦ ਹੁਣ ਮੈਂ ਇੱਕ ਢਾਬੇ ਦੇ ਅੰਦਰ ਦਾਖਲ ਹੋ ਚੁੱਕੀ ਸੀ। ਇੱਕ ਸਲੋਵਾਕ ਡਰੈਸ ਵਿੱਚ ਖੜੀ ਵੇਟਰਸ ਨੂੰ ਮੈਂ ਇਸ਼ਾਰੇ ਨਾਲ ਪੁੱਛਿਆ ਕਿ ਪਖਾਨਾ ਕਿੱਧਰ ਹੈ। ਇਹ ਵੀ ਮਨ ਦੀ ਇੱਕ ਹੁਸ਼ਿਆਰੀ ਸੀ ਕਿ ਪਹਿਲਾਂ ਹੀ ਪੁੱਛ ਲਾਂ, ਕਿਤੇ ਪਖਾਨਾ ਹੋਵੇ ਨਾ ਤੇ ਪੂਰੇ ਪਲਾਨ ਤੇ ਪਾਣੀ ਫਿਰ ਜਾਏ। ਖੈਰ, ਹੁਣ ਮੈਂ ਬਲੈਡਰ ਦੀ ਥਾਂ ਦਿਮਾਗ ਤੋਂ ਸੋਚ ਰਹੀ ਸੀ। ਇਹ ਤਾਂ ਖਾਲੀ ਜਿਹਾ ਲੱਗਦਾ, ਜ਼ਰੂਰ ਇੱਥੋਂ ਦਾ ਖਾਣਾ ਚੰਗਾ ਨਹੀਂ ਹੋਏਗਾ, ਪਰ ਹੁਣ ਬਾਹਰ ਵੀ ਤਾਂ ਨਹੀਂ ਨਿਕਲ ਸਕਦੀ ਸੀ। ਤਾਂ ਮੈਂ ਉਸ ਸਲੋਵਾਕ ਡਰੈਸ ਕੁੜੀ ਨੂੰ ਬਾਹਰ ਬੈਠਣ ਦਾ ਇਸ਼ਾਰਾ ਕਰਕੇ ਬਾਹਰ ਰੱਖੀ ਕੁਰਸੀ ਤੇ ਬੈਠ ਜਾਂਦੀ ਹਾਂ। ਸੋਚਦੀ ਹਾਂ ਕੋਈ ਛੋਟਾ ਮੋਟਾ ਆਰਡਰ ਕਰ ਲਵਾਂਗੀ, ਪਰ ਫਿਰ ਕਿੱਥੇ ਹੋਰ ਕੁਝ ਖਾਣਾ ਪੈ ਗਿਆ ਤਾਂ ਦੂਜਾ ਖਿਆਲ ਆਉਂਦਾ ਹੈ, ਹੁਣ ਕੀ ਕਰਾਂ। ਕਾਫੀ ਸਮੇਂ ਤੱਕ ਸੋਚਦੀ ਰਹੀ। ਉਦੋਂ ਤੱਕ ਮੇਰੇ ਕੋਲ ਕੋਈ ਆਰਡਰ ਲੈਣ ਵੀ ਨਹੀਂ ਆਇਆ। ਸ਼ਾਇਦ ਉਹ ਕੁੜੀ ਕਿਤੇ ਹੋਰ ਮਸਰੂਫ ਹੋ ਗਈ ਸੀ ਜਾਂ ਮੇਰੇ ਮਨ ਦੀ ਸਥਿਤੀ ਸਮਝ ਗਈ। ਮੈਂ ਚੁੱਪਚਾਪ ਝੋਲਾ ਚੁੱਕ ਕੇ ਨਿਕਲ ਗਈ। ਆਹ, ਕੀ ਆਜ਼ਾਦੀ ਦੀ ਸਾਹ ਲਈ ਮੈਂ ਵਾਲ ਬਚੀ। ਫਿਰ ਪੀਜ਼ਾ ਦੀ ਇੱਕ ਦੁਕਾਨ ਤੋਂ 1 ਯੂਰੋ ਦਾ ਇੱਕ ਪੀਜ਼ਾ ਸਲਾਈਸ ਖਾਧਾ ਤੇ 1.5 ਯੂਰੋ ਦੀ ਆਈਸਕ੍ਰੀਮ। ਕੁਝ ਸਮਾਂ ਹੋਰ ਫਿਰਦੀ ਰਹੀ, ਕੁਝ ਸੋਵੇਨਰ ਖਰੀਦੇ, ਹੱਥ ਨਾਲ ਬਣੇ ਗਹਿਣੇ ਖਰੀਦੇ। ਕੁਝ ਦੇਰ ਇੱਕ ਕੈਫੇ 'ਚ ਬੈਠ ਕੇ ਝੂੰਪਾ ਲੈਰੀ ਦਾ ਨੋਵਲ ਦਾ ਲੋ ਲੈਂਡ ਪੜ੍ਹਦੀ ਰਹੀ ਤੇ ਜਦੋਂ ਵੱਜ ਗਏ 6 ਘਰ ਦੇ ਵੱਲ ਚੱਲ ਪਈ। ਮੈਂ ਸੋਚਿਆ ਕਿ ਰਾਤ ਦੇ ਖਾਣੇ 'ਚ ਕੁਝ ਭਾਰਤੀ ਬਣਾਉਣਾ ਚਾਹੀਦਾ, ਤਾਂ ਇੱਕ ਪੰਸਾਰੀ ਦੀ ਦੁਕਾਨ ਤੋਂ ਕੁਝ ਭਾਰਤੀ ਮਸਾਲੇ ਤੇ ਕੁਝ ਸਮਾਨ ਲੈਣ ਦੀ ਸੋਚੀ, ਪਰ ਲੂਣ ਛੱਡ ਕੇ ਕੋਈ ਵੀ ਮਸਾਲਾ ਨਹੀਂ ਸੀ, ਹਲਦੀ ਵੀ ਨਹੀਂ। ਤਾਂ ਬਸ ਆਪਣੇ ਮੇਜ਼ਬਾਨ ਦੇ ਲਈ ਵਾਈਨ ਦੀ ਇੱਕ ਬੋਤਲ ਖਰੀਦੀ ਤੇ ਕੱਛੂ ਦੇ 2 ਫਰੋਜ਼ਨ ਮੈਗਨੇਟ। ਵਾਪਸ ਜਾਣ ਲਈ ਪੁੱਛ ਕੇ ਬੱਸ ਲਈ। ਇੱਥੇ ਬਹੁਤ ਘੱਟ ਲੋਕਾਂ ਨੂੰ ਅੰਗਰੇਜ਼ੀ ਆਉਂਦੀ ਹੈ, ਪਰ ਜੇਕਰ ਤੁਸੀਂ ਸਕੂਲ ਜਾਂਦੇ ਕਿਸੇ ਬੱਚੇ ਨਾਲ ਅੰਗਰੇਜ਼ੀ 'ਚ ਗੱਲ ਕਰੋ ਤਾਂ ਬਹੁਤ ਉਤਸ਼ਾਹਿਤ ਹੋ ਕੇ ਤੁਹਾਡੀ ਮਦਦ ਕਰੇਗਾ। ਨਵੀਂ ਪੀੜ੍ਹੀ ਨੂੰ ਅੰਗਰੇਜ਼ੀ ਬੋਲਣ ਦਾ ਬਹੁਤ ਸ਼ੌਕ ਦਿਖਾਈ ਦਿੰਦਾ ਹੈ, ਸਾਡੀ ਨਵੀਂ ਪੀੜ੍ਹੀ ਦੀ ਤਰ੍ਹਾਂ ਹੀ। ਘਰ ਪਹੁੰਚੀ ਤਾਂ ਹੋਰ ਮਹਿਮਾਨ ਆਏ ਹੋਏ ਸਨ। ਇੱਕ ਜਰਮਨ ਕੁੜੀ ਜਿਹੜੀ ਕਿ ਐਕਟਰੈਸ ਸੀ ਤੇ ਉਹਦਾ ਆਸਟ੍ਰੇਲੀਅਨ ਬॉयਫ੍ਰੈਂਡ। ਇਹ ਉਹੀ ਮਹਿਮਾਨ ਸਨ ਜਿਨ੍ਹਾਂ ਨੇ ਇੱਕ ਦਿਨ ਪਹਿਲਾਂ ਆਉਣਾ ਸੀ। ਉਹ ਲਿਫਟ ਮੰਗ ਕੇ ਆ ਰਹੇ ਸਨ।
ਇਸ ਕਰਕੇ ਇੱਕ ਦਿਨ ਲੇਟ ਹੋ ਗਏ। ਹਿਚ ਹਾਈਕਰ ਹਨ ਇਸ ਤਰ੍ਹਾਂ ਲਿਫਟ ਮੰਗ ਕੇ ਘੁੰਮਣ ਵਾਲੇ। ਦੋਵੇਂ ਐਵੇਂ ਹੀ ਇਕੱਲੇ ਘੁੰਮਦੇ ਮਿਲੇ ਸਨ ਤੇ ਹੁਣ ਨਾਲ ਘੁੰਮ ਰਹੇ ਸਨ। ਵਿਕਟਰ ਨੇ ਵਾਈਨ ਦੀ ਬੋਤਲ ਖੋਲ੍ਹੀ ਤੇ ਮੈਂ ਹਿੰਦੀ ਗੀਤ ਸਪੀਕਰ ਤੇ ਚਲਾ ਦਿੱਤੇ। ਸਭ ਲੋਕਾਂ ਨੇ ਮਿਲ ਕੇ ਖਾਣਾ ਬਣਾਇਆ ਤੇ ਲੰਡਨ ਠੁਮਕਦਾ ਤੇ ਠੁਮਕੇ ਲਾਏ। ਆਸਟ੍ਰੇਲੀਅਨ ਮੁੰਡੇ ਨੇ ਬਰਤਨ ਤੇ ਰਸੋਈ ਸਾਫ਼ ਕਰ ਦਿੱਤੀ। ਹੁਣ ਸੌਣ ਦੀ ਵਾਰੀ ਸੀ। ਇੱਕ ਬੈਡਰੂਮ ਜਿਸ 'ਚ ਇੱਕ ਡਬਲ ਬੈੱਡ ਸੀ ਤੇ ਇੱਕ ਡਰਾਇੰਗ ਰੂਮ ਜਿੱਥੇ 2 ਸੋਫੇ ਲੱਗੇ ਸੀ। ਲੋਕ ਸੀ 4। ਮੈਨੂੰ ਥੱਲੇ ਸੌਣ 'ਚ ਕੋਈ ਦਿੱਕਤ ਨਹੀਂ ਸੀ। ਸਭ ਆਪਣੇ ਸੁਝਾਅ ਦੇ ਰਹੇ ਸਨ। ਕਿਸੇ ਨੂੰ ਵੀ ਥੱਲੇ ਸੌਣ 'ਚ ਕੋਈ ਦਿੱਕਤ ਨਹੀਂ ਸੀ। ਉਸੇ ਵੇਲੇ ਵਿਕਟਰ ਨੇ ਇੱਕ ਇਹੋ ਜਿਹੀ ਸਲਾਹ ਦਿੱਤੀ ਕਿ ਸਭ ਲੋਕ ਇੱਕਦਮ ਥੋੜ੍ਹਾ ਹੈਰਾਨ ਹੋ ਗਏ। ਅਨੂ, ਯੂ ਕੈਨ ਸਲੀਪ ਵਿਦ ਮੀ ਇਨਸਾਈਡ। ਅਨੂ, ਤੁਸੀਂ ਮੇਰੇ ਨਾਲ ਅੰਦਰ ਸੌਂ ਸਕਦੇ ਹੋ। ਵਿਕਟਰ ਨੇ ਇੱਕਦਮ ਕੈਜੂਅਲ ਲਹਿਜੇ ਵਿੱਚ ਕਿਹਾ, ਨੋ ਥੈਂਕਸ, ਆਈ ਐਮ ਫਾਈਨ ਹੇਅਰ। ਨਹੀਂ ਧੰਨਵਾਦ, ਮੈਂ ਇੱਥੇ ਠੀਕ ਹਾਂ। ਓਨੇ ਹੀ ਬੇਪਰਵਾਹ ਅੰਦਾਜ਼ ਨਾਲ ਮੈਂ ਵੀ ਕਹਿਤਾ। ਇਹ ਮੇਰੇ ਲਈ ਅਜੀਬ ਹੈ ਹੋ ਕੇ ਬਿਲਕੁਲ ਵੀ ਅਜੀਬ ਨਹੀਂ ਸੀ। ਅੱਜ ਅਸੀਂ ਕਾਫੀ ਦੇਰ ਤੋਂ ਵਾਈਨ ਪੀ ਰਹੇ ਸੀ, ਨੱਚ ਗਾ ਵੀ ਰਹੇ ਸੀ। ਇੱਕ ਵਾਰ ਵੀ ਮੈਨੂੰ ਕੋਈ ਗਲਤ ਇਸ਼ਾਰਾ ਨਹੀਂ ਮਿਲਿਆ। ਇੱਕ ਵਾਰ ਵੀ ਮੈਂ ਅਸਹਿਜ ਨਹੀਂ ਹੋਈ। ਫਿਰ ਇਹ ਸਵਾਲ ਵੀ ਇੰਨਾ ਸਿੱਧਾ ਤੇ ਆਸਾਨ ਸੀ। ਇੰਨੀ ਆਸਾਨੀ ਤੇ ਸਿੱਧੇ ਤਰੀਕੇ ਨਾਲ ਤਾਂ ਕਦੇ ਵੀ ਕਿਸੇ ਮੁੰਡੇ ਨੇ ਅੱਜ ਤੱਕ ਕੌਫੀ ਦੇ ਲਈ ਵੀ ਨਹੀਂ ਪੁੱਛਿਆ ਸੀ। ਸਵਾਲ ਸਿੱਧਾ ਸੀ ਤਾਂ ਜਵਾਬ ਵੀ ਸਿੱਧਾ ਦਿੱਤਾ ਮੈਂ। ਤੇ ਨਾ ਹੀ ਫਿਰ ਇਸ ਬਾਰੇ ਕੋਈ ਗੱਲ ਹੋਰ ਹੋਈ, ਨਾ ਹੀ ਮਾਹੌਲ ਤਣਾਅਪੂਰਨ ਹੋਇਆ। ਵਿਕਟਰ ਗੁੱਡ ਨਾਈਟ ਬੋਲ ਕੇ ਅੰਦਰ ਸੌਣ ਦੇ ਲਈ ਚਲਾ ਗਿਆ ਤੇ ਅਸੀਂ ਤਿੰਨੋਂ ਬਾਹਰ ਕੁਝ ਦੇਰ ਤੱਕ ਗੱਲਾਂ ਕਰਦੇ ਰਹੇ। ਫਿਰ ਸੌਂ ਗਏ। ਗੱਲ ਖਤਮ। ਸਵੇਰੇ ਉੱਠੀ ਤਾਂ ਸਾਰੇ ਲੋਕ ਆਪਣੇ ਆਪਣੇ ਰਾਹ ਜਾ ਚੁੱਕੇ ਸੀ। ਰਾਤ ਨੂੰ ਸਮਾਨ ਤੇ ਲੋਕਾਂ ਨਾਲ ਪੂਰੀ ਤਰ੍ਹਾਂ ਭਰਿਆ ਕਮਰਾ ਇੱਕਦਮ ਖਾਲੀ ਸੀ। ਬਸ ਮੈਂ ਤੇ ਮੇਰਾ ਬੈਗ ਇੱਕ ਦੂਜੇ ਨਾਲ ਸੀ। ਮੈਂ ਆਟੋ ਲੌਕ ਦਰਵਾਜ਼ੇ ਨੂੰ ਬੰਦ ਕਰਕੇ ਨਿਕਲ ਜਾਣਾ ਸੀ। ਇੱਕ ਵਾਰ ਤਾਂ ਲੱਗਿਆ ਜਿੰਨੀ ਛੇਤੀ ਨਿਕਲਾਂਗੀ ਉਨੀ ਛੇਤੀ ਬੁੱਢਾ ਪੇਸਟ ਪਹੁੰਚ ਜਾਵਾਂਗੀ। ਮੇਰੀ ਕੋਈ ਬੁਕਿੰਗ ਵੀ ਨਹੀਂ ਸੀ, ਇਸ ਲਈ ਰੇਲਵੇ ਸਟੇਸ਼ਨ ਤੋਂ ਟਿਕਟ ਲੈਣੀ ਸੀ। ਇੱਥੋਂ ਬੁੱਢਾ ਪੇਸਟ ਦੇ ਲਈ ਹਰ ਘੰਟੇ ਦੀ ਸਰਵਿਸ ਹੈ। ਪਰ ਫਿਰ ਖਾਲੀ ਘਰ ਵੇਖ ਕੇ ਮਨ ਕੀਤਾ ਥੋੜ੍ਹੀ ਦੇਰ ਰੁਕਾਂ, ਗਾਣੇ ਚਲਾ ਲਵਾਂ ਤੇ ਚਾਹ ਬਣਾ ਲਵਾਂ। ਫਿਰ ਇੱਕ ਲੰਮਾ ਜਿਹਾ ਸ਼ਾਵਰ ਲਵਾਂ ਤੇ ਰਾਹ ਦੇ ਲਈ ਸੈਂਡਵਿਚ ਪੈਕ ਕਰਕੇ ਨਿਕਲਾਂ। ਮੈਂ ਇਹ ਸਭ ਕੀਤਾ। ਅੱਗੇ ਪਤਾ ਨਹੀਂ ਕਿਹੋ ਜਿਹਾ ਘਰ ਮਿਲੂ ਜਾਂ ਨਹੀਂ ਮਿਲੂਗਾ। ਸ਼ਾਇਦ ਇਸ ਲਈ ਮੈਂ ਇਸ ਘਰ ਨੂੰ ਥੋੜ੍ਹਾ ਹੋਰ ਜੀ ਲੈਣਾ ਚਾਹੁੰਦੀ ਸੀ। ਬ੍ਰਾਤਿਸਲਾਵਾ ਦੇ ਅਧੂਰੇ ਰਹਿ ਜਾਣ ਦਾ ਵੀ ਇੱਕ ਅਹਿਸਾਸ ਸੀ। ਇੱਕ ਦਿਨ ਕੀ ਹੁੰਦਾ ਕਿਸੇ ਵੀ ਇੱਕ ਸ਼ਹਿਰ ਦੇ ਲਈ। ਨਾ ਤਾਂ ਉਸ ਨਾਲ ਚੰਗੀ ਤਰ੍ਹਾਂ ਜਾਣ ਪਛਾਣ ਹੋਈ, ਨਾ ਦੋਸਤੀ। ਜੇਕਰ ਵਿਕਟਰ ਨੇ ਰਾਤ ਅੰਦਰ ਸੌਣ ਵਾਲੀ ਗੱਲ ਨਾ ਕਹੀ ਹੁੰਦੀ ਤਾਂ ਸ਼ਾਇਦ ਇੱਕ ਦਿਨ ਹੋਰ ਰੁਕ ਜਾਂਦੀ। ਜਿਹੜੀ ਗੱਲ ਰਾਤ ਤਾਂ ਮੈਂ ਦਿਮਾਗ 'ਚੋਂ ਕੱਢ ਦਿੱਤੀ ਸੀ, ਪਰ ਮਨ ਅੰਦਰ ਸ਼ਾਇਦ ਕਿਤੇ ਰਹਿ ਗਈ ਸੀ। ਸ਼ਾਇਦ ਉਹ ਇੱਕ ਭਾਰਤੀ ਕੁੜੀ ਦੇ ਕੰਡੀਸ਼ਨਡ ਦਿਮਾਗ ਦੇ ਲਈ ਇੰਨਾ ਵੀ ਆਮ ਸਵਾਲ ਨਹੀਂ ਸੀ। ਖੈਰ, ਵਿਕਟਰ ਨੂੰ ਇੱਕ ਥੈਂਕ ਯੂ ਨੋਟ ਲਿਖ ਕੇ ਮੈਂ ਬੁੱਢਾ ਪੇਸਟ ਨੂੰ ਨਿਕਲ ਗਈ। ਅੰਗ 9ਵਾਂ। ਬੁੱਢਾ ਪੇਸਟ, ਮਾਂ ਦੇ ਦੋਸਤ ਵੱਖ। ਘੁੰਮਦੇ ਘੁੰਮਦੇ 1 ਮਹੀਨਾ ਹੋਣ ਵਾਲਾ ਸੀ। ਵਾਪਸ ਜਾਣ ਦੀ ਤਾਰੀਖ ਵੀ ਨੇੜੇ ਆ ਰਹੀ ਸੀ। ਮੇਰੀ ਵਾਪਸੀ ਅੱਜ ਤੋਂ ਸਹੀ 10 ਦਿਨ ਬਾਅਦ ਪੈਰਿਸ ਤੋਂ ਸੀ। ਜਾਣਾ ਸੀ ਯੂਰਪ ਦੇ ਸਹੀ ਪੱਛਮ ਵੱਲ ਤੇ ਅਸਲ 'ਚ ਮੈਂ ਸੀ ਯੂਰਪ ਦੇ ਠੀਕ ਪੂਰਬ ਵਿੱਚ। ਤੇ ਹੁਣ ਪੱਛਮ ਵੱਲ ਚੱਲਣਾ ਵੀ ਆਰੰਭ ਕਰਨਾ ਸੀ। ਯੋਜਨਾ ਦੇ ਅਨੁਸਾਰ ਬੁੱਢਾ ਪੇਸਟ ਮੇਰਾ ਅਖੀਰਲਾ ਪੂਰਬੀ ਸ਼ਹਿਰ ਹੋਣਾ ਸੀ। ਪਰ ਜਿਵੇਂ ਜਿਵੇਂ ਦਿਨ ਖਤਮ ਹੋ ਰਹੇ ਸੀ, ਜ਼ਿਆਦਾ ਤੋਂ ਜ਼ਿਆਦਾ ਸ਼ਹਿਰ ਦੇਖਣ ਦੀ ਲਾਲਸਾ ਵੱਧ ਰਹੀ ਸੀ। ਇੱਕ ਮਨ ਸੀ ਕਿ ਰੂਸ 'ਚ ਵੜ ਜਾਵਾਂ। ਹੁਣ ਦੂਰ ਵੀ ਕਿੰਨਾ ਸੀ। ਦੁਨੀਆ ਦੇ ਨਕਸ਼ੇ ਤੋਂ ਦੇਖੀਏ ਤਾਂ ਕਿੰਨਾ ਨੇੜੇ ਲੱਗਦਾ ਹੈ ਸਭ ਕੁਝ। ਯੂਰਪ ਤਾਂ ਬਸ ਮੁੱਠੀ 'ਚ ਹੀ ਆ ਜਾਂਦਾ, ਜਿਵੇਂ ਛਾਲ ਮਾਰ ਕੇ ਸਾਰੀਆਂ ਥਾਵਾਂ ਤੇ ਚਲੇ ਜਾਈਏ। ਇੱਕ ਤਰ੍ਹਾਂ ਨਾਲ ਹੈ ਵੀ ਕਿੰਨਾ ਸੌਖਾ। ਪੈਸਾ ਤਾਂ ਸੱਚਮੁੱਚ ਕੋਈ ਵੱਡੀ ਸਮੱਸਿਆ ਨਹੀਂ ਹੈ, ਬਸ ਬਣਾ ਲਈਏ ਅਸੀਂ। ਲੋਕ ਕਹਿ ਦਿੰਦੇ ਹਨ ਤੇ ਅਸੀਂ ਮੰਨ ਲੈਂਦੇ ਹਾਂ। ਲੋਕ ਕਹਿੰਦੇ ਆ ਕਿ ਇੱਕ ਵਾਰ ਪੈਸਾ ਕਮਾ ਲਓ, ਫਿਰ ਜੋ ਮਨ ਕਰੇ ਕਰਨਾ। ਘਰ ਬਣਾ ਲਓ, ਗੱਡੀ ਖਰੀਦ ਲਓ, ਬੈਂਕ ਬੈਲੈਂਸ ਬਣਾ ਲਓ, ਫਿਰ ਜੋ ਮਨ ਚਾਹੇ ਕਰਨਾ। ਪਰ ਇਹਨੂੰ ਜੋੜਨ ਦੇ ਚੱਕਰ 'ਚ ਕਿੰਨੇ ਲੋਕ ਜੋ ਮਨ ਚਾਹਵੇ ਉਹ ਕਰ ਪਾਉਂਦੇ ਹਨ। ਇੱਕ ਵਾਰ ਬਸ ਐਵੇਂ ਮਨ ਦੀ ਕਰਕੇ ਕੋਈ ਦੇਖੇ। ਬਸ ਇੱਕ ਵਾਰ ਲੋਕਾਂ ਦੀ ਸਲਾਹ ਮਸ਼ਵਰੇ ਨਜ਼ਰਅੰਦਾਜ਼ ਕਰਕੇ ਮਨ ਦੀਆਂ ਉਲਝਣਾਂ ਤੋਂ ਬਾਹਰ ਨਿਕਲ ਕੇ ਪੈਰ ਬਾਹਰ ਤਾਂ ਰੱਖੋ। ਕਿੰਨਾ ਸੌਖਾ ਹੈ ਘੁੰਮਣਾ। ਪਰ ਮੇਰਾ ਇੱਕ ਮਨ ਹੋਰ ਵੀ ਹੈ, ਆਲਸੀ, ਸੁਸਤ, ਆਰਾਮ ਪਸੰਦ ਤੇ ਖਰਚੀਲਾ ਮਨ, ਜਿਹੜਾ ਕਹਿੰਦਾ ਹੈ ਕਿ ਬਸ ਇੱਕ ਚੰਗਾ ਘਰ ਮਿਲ ਜਾਏ, ਇੱਕ ਚੰਗਾ ਮੇਜ਼ਬਾਨ ਮਿਲ ਜਾਏ, ਬਸ ਇੱਕ ਹੀ ਸ਼ਹਿਰ 'ਚ ਸਾਰੇ ਦਿਨ ਕੱਟ ਲਵਾਂ। ਇੱਕ ਹੀ ਸ਼ਹਿਰ ਦੀ ਨਦੀ ਦੇ ਕਿਨਾਰੇ ਬੈਠ ਕੇ ਲਿਖਦੀ ਰਹਾਂ, ਪੜ੍ਹਦੀ ਰਹਾਂ, ਗਾਉਂਦੀ ਰਹਾਂ, ਮੁਸਕਰਾਉਂਦੀ ਰਹਾਂ, ਕੁਝ ਖਾਂਦੀ ਰਹਾਂ। ਇਹ ਵੀ ਚਾਹੁੰਦਾ ਹੈ ਦਿਲ। ਉਹ ਕਹਿੰਦਾ ਹੈ ਕਿ ਬਸ ਰੁਕ ਜਾ, ਹੁਣ ਥੱਕ ਗਈ ਹੈ।
ਇੱਥੇ ਆਰਾਮ ਨਾਲ ਮौज ਕਰ ਤੇ ਇੱਥੋਂ ਹੀ ਫਲਾਈਟ ਲੈ ਸਿੱਧੇ ਲੰਡਨ ਚਲੀ ਜਾ। ਨਾ ਹੋਰ ਮੇਜ਼ਬਾਨ ਲੱਭਣ ਦਾ ਰੌਲਾ, ਨਾ ਉੱਥੇ ਪਹੁੰਚਣ ਦਾ। ਬਸ ਹੁਣ ਹੋਰ ਬੇਨਤੀਆਂ ਨਹੀਂ ਭੇਜੀਆਂ ਜਾਂਦੀਆਂ। ਪਰ ਜੋ ਪਹਿਲਾ ਮਨ ਹੈ, ਬੇਫਿਕਰ, ਆਵਾਰਾ, ਮਿਹਨਤੀ, ਰੋਮਾਂਚ ਪਸੰਦ, ਨਵੇਂ ਸ਼ਹਿਰ ਦੇਖਣ ਦੇ ਲਈ ਕੁਝ ਵੀ ਕਰ ਦੇਣ ਵਾਲਾ, ਉਹ ਤਾਂ ਦੁਨੀਆ ਦਾ ਨਕਸ਼ਾ ਖੋਲ੍ਹਦੇ ਹੀ ਉਛਲਣ ਲੱਗ ਪੈਂਦਾ ਹੈ। ਕਹਿੰਦਾ ਹੈ ਕਿ ਇੰਨੇ ਸਾਰੇ ਸ਼ਹਿਰ ਹਨ, ਇੰਨੀ ਥੋੜ੍ਹੀ ਥੋੜ੍ਹੀ ਦੂਰੀ 'ਤੇ ਆਈ ਹੋਈ ਹੈ, ਸਾਰੇ ਦੇਖ ਲੈ। ਹੁਣ ਇੰਨੀ ਦੂਰ ਫਿਰ ਪਤਾ ਨਹੀਂ ਕਦੋਂ ਆਇਆ ਜਾਏ, ਫਿਰ ਕਦੋਂ ਰੂਸ ਦੇ ਇੰਨੇ ਨੇੜੇ ਹੋਵਾਂਗੇ, ਹੁਣ ਪਤਾ ਨਹੀਂ ਫਿਰ ਕਦੋਂ ਇੰਨੇ ਸਾਰੇ ਦੇਸ਼ ਪਹੁੰਚ ਵਿੱਚ ਹੋਣਗੇ। ਸਾਰੇ ਘੁੰਮ ਲੈ, ਸਾਰੇ ਦੇਸ਼ ਵਿੱਚ ਘੁੰਮ ਲੈ, ਸਾਰਿਆਂ 'ਚ ਆਪਣੇ ਪੈਰ ਪਾ ਲੈ। ਦੋਨਾਂ ਦੀ ਲੜਾਈ 'ਚ ਜਿੱਤਦਾ ਹਮੇਸ਼ਾ ਉਹੀ ਹੈ ਜਿਹੜਾ ਘੱਟ ਖਰਚੇ 'ਚ ਜ਼ਿਆਦਾ ਸ਼ਹਿਰ ਘੁੰਮਦਾ ਹੈ। ਇੱਥੋਂ ਲੰਡਨ ਤੱਕ ਫਲਾਈਟ ਦਾ ਖਰਚਾ ਪਤਾ ਹੈ। ਇੰਨੇ ਦਿਨਾਂ ਲਈ ਇੱਕ ਸ਼ਹਿਰ 'ਚ ਮੇਜ਼ਬਾਨੀ ਕੌਣ ਕਰੇਗਾ? ਹੋਟਲ ਦਾ ਖਰਚਾ ਪਤਾ ਹੈ। ਸਾਰਾ ਬਜਟ ਇੱਕ ਹੀ ਝਟਕੇ 'ਚ ਹਿੱਲ ਜਾਏਗਾ। ਫਿਰ ਪਛਤਾਏਂਗੀ ਕਿ ਸ਼ਹਿਰ ਵੀ ਸਾਰੇ ਨਹੀਂ ਘੁੰਮੇ ਤੇ ਪੈਸੇ ਵੀ ਕਿੰਨੇ ਲੱਗ ਗਏ। ਲਓ ਜੀ, ਬਸ ਹੋ ਗਿਆ ਨਿਰਣਾ। ਯੋਜਨਾ ਦੇ ਹਿਸਾਬ ਨਾਲ ਹੌਲੀ ਹੌਲੀ ਸੈਂਟਰਲ ਯੂਰਪ ਤੋਂ ਹੁੰਦੇ ਹੋਏ ਪੈਰਿਸ ਪਹੁੰਚਿਆ ਜਾਏਗਾ। ਬੁਡਾਪੇਸਟ ਵਿੱਚ ਮੇਜ਼ਬਾਨ ਦਾ ਇੰਤਜ਼ਾਮ ਤਾਂ ਹੋ ਗਿਆ ਸੀ, ਪਰ ਸਿਰਫ ਇੱਕ ਰਾਤ ਲਈ। ਪਤਾ ਨਹੀਂ ਕਿਉਂ ਮੈਨੂੰ ਕੁਝ ਮਹਿਸੂਸ ਖਾਸ ਨਹੀਂ ਹੋ ਰਿਹਾ ਸੀ। ਮੈਂ ਸੋਚਿਆ ਕੋਈ ਸਸਤਾ ਹੋਟਲ ਮਿਲ ਗਿਆ ਤਾਂ ਉੱਥੇ ਰੁਕ ਜਾਵਾਂਗੀ। ਵਿਕਟਰ ਵਾਲੀ ਘਟਨਾ ਉਸ ਸਮੇਂ ਕੋਈ ਇੰਨੀ ਵੱਡੀ ਨਹੀਂ ਲੱਗੀ ਸੀ, ਪਰ ਮਨ 'ਚ ਇੱਕ ਝਿਝਕ ਜਿਹੀ ਪੈਦਾ ਹੋ ਗਈ ਸੀ। ਹੁਣ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਸੀ, ਮੁੰਡਿਆਂ ਨਾਲ ਤਾਂ ਬਿਲਕੁਲ ਵੀ ਨਹੀਂ। ਮੈਨੂੰ ਇੱਕਦਮ ਆਪਣੀਆਂ ਸਹੇਲੀਆਂ ਦੀ ਯਾਦ ਆਉਣ ਲੱਗੀ ਸੀ। ਕਿਸੇ ਕੁੜੀ ਨਾਲ ਗੱਲਬਾਤ ਕੀਤੀ ਨੂੰ ਬਹੁਤ ਦਿਨ ਹੋ ਗਏ ਸੀ। ਮੈਂ ਕਿਸੇ ਕੁੜੀ ਦੀ ਗੋਦੀ 'ਚ ਸਿਰ ਰੱਖ ਕੇ ਗੱਲਾਂ ਕਰਨਾ ਚਾਹੁੰਦੀ ਸੀ। ਬਿਨਾਂ ਕਿਸੇ ਲਾਗਲ ਪੇਟ ਦੇ ਮਨ 'ਚ ਮੇਜ਼ਬਾਨ ਕੁੜੀ ਲਈ ਪ੍ਰਾਰਥਨਾ ਆਪਣੇ ਆਪ ਸ਼ੁਰੂ ਹੋ ਗਈ। ਬੁਡਾਪੇਸਟ ਸਟੇਸ਼ਨ 'ਤੇ ਪਹੁੰਚਦੇ ਹੀ ਮੈਂ ਆਪਣਾ ਸਮਾਨ ਲੋਕਰ 'ਚ ਰੱਖਿਆ ਤੇ ਚੱਲ ਪਈ ਸ਼ਹਿਰ ਵੱਲ। ਇੱਥੇ ਜ਼ਿਆਦਾਤਰ ਸਟੇਸ਼ਨਾਂ 'ਤੇ ਲੋਕਰ ਦੀ ਸੁਵਿਧਾ ਹੈ। ਇੱਥੇ 3 ਯੂਰੋ 'ਚ 24 ਘੰਟੇ ਲਈ ਆਪਣਾ ਸਮਾਨ ਲੋਕਰ 'ਚ ਰੱਖਿਆ ਜਾਂਦਾ ਹੈ। ਮੈਂ ਉੱਥੇ ਦੁਪਹਿਰ ਨੂੰ ਪਹੁੰਚ ਗਈ ਸੀ ਤੇ ਮੇਰਾ ਮੇਜ਼ਬਾਨ ਮੈਨੂੰ ਸ਼ਾਮ ਨੂੰ 7 ਵਜੇ ਮਿਲਣ ਵਾਲਾ ਸੀ। ਸਮਾਨ ਰੱਖਦੇ ਹੀ ਲੱਗਿਆ ਕਿ ਜਿਵੇਂ ਹੁਣ ਤਾਂ ਕਿਸੇ ਟਿਕਾਣੇ ਦੀ ਵੀ ਲੋੜ ਨਹੀਂ ਹੈ। ਇੱਥੇ ਤਾਂ ਸਟੇਸ਼ਨ 'ਤੇ ਵੀ ਸੁੱਤਾ ਜਾ ਸਕਦਾ। ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਹੋਟਲ ਜਾਂ ਹੋਸਟਲ ਸਮਾਨ ਰੱਖਣ ਲਈ ਹੀ ਲੈਂਦੇ ਹਾਂ? ਅਸੀਂ ਜਿੱਥੇ ਵੀ ਜਾਂਦੇ ਹਾਂ ਤੇ ਨਾਲ ਦੁਨੀਆ ਭਰ ਦਾ ਸਮਾਨ ਲੈ ਜਾਂਦੇ ਹਾਂ, ਫਿਰ ਉਹਨੂੰ ਰੱਖਣ ਦੀ ਜਗ੍ਹਾ ਲੱਭਦੇ ਹਾਂ। ਜੇਕਰ ਸਮਾਨ ਇੰਨਾ ਹੀ ਹੋਵੇ ਕਿ ਮੋਢਿਆਂ ਉੱਪਰ ਹੀ ਆ ਜਾਏ, ਫਿਰ ਕਹਿਣਾ ਹੀ ਕੀ ਹੈ? ਬੁਡਾਪੇਸਟ ਸ਼ਹਿਰ 'ਚ ਇੱਕ ਵੱਡੇ ਤੇ ਪੁਰਾਣੇ ਸ਼ਹਿਰ ਵਾਲੀ ਗੱਲ ਸੀ, ਜਿਹੜੀ ਮੁੰਬਈ 'ਚ ਕੋਲਾਬਾ ਏਰੀਆ 'ਚ ਦਿਖਦੀ ਹੈ। ਸੋਹਣਾ, ਪੁਰਾਣਾ, ਭੀੜ ਭੜੱਕੇ ਵਾਲਾ ਤੇ ਤੇਜ਼। ਬਹੁਤ ਪੁਰਾਣੀਆਂ ਸ਼ਾਨਦਾਰ ਇਮਾਰਤਾਂ ਸਨ। ਸੜਕਾਂ ਦੇ ਦੋਨੋਂ ਪਾਸੇ ਗੱਡੀਆਂ ਪਾਰਕ ਕੀਤੀਆਂ ਹੋਈਆਂ ਸਨ ਤੇ ਮੇਨ ਰੋਡ ਟ੍ਰੈਫਿਕ ਨਾਲ ਭਰਿਆ ਪਿਆ ਸੀ। ਇਹ ਸਟੇਸ਼ਨ ਨੂੰ ਆਉਣ ਜਾਣ ਵਾਲਾ ਇਸ ਸ਼ਹਿਰ ਦਾ ਮੇਨ ਰੋਡ ਸੀ। ਸ਼ਾਇਦ ਇਸ ਕਰਕੇ ਐਵੇਂ ਹੀ ਸੀ, ਨਹੀਂ ਤਾਂ ਗਲੀਆਂ 'ਚ ਇੰਨੀ ਭੀੜ ਨਹੀਂ ਸੀ। ਮੈਂ ਇੰਝ ਹੀ ਥੋੜ੍ਹੀ ਦੇਰ ਤੱਕ ਚੱਲਦੀ ਰਹੀ। ਫਿਰ ਇੱਕ ਬਿਲਡਿੰਗ ਦੇ ਬਾਹਰ ਹੋਸਟਲ ਲਿਖਿਆ ਵੇਖਿਆ। ਅੰਦਰ ਚਲੀ ਗਈ। ਇੱਕਦਮ ਪੁਰਾਣੀ ਲੱਕੜੀ ਦੇ ਵੱਡੇ ਸਾਰੇ ਦਰਵਾਜ਼ੇ ਵਾਲੀ ਇਹ ਇਮਾਰਤ ਇੱਥੋਂ ਦੀ ਕਿਸੇ ਪੁਰਾਣੀ ਵੱਡੀ ਧਰਮਸ਼ਾਲਾ ਤੇ ਮੁੰਬਈ ਦੇ ਵੱਡੇ ਕੁਆਟਰਾਂ ਦੀ ਮਿਲੀ ਜੁਲੀ ਬਨਾਵਟ ਦੀ ਯਾਦ ਦਿਵਾ ਰਹੀ ਸੀ। ਅੰਦਰ ਵੜਦੇ ਹੀ ਵੱਡਾ ਸਾਰਾ ਚੌਰਸ ਵਰਾਂਡਾ ਸੀ ਤੇ ਵਰਾਂਡੇ ਤੋਂ ਬਾਅਦ ਚਾਰੇ ਪਾਸੇ ਕਮਰਿਆਂ ਦੀਆਂ ਲਾਈਨਾਂ ਸਨ, ਜਿਵੇਂ ਅਕਸਰ ਪੁਰਾਣੀਆਂ ਇਮਾਰਤਾਂ 'ਚ ਹੁੰਦੀਆਂ ਹਨ। ਹਰ ਕਮਰੇ 'ਚ ਰਹਿਣ ਵਾਲੇ ਆਪਣੀ ਬੈਲਕਨੀ ਵਿੱਚੋਂ ਵਰਾਂਡੇ ਤੇ ਖੁੱਲ੍ਹੇ ਵਿਹੜੇ ਨੂੰ ਦੇਖ ਸਕਦੇ ਹਨ। ਇੱਕ ਦੂਜੇ ਨਾਲ ਆਪਣੀ ਆਪਣੀ ਬੈਲਕਨੀ 'ਚੋਂ ਗੱਲਾਂ ਕਰ ਸਕਦੇ ਹਨ। ਪ੍ਰਾਚੀਨਤਾ ਇੱਥੋਂ ਦੇ ਵਾਤਾਵਰਨ ਵਿੱਚ ਹੀ ਸੀ। ਸੀਲਨ ਵਾਲੀ ਲੱਕੜ ਹਰ ਜਗ੍ਹਾ ਦਿਖ ਰਹੀ ਸੀ। ਲੋਹੇ ਦੀ ਪੁਰਾਣੀ ਗ੍ਰਿਲ ਵਾਲੀ ਲਿਫਟ ਸੀ, ਪਰ ਮੈਂ ਪੌੜੀਆਂ ਹੀ ਚੜ੍ਹੀ। ਇਹ ਵਪਾਰਕ ਤੇ ਰਿਹਾਇਸ਼ੀ ਇਮਾਰਤਾਂ ਦੋਨੋਂ ਲੱਗਦੀਆਂ ਸਨ। ਅੰਦਰ ਇੱਕ ਪਾਸੇ ਟੂਰਿਸਟ ਏਜੰਸੀ, ਜ਼ੇਰੋਕਸ, ਇੰਟਰਨੈਟ ਆਦਿ ਦੀਆਂ ਦੁਕਾਨਾਂ। ਇੱਕ ਕਮਰੇ 'ਚ ਕੁਝ ਟੂਰਿਸਟ ਵਰਗੇ ਲੋਕ ਆਉਂਦੇ ਦੇਖੇ ਤਾਂ ਮੈਨੂੰ ਲੱਗਿਆ ਕਿ ਇਹ ਹੀ ਹੋਸਟਲ ਹੋਏਗਾ। ਪੁੱਛਣ 'ਤੇ ਪਤਾ ਲੱਗਿਆ ਕਿ ਅੱਜ ਦੇ ਲਈ ਕੋਈ ਕਮਰਾ ਨਹੀਂ ਹੈ, ਪਰ ਕੱਲ੍ਹ ਨੂੰ ਮਿਲ ਸਕਦਾ। 40 ਯੂਰੋ ਹਰ ਦਿਨ ਦੇ ਹਿਸਾਬ ਨਾਲ। ਮੈਨੂੰ ਲੱਗਿਆ ਕਿ ਕੱਲ੍ਹ ਦੀ ਤਾਂ ਕੱਲ੍ਹ ਨੂੰ ਦੇਖਾਂਗੇ ਤੇ ਬਿਨਾਂ ਬੁਕਿੰਗ ਕਰਵਾਈ ਬਾਹਰ ਆ ਗਈ। ਹੁਣ 2 ਘੰਟੇ ਹੋਰ ਐਵੇਂ ਹੀ ਘੁੰਮਣਾ ਫਿਰਨਾ ਸੀ। ਕੁਝ ਵੀ ਨਹੀਂ ਸੀ ਕਰਨਾ, ਕਿਉਂਕਿ ਸਮਾਨ ਵੀ ਲੋਕਰ 'ਚ ਸੀ। ਨਾ ਹੀ ਮੇਰੇ ਹੱਥ 'ਚ ਕੁਝ ਸੀ ਤੇ ਨਾ ਹੀ ਮੇਰੇ ਦਿਮਾਗ 'ਚ। ਐਵੇਂ ਇੱਕ ਗਲੀ ਤੋਂ ਦੂਜੀ ਗਲੀ 'ਚ ਆਉਂਦੀ ਜਾਂਦੀ ਰਹੀ। ਮੇਨ ਰੋਡ ਉੱਤੇ ਗੱਡੀਆਂ ਸਨ ਤੇ ਗਲੀਆਂ ਵਿੱਚ ਸਾਈਕਲ ਸੀ। ਥੋੜ੍ਹੀ ਅੱਗੇ ਗਈ ਤਾਂ ਡੈਨਿਊਬ ਨਦੀ ਆ ਗਈ। ਬ੍ਰਿਜ ਦੇ ਪਰਲੇ ਪਾਸੇ ਬੁੱਢਾ ਤੇ ਇਸ ਪਾਸੇ ਪੇਸਟ। ਬੁੱਢਾ ਤਾਂ ਲੱਗਦਾ ਹੈ ਜਿਵੇਂ ਪਹਾੜਾਂ 'ਚ ਵਸਿਆ ਹੋਵੇ। ਪੇਸਟ ਮੈਦਾਨੀ ਹੈ। ਇੱਥੇ ਬਾਜ਼ਾਰ ਤੇ ਰੇਲਵੇ ਸਟੇਸ਼ਨ ਹਨ। ਦੂਜੇ ਪਾਸੇ ਬਸ ਹਰੇ ਪਹਾੜ ਹੀ ਨਜ਼ਰ ਆਉਂਦੇ ਹਨ। ਮੇਰਾ ਮੇਜ਼ਬਾਨ ਮੈਨੂੰ ਬੁੱਢਾ ਵਿੱਚ ਮਿਲਣ ਵਾਲਾ ਸੀ। ਚਲੋ, ਮੈਨੂੰ ਲੱਗਿਆ ਕਿ ਇਸ ਬਹਾਨੇ ਮੈਂ ਬੁੱਢਾ ਦੇਖ ਲਵਾਂਗੀ।
ਹੁਣ ਮੈਂ ਸ਼ਹਿਰ ਨੂੰ ਸਿਰਫ ਦੇਖਣਾ ਸੀ, ਦੇਖਣਾ ਵੀ ਨਹੀਂ, ਸਿਰਫ ਚੱਲਣਾ ਸੀ। ਹਾਂ, ਮੈਂ ਸ਼ਹਿਰ 'ਚ ਐਵੇਂ ਹੀ ਤੁਰਨਾ ਫਿਰਨਾ ਚਾਹੁੰਦੀ ਸੀ, ਜਿਵੇਂ ਘੁੰਮਣ ਆਈ ਹੋਵਾਂ। ਨਵੀਆਂ ਇਮਾਰਤਾਂ 'ਚ, ਨਵੇਂ ਲੋਕਾਂ 'ਚ ਬਸ ਨਿਕਲਣਾ ਚਾਹੁੰਦੀ ਸੀ। ਨਿਕਲ ਹੀ ਜਾਣਾ ਸੀ, ਸਿਰਫ, ਹੋਰ ਕੁਝ ਨਹੀਂ। ਬਿਨਾਂ ਕਿਸੇ ਨਾਲ ਜਾਣ ਪਛਾਣ ਬਣਾਈ, ਬਿਨਾਂ ਕੁਝ ਲੈਣ ਦੇਣ ਦੇ, ਬਿਨਾਂ ਕੁਝ ਸੋਚੇ ਸਮਝੇ, ਬਸ ਸਿਰਫ ਅੱਖਾਂ ਨਾਲ ਸਭ ਕੁਝ ਦੇਖਣਾ ਸੀ। ਮੁਸਕਰਾਹਟ ਆਈ ਤਾਂ ਆਈ, ਨਹੀਂ ਤਾਂ ਉਹਦੀ ਵੀ ਕੋਈ ਜ਼ਰੂਰਤ ਨਹੀਂ ਸੀ। ਚੰਗਾ ਇਹ ਵੀ ਹੈ, ਬਸ ਇਹ ਸਭ ਕੁਝ ਜਾਣ ਲੈਣਾ, ਸਿਰਫ ਇੰਨਾ ਹੀ ਸ਼ਾਇਦ ਹੁਣ ਇੱਕਦਮ ਬੇਮਕਸਦ ਹੋ ਗਈ ਸੀ। ਐਵੇਂ ਤਾਂ ਕੋਈ ਖਾਸ ਮਕਸਦ ਪਹਿਲਾਂ ਵੀ ਨਹੀਂ ਸੀ। ਕਿਹੜਾ ਮਸ਼ਹੂਰ ਮਿਊਜ਼ੀਅਮ, ਕਿਹੜੀ ਮਸ਼ਹੂਰ ਇਮਾਰਤ, ਕਿਹੜਾ ਮਸ਼ਹੂਰ ਢਾਬਾ, ਹੁਣ ਮੈਂ ਕੁਝ ਪਤਾ ਨਹੀਂ ਕਰਨਾ ਸੀ। ਨਾ ਉਹਨਾਂ ਨੂੰ ਦੇਖਣ ਦਾ ਚਾਅ ਸੀ। ਚਲਦੇ ਚਲਦੇ ਸਾਹਮਣੇ ਆ ਗਿਆ ਕੁਝ ਤਾਂ ਠੀਕ ਹੈ, ਨਹੀਂ ਆਉਂਦਾ ਤਾਂ ਵੀ ਠੀਕ ਹੈ। ਹੁਣ ਜਦੋਂ ਕਿਸੇ ਸ਼ਹਿਰ 'ਚ ਉਤਰਦੀ ਹਾਂ ਤਾਂ ਨਾ ਟਿਕਾਣੇ ਦੀ ਚਿੰਤਾ ਹੁੰਦੀ ਹੈ, ਨਾ ਹੀ ਚਾਹ ਦੀ। ਹੁਣ ਤਾਂ ਜਿਵੇਂ ਪਤਾ ਹੀ ਹੈ ਕਿ ਟਿਕਾਣਾ ਤਾਂ ਮਿਲਣਾ ਹੀ ਹੈ, ਕਿਵੇਂ ਤੇ ਕਿੱਥੇ, ਬਸ ਇਹਦੀ ਜਾਣਕਾਰੀ ਪ੍ਰਾਪਤ ਕਰਨੀ ਹੈ। ਇੱਕ ਯਕੀਨ ਜਿਹਾ ਹੋ ਗਿਆ ਕਿ ਸਭ ਕੁਝ ਚੰਗਾ ਹੀ ਹੋਣਾ ਹੈ। ਕਿਵੇਂ ਹੋਏਗਾ ਇਹ ਦੇਖਣਾ ਹੈ। ਪਤਾ ਨਹੀਂ ਕਿਸ ਤੇ ਵਿਸ਼ਵਾਸ ਸੀ, ਪਰ ਵਿਸ਼ਵਾਸ ਸੀ। ਰੱਬ ਤੇ, ਮਨੁੱਖਤਾ ਤੇ, ਕੁਦਰਤ ਤੇ, ਜਾਂ ਆਪਣੇ ਆਪ ਤੇ। ਕਿਸ ਤੇ ਵਿਸ਼ਵਾਸ ਸੀ ਮੈਨੂੰ ਕਿ ਸਭ ਆਰਾਮ ਨਾਲ ਹੋ ਜਾਏਗਾ। ਇਹ ਵਿਸ਼ਵਾਸ ਸ਼ੁਰੂ ਤੋਂ ਨਹੀਂ ਸੀ, ਇਹ ਬਣਦਾ ਚਲਾ ਗਿਆ। ਜਿਵੇਂ ਜਿਵੇਂ ਯਕੀਨ ਬਣਦਾ ਗਿਆ, ਚੀਜ਼ਾਂ ਸੁਖਾਲੀਆਂ ਹੁੰਦੀਆਂ ਗਈਆਂ, ਤੇ ਜਿਵੇਂ ਜਿਵੇਂ ਚੀਜ਼ਾਂ ਸੁਖਾਲੀਆਂ ਹੁੰਦੀਆਂ ਗਈਆਂ, ਯਕੀਨ ਬਣਦਾ ਗਿਆ। ਯਕੀਨ ਸੀ ਕਿ ਜੋ ਚਾਹਾਂਗੀ ਉਹੀ ਹੋਏਗਾ। ਇਸ ਯਕੀਨ ਤੋਂ ਬਿਨਾਂ ਕਿਵੇਂ ਸੰਭਵ ਸੀ ਕਿ ਪਿੰਡ ਖੇੜੀ ਤੋਂ ਨਿਕਲ ਕੇ ਮੈਂ ਐਵੇਂ ਬੁੱਢਾ ਪੇਸਟ ਵਿੱਚ ਇਕੱਲੀ ਘੁੰਮ ਰਹੀ ਸੀ, ਬਿਨਾਂ ਕਿਸੇ ਜਾਣ ਪਛਾਣ ਦੇ, ਬਿਨਾਂ ਕਿਸੇ ਥਾਂ ਟਿਕਾਣੇ ਦੇ। ਇੱਕ ਵਾਰ ਦੀ ਗੱਲ ਯਾਦ ਆਉਂਦੀ ਹੈ, ਜਦੋਂ ਪਾਪਾ ਦੇ ਗੁਰੂ ਪ੍ਰੋਫੈਸਰ ਮਦਨ ਗੋਪਾਲ ਗਾਂਧੀ ਨੇ ਮੈਨੂੰ ਕਿਹਾ ਸੀ, ਬੇਟੀ ਜੋ ਤੂੰ ਕਰਨਾ ਚਾਹੇਂਗੀ ਕਰੇਂਗੀ। ਉਦੋਂ ਮੈਂ ਸ਼ਾਇਦ 5-6 ਸਾਲ ਦੀ ਸੀ। ਉਹਨਾਂ ਨੇ ਕਹਿ ਦਿੱਤਾ ਸੀ ਤੇ ਮੈਂ ਸੁਣ ਲਿਆ ਸੀ। ਉਹਨਾਂ ਦਿਨਾਂ 'ਚ ਚੈਸ ਦੀ ਵਰਲਡ ਚੈਂਪੀਅਨ ਬਣਨਾ ਚਾਹੁੰਦੀ ਸੀ। ਮੈਨੂੰ ਵਰਲਡ ਚੈਂਪੀਅਨ ਦੇ ਅਰਥ ਨਹੀਂ ਪਤਾ ਸੀ, ਪਰ ਪਾਪਾ ਨੇ ਕਹਿ ਦਿੱਤਾ ਸੀ ਕਿ ਵਰਲਡ ਚੈਂਪੀਅਨ ਬਣਨਾ ਹੈ ਤੇ ਬਣਨਾ ਹੈ। ਬਚਪਨ 'ਚ ਸੁਣਿਆ ਸੀ ਕਿ ਆਪਣਾ ਮਕਸਦ ਰੋਜ਼ ਯਾਦ ਕਰਨਾ ਚਾਹੀਦਾ ਹੈ, ਫਿਰ ਉਸ ਵੱਲ ਵਧਣ ਲਈ ਮਿਹਨਤ ਕਰਨੀ ਚਾਹੀਦੀ ਹੈ। ਮੈਂ ਰੋਜ਼ ਵਰਲਡ ਚੈਂਪੀਅਨ ਬਣਨ ਦਾ ਆਪਣਾ ਟੀਚਾ ਯਾਦ ਕਰਦੀ ਤੇ ਜੀ ਜਾਨ ਨਾਲ ਜੁੱਟ ਕੇ ਦਿਨ ਵਿੱਚ 8-10 ਘੰਟੇ ਮਿਹਨਤ ਕਰਦੀ। ਜਦੋਂ ਪ੍ਰੋਫੈਸਰ ਗਾਂਧੀ ਨੇ ਕਿਹਾ ਜੋ ਬਣਨਾ ਚਾਹੇਂਗੀ ਬਣੇਗੀ, ਮੈਨੂੰ ਇੱਕ ਵਾਰ ਲਈ ਲੱਗਿਆ ਕਿ ਇੰਨਾ ਸੌਖਾ ਹੈ ਤਾਂ ਫਿਰ ਇੰਨੀ ਮਿਹਨਤ ਦੀ ਜ਼ਰੂਰਤ ਕੀ ਹੈ। ਪਰ ਇਹ ਗੱਲ ਪੁਰਾਣੀ ਹੋ ਗਈ। ਪ੍ਰੋਫੈਸਰ ਗਾਂਧੀ ਚੱਲ ਵਸੇ ਤੇ ਨੈਸ਼ਨਲ ਚੈਂਪੀਅਨ ਬਣਨ ਤੋਂ ਬਾਅਦ ਮੈਂ ਸ਼ਤਰੰਜ ਛੱਡ ਦਿੱਤੀ। ਮੈਨੂੰ ਪਤਾ ਲੱਗ ਗਿਆ ਸੀ ਕਿ ਸਿਰਫ ਮੇਰੇ ਚਾਹੁਣ ਨਾਲ ਕੁਝ ਨਹੀਂ ਹੋਣ ਵਾਲਾ ਸੀ। ਹੁਣ ਜਦੋਂ ਮੁੜ ਕੇ ਦੇਖਦੀ ਹਾਂ ਤਾਂ ਸੋਚਦੀ ਹਾਂ ਕਿ ਵਰਲਡ ਚੈਂਪੀਅਨ ਇਸ ਲਈ ਬਣਨਾ ਸੀ ਕਿਉਂਕਿ ਸਭ ਤੋਂ ਵੱਡੀ ਉਪਲਬਧੀ ਇੱਕ ਚੈਸ ਪਲੇਅਰ ਦੇ ਲਈ ਉਹੀ ਹੈ। ਜੇਕਰ ਉਪਲਬਧੀ ਕੁਝ ਹੋਰ ਹੁੰਦੀ ਤਾਂ ਮੈਂ ਕੁਝ ਹੋਰ ਬਣਨਾ ਹੁੰਦਾ। ਜਿਵੇਂ ਕੋਈ ਐਕਟਰ ਇੱਕ ਚੰਗਾ ਐਕਟਰ ਬਣਨ ਦੀ ਬਜਾਏ ਸਿੱਧਾ ਆਸਕਰ ਨੂੰ ਆਪਣਾ ਟੀਚਾ ਬਣਾ ਲਏ। ਦਰਅਸਲ ਉਹ ਟੀਚਾ ਮੇਰਾ ਨਹੀਂ, ਸਮਾਜ ਦਾ ਸੀ। ਉਹ ਸਫਲਤਾ ਮੇਰੀ ਨਹੀਂ, ਸਮਾਜ ਦੀ ਸੀ। ਤਦ ਮੈਂ ਚੰਗੀ ਤਰ੍ਹਾਂ ਚੈਸ ਖੇਡ ਕੇ ਵੀ, ਸਟੇਟ ਜਾਂ ਨੈਸ਼ਨਲ ਚੈਂਪੀਅਨ ਬਣ ਕੇ ਵੀ ਅਸੰਤੁਸ਼ਟ ਹੀ ਰਹਿ ਜਾਂਦੀ। ਮੈਂ 7 ਸਾਲ ਦੀ ਉਮਰ ਤੋਂ 17 ਸਾਲ ਤੱਕ ਲਗਾਤਾਰ ਹਰਿਆਣਾ ਸਟੇਟ ਦੀ ਚੈਂਪੀਅਨ ਬਣਦੀ ਰਹੀ, ਹਮੇਸ਼ਾ ਮੁੰਡਿਆਂ ਨਾਲ ਖੇਡ ਕੇ, ਕਿਉਂਕਿ ਹਰਿਆਣੇ 'ਚ ਬਹੁਤ ਘੱਟ ਕੁੜੀਆਂ ਸ਼ਤਰੰਜ ਖੇਡਦੀਆਂ ਸਨ। ਮੈਂ ਆਪਣੀ ਉਮਰ ਦੇ ਕਿਸੇ ਮੁੰਡੇ ਨੂੰ ਵੀ ਆਪਣੇ ਨੇੜੇ ਤੇੜੇ ਨਹੀਂ ਫੜਕਣ ਦਿੱਤਾ। ਪਰ ਉਹ ਕੋਈ ਉਪਲਬਧੀ ਨਹੀਂ ਸੀ, ਕਿਉਂਕਿ ਲਕਸ਼ ਤਾਂ ਵਰਲਡ ਚੈਂਪੀਅਨ ਬਣਨਾ ਸੀ। ਕਿਸੇ ਟੂਰਨਾਮੈਂਟ ਦੀ ਜਿੱਤ ਤੋਂ ਬਾਅਦ ਉਹਦੀ ਖੁਸ਼ੀ ਮਨਾਉਣ, ਉਹਦੀ ਸੈਲੀਬ੍ਰੇਸ਼ਨ ਦੀ ਬਜਾਏ ਅਗਲੇ ਟੂਰਨਾਮੈਂਟ ਦੀ ਤਿਆਰੀ ਸ਼ੁਰੂ ਹੋ ਜਾਂਦੀ। ਫਿਰ ਜਦੋਂ ਮੈਂ ਪਹਿਲੀ ਵਾਰ 15 ਸਾਲ ਦੀ ਉਮਰ 'ਚ ਅੰਡਰ 16 ਦੀ ਨੈਸ਼ਨਲ ਚੈਂਪੀਅਨ ਬਣੀ ਤਾਂ ਮੈਨੂੰ ਲੱਗਿਆ ਕਿ ਹੁਣ ਤਾਂ ਉਹ ਖੁਸ਼ੀ ਬਸ ਮਿਲ ਹੀ ਜਾਣੀ ਚਾਹੀਦੀ ਹੈ, ਉਹ ਸੈਲੀਬ੍ਰੇਸ਼ਨ ਅਖੀਰ ਹੋ ਜਾਣਾ ਚਾਹੀਦਾ ਹੈ। ਪਰ ਮੇਰੀਆਂ ਅੱਖਾਂ ਅੱਗੋਂ ਪਰਦਾ ਉਦੋਂ ਚੁੱਕਿਆ ਗਿਆ ਜਦੋਂ ਮੈਂ ਅਗਲੇ ਹੀ ਟੂਰਨਾਮੈਂਟ 'ਚ ਪਹਿਲਾ ਮੈਚ ਹਾਰ ਗਈ। ਉਦੋਂ ਤੱਕ ਥੋੜ੍ਹੇ ਦਿਨ ਪਹਿਲਾਂ ਜਿੱਤਿਆ ਗਿਆ ਉਹ ਟੂਰਨਾਮੈਂਟ ਭੁੱਲ ਚੁੱਕੀ ਸੀ। ਅਖਬਾਰ ਕੁਝ ਦਿਨ ਮੇਰੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਸੀ ਤੇ ਅੱਜ ਮੇਰੇ ਟੈਲੈਂਟ ਨੂੰ, ਮੇਰੀ ਮਿਹਨਤ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੇ ਸੀ। ਕਿਸੇ ਨੂੰ ਯਾਦ ਨਹੀਂ ਸੀ ਕਿ ਥੋੜ੍ਹੇ ਦਿਨ ਪਹਿਲਾਂ ਮੈਂ ਆਪਣੀ ਖੇਡ ਦਾ ਲੋਹਾ ਮਨਵਾ ਚੁੱਕੀ ਹਾਂ। ਪਰ ਉਹ ਜਿੱਤ ਅਤੀਤ ਦੀ ਗੱਲ ਹੋ ਚੁੱਕੀ ਸੀ ਤੇ ਮੈਂ ਵਰਤਮਾਨ 'ਚ ਹਾਰ ਗਈ ਸੀ। ਉਸ ਦਿਨ ਮੈਂ ਮਾਂ ਦੀ ਝੋਲੀ 'ਚ ਸਿਰ ਰੱਖ ਕੇ ਪੂਰੀ ਰਾਤ ਰੋਂਦੀ ਰਹੀ। ਮੈਂ ਜਿਵੇਂ ਵਾਪਸ ਉਹਦੇ ਅੰਦਰ ਚਲੇ ਜਾਣਾ ਚਾਹੁੰਦੀ ਸੀ। ਮੇਰੇ ਤੋਂ ਹੁਣ ਹੋਰ ਗਲ ਵੱਢ ਮੁਕਾਬਲਾ ਬਰਦਾਸ਼ਤ ਨਹੀਂ ਹੋਣਾ ਸੀ। ਮੈਂ ਇੱਕ ਇਕੱਲੀ ਖਿਡਾਰਨ ਨਹੀਂ ਹਾਂ ਜਿਹੜੀ ਜਿੱਤ ਕੇ ਹਾਰ ਗਈ ਸੀ। ਇਹ ਹਰ ਖਿਡਾਰੀ ਦੇ ਨਾਲ ਸਾਰੀ ਜ਼ਿੰਦਗੀ ਹੁੰਦਾ ਹੈ। ਪਰ ਮੈਂ ਇਹ ਜ਼ਿੰਦਗੀ ਹੋਰ ਨਹੀਂ ਜੀ ਸਕਦੀ ਸੀ।
ਮੇਰੇ 'ਚ ਇੰਨੀ ਤਾਕਤ ਨਹੀਂ ਸੀ ਕਿ ਹਾਰ ਜਿੱਤ ਦੀ ਖੇਡ ਤੋਂ ਉੱਪਰ ਉੱਠ ਸਕਾਂ। ਇਸ ਤਰ੍ਹਾਂ 17 ਸਾਲ ਦੀ ਉਮਰ 'ਚ ਮੈਂ ਸਫਲਤਾ ਤੇ ਨਾਮ ਤੋਂ ਅੱਕ ਚੁੱਕੀ। ਮੈਂ ਹੁਣ ਕੋਈ ਨਿਸ਼ਾਨਾ ਨਹੀਂ ਬਣਾਉਣਾ ਚਾਹੁੰਦੀ ਸੀ। ਮੇਰਾ ਮਕਸਦ ਇੱਕ ਸਧਾਰਨ ਜ਼ਿੰਦਗੀ ਜਿਉਣਾ ਸੀ। ਮੈਨੂੰ ਕਿਸੇ ਅਖਬਾਰ ਦੀ ਹੈਡਲਾਈਨ ਬਣਨ ਦਾ ਸ਼ੌਕ ਨਹੀਂ ਰਿਹਾ ਸੀ। ਮੈਂ ਦੁਨੀਆ ਦੀ ਭੇਡ 'ਚ ਗੁਆਚਣਾ ਚਾਹੁੰਦੀ ਸੀ। ਮੈਂ ਖੁਸ਼ ਰਹਿਣਾ ਚਾਹੁੰਦੀ ਸੀ ਤੇ ਮੈਨੂੰ ਹੁਣ ਪਤਾ ਲੱਗ ਗਿਆ ਸੀ ਕਿ ਸਫਲਤਾ ਦਾ ਦੂਜਾ ਨਾਮ ਖੁਸ਼ੀ ਹੈ। ਬਸ ਉਦੋਂ ਤੋਂ ਮੈਂ ਕੋਈ ਨਿਸ਼ਾਨਾ ਨਹੀਂ ਬਣਾਇਆ ਤੇ ਸਭ ਨਿਸ਼ਾਨੇ ਪੂਰੇ ਹੋ ਗਏ ਹਨ। ਇਹ ਰਾਜ਼ ਕਦੇ ਫੇਰ। ਮੈਂ ਮੈਟਰੋ ਫੜ ਕੇ ਨਦੀ ਦੇ ਉਸ ਪਾਰ ਬੁੱਢਾ ਵਿੱਚ ਪਹੁੰਚ ਗਈ ਤੇ ਆਪਣੇ ਮੇਜ਼ਬਾਨ ਨੂੰ ਮਿਲਣ। ਮੇਰੇ ਮਨ 'ਚ ਕੋਈ ਇੱਕ ਝਿਜਕ ਤਾਂ ਪਹਿਲਾਂ ਤੋਂ ਹੀ ਸੀ ਤੇ ਮਨ ਹਮੇਸ਼ਾ ਐਵੇਂ ਥੋੜ੍ਹਾ ਝਿਜਕਦਾ ਹੋਏਗਾ। ਕਿਤੇ ਨਾ ਕਿਤੇ ਕੋਈ ਉਹਦਾ ਆਧਾਰ ਹੁੰਦਾ ਹੋਏਗਾ, ਭਾਵੇਂ ਆਪਣੇ ਮਨ 'ਚ ਭਾਵੇਂ ਬਾਹਰ ਦੀ ਦੁਨੀਆ 'ਚ। ਮੇਰੇ ਨਵੇਂ ਮੇਜ਼ਬਾਨ ਸਾਹਿਬ ਲੂਸੀਅਨ ਇੱਕ ਅਧਿਆਤਮਕ ਮਾਸਟਰ ਸਾਂਝਾ ਹੋਣ ਦਾ ਦਾਅਵਾ ਕਰਦੇ ਸਨ। ਇੱਕ ਚੰਗਾ, ਸਫਲ ਤੇ ਖੁਸ਼ਹਾਲ ਜੀਵਨ ਜਿਉਣ ਦੇ ਲਈ ਕੀ ਕਰੀਏ, ਇਸ ਬਾਰੇ 'ਚ ਲਿਖਦੇ ਸਨ। ਮੌਨ ਧਾਰਨ ਕਿਵੇਂ ਕਰੀਏ, ਅੱਜ ਕੱਲ੍ਹ ਇਹ ਪੜ੍ਹਾਉਂਦੇ ਸੀ। ਖੁਦ ਮੌਨ 'ਚ ਜਾ ਚੁੱਕੇ ਸੀ। ਇੱਧਰ ਹਾਲਤ ਇਹ ਹਨ ਕਿ ਅਸੀਂ ਸਮਝੀ ਬੈਠੇ ਸੀ ਕਿ ਅਧਿਆਤਮ ਤੇ ਭਾਰਤ ਦਾ ਹੀ ਏਕਾਧਿਕਾਰ ਹੈ। ਉਹਨਾਂ ਨਾਲ ਮੈਟਰੋ ਸਟੇਸ਼ਨ ਉੱਤੇ ਮਿਲਾਪ ਹੋਇਆ ਤੇ ਹੁਣ ਅਸੀਂ ਬੱਸ ਰਾਹੀਂ ਉਹਨਾਂ ਦੇ ਘਰ ਜਾਣਾ ਸੀ। ਮੈਨੂੰ ਉਹਨਾਂ ਨਾਲ ਹੋਈ ਆਪਣੀ ਗੱਲਬਾਤ ਜ਼ਿਆਦਾ ਯਾਦ ਨਹੀਂ, ਪਰ ਇਹ ਯਾਦ ਹੈ ਕਿ ਉਹ ਮੇਰੀ ਹਰ ਗੱਲ ਨੂੰ ਟੋਕਣ ਦੀ ਕੋਸ਼ਿਸ਼ ਕਰ ਰਹੇ ਸੀ। ਜਿਵੇਂ ਜੇਕਰ ਮੈਂ ਕਹਾਂ ਕਿ ਬਹੁਤ ਸੋਹਣਾ ਸ਼ਹਿਰ ਹੈ ਤਾਂ ਉਹਨਾਂ ਨੇ ਕਿਹਾ ਕਿ ਤੈਨੂੰ ਕੀ ਪਤਾ, ਹਾਲੇ ਤਾਂ ਕੁਝ ਹੀ ਘੰਟੇ ਹੋਏ ਨੇ ਆਇਆਂ ਨੂੰ। ਜੇਕਰ ਮੈਂ ਕਿਹਾ ਮੈਨੂੰ ਯੋਗਾ ਆਉਂਦਾ ਹੈ ਤਾਂ ਉਹਨਾਂ ਪੁੱਛਿਆ ਕਿ ਕਿਹੜਾ ਆਉਂਦਾ ਹੈ, ਤੇ ਜਦੋਂ ਮੈਂ ਕਿਹਾ ਕਿ ਨਾਮ ਨਹੀਂ ਪਤਾ ਤਾਂ ਮਖੌਲ ਕਰਕੇ ਹੱਸਣ ਲੱਗੇ। ਪਰ ਹੁਣ ਤਾਂ ਮਜਬੂਰੀ 'ਚ ਗਧੇ ਨੂੰ ਬਾਪ ਬਣਾਉਣ ਵਾਲੀ ਗੱਲ ਸਾਹਮਣੇ ਸੀ। ਵੈਸੇ ਵੀ ਸੁਣਨ ਦੇ ਇਲਾਵਾ ਕੋਈ ਹੋਰ ਕਰ ਕੀ ਸਕਦਾ। ਉਂਝ ਤਾਂ ਲੂਸੀਅਨ ਮੌਨ 'ਚ ਉਤਰੇ ਹੋਏ ਸੀ, ਪਰ ਲੱਗਿਆ ਕਿ ਮੈਨੂੰ ਸਮਝਾਉਣ ਦੇ ਲਈ ਉਹਨਾਂ ਨੇ ਆਪਣਾ ਮੌਨ ਤਿਆਗ ਦਿੱਤਾ। ਉਹ ਮੈਨੂੰ ਕੁਛ ਨਾ ਕੁਛ ਮੌਨ ਦੇ ਬਾਰੇ 'ਚ ਦੱਸਦੇ ਹੀ ਰਹੇ, ਇੰਨਾ ਕਿ ਮੈਂ ਸੱਚਮੁੱਚ ਮੌਨ 'ਚ ਉਤਰ ਗਈ। ਨਾ ਕੁਝ ਸੁਣ ਪਾ ਰਹੀ ਸੀ, ਨਾ ਕੋਈ ਸਮਝ ਆ ਰਹੀ ਸੀ ਤੇ ਨਾ ਸੋਚ ਪਾ ਰਹੀ ਸੀ। ਸ਼ਾਇਦ ਇਹੀ ਸੀ ਮੌਨ। ਸਾਨੂੰ ਬੱਸ ਨੇ ਇੱਕ ਪਹਾੜੀ ਉੱਤੇ ਛੱਡਿਆ ਤੇ ਅਸੀਂ ਥੋੜ੍ਹੀ ਹੋਰ ਚੜ੍ਹਾਈ ਚੜ੍ਹ ਕੇ ਉਹਨਾਂ ਦੇ ਘਰ ਆਏ। ਇੱਕ ਸਟੂਡੀਓ ਅਪਾਰਟਮੈਂਟ ਸੀ, ਮਤਲਬ 21 ਕਮਰੇ 'ਚ ਰਸੋਈ, ਬੈਠਕ ਤੇ ਬੈੱਡ। ਰਸੋਈ 'ਚ ਦੁੱਧ ਤਾਂ ਕੀ, ਚਾਹ ਪੱਤੀ ਵੀ ਨਹੀਂ ਸੀ। ਫਰਿੱਜ 'ਚ ਖਾਣ ਲਈ ਇੱਕ ਦਾਣਾ ਤੱਕ ਨਹੀਂ ਤੇ ਸਭ ਭਾਂਡੇ ਜੂਠੇ। ਇੱਥੇ ਤਾਂ ਪਾਣੀ ਪੀਣ ਨੂੰ ਵੀ ਮੁਸ਼ਕਿਲ ਨਾਲ ਜੀ ਕੀਤਾ। ਇੱਕ ਪਾਸੇ ਉੱਧਰ ਸਿੰਗਲ ਬੈੱਡ ਸੀ ਤੇ ਵਿਚਕਾਰ ਇੱਕ ਟਾਟ ਦਾ ਪਾਰਟੀਸ਼ਨ, ਫਿਰ ਇੱਕ ਪਾਸੇ ਇੱਕ ਸੋਫਾ ਕਮ ਬੈੱਡ। ਲੂਸੀਅਨ ਨੇ ਕਿਹਾ ਕਿ ਮੈਂ ਇੱਥੇ ਸੋਫੇ ਉੱਤੇ ਸੌਂ ਸਕਦੀ ਹਾਂ। ਮੈਂ ਆਪਣਾ ਸਮਾਨ ਨੁੱਕਰ 'ਚ ਰੱਖਿਆ ਤੇ ਸੋਚਣ ਲੱਗੀ ਕਿ ਛੇਤੀ ਅਗਲਾ ਦਿਨ ਆ ਜਾਏ, ਪਰ ਲੂਸੀਅਨ ਦੀਆਂ ਗੱਲਾਂ ਅਜੇ ਖਤਮ ਨਹੀਂ ਸੀ ਹੋਈਆਂ। ਜਨਾਬ ਦੱਸਦੇ ਰਹੇ ਕਿ ਉਹਨਾਂ ਦੀ ਇੱਕ ਯੋਜਨਾ ਹੈ ਇਕਾਂਤ ਵਿੱਚ ਝੌਂਪੜੀ ਪਾਉਣ ਦੀ। ਇਸ ਬਾਰੇ ਉਹਨਾਂ ਦਾ ਕੋਈ ਕਨਸੈਪਟ ਸੀ ਜਿਹਦੇ ਬਾਰੇ ਹੁਣ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ। ਇਕਾਂਤ ਤੇ ਸ਼ਾਂਤੀ ਤਾਂ ਮੈਨੂੰ ਵੀ ਪਸੰਦ ਹੈ, ਪਰ ਮੇਰੇ ਕਿਸੇ ਗੱਲ ਦਾ ਪਤੰਗੜ ਬਣਾਉਣਾ ਤੇ ਇਹਨੂੰ ਦੂਸਰੇ ਸਿਰੇ ਤੱਕ ਖਿੱਚ ਦੇਣਾ ਮੇਰੀ ਸਮਝ 'ਚ ਨਹੀਂ ਆਉਂਦਾ। ਮੈਂ ਜਾਣਦੀ ਹਾਂ ਕੁਝ ਅਜਿਹੇ ਲੋਕਾਂ ਨੂੰ ਜੋ ਮੌਨ ਰੱਖ ਲੈਂਦੇ ਆ ਤੇ ਫਿਰ ਲਿਖ ਲਿਖ ਕੇ ਗੱਲਾਂ ਕਰਦੇ ਆ। ਆਖਿਰ ਇਹੋ ਜਿਹੀ ਚੁੱਪ ਕਿਸ ਕੰਮ ਦੀ, ਜੋ ਬੋਲਣ ਦੀ ਭੁੱਖ ਨਾਲ ਹੀ ਤੁਹਾਨੂੰ ਮਾਰ ਦੇ। ਇਹ ਜਨਾਬ ਗੱਲਬਾਤ ਦੇ ਐਸੇ ਭੁੱਖੇ ਸਨ ਕਿ ਪਤਾ ਨਹੀਂ ਮੈਂ ਕਦੋਂ ਸੌਂ ਗਈ ਤੇ ਉਹ ਕਦੋਂ ਚੁੱਪ ਹੋਏ। ਨਵਾਂ ਦਿਨ ਸੀ, ਜ਼ਰੂਰ ਕੁਝ ਨਵਾਂ ਲੈ ਕੇ ਆਏਗਾ। ਲੂਸੀਅਨ ਜਨਾਬ ਨੇ ਦੱਸਿਆ ਕਿ ਅੱਜ ਮੈਨੂੰ ਘਰ ਤੋਂ ਜਾਣਾ ਪਏਗਾ ਕਿਉਂਕਿ ਉਹਦੀ ਕੋਈ ਦੋਸਤ ਆ ਰਹੀ ਹੈ। ਮੈਂ 4-5 ਲੋਕਾਂ ਨੂੰ ਆਪਣੀ ਬੇਨਤੀ ਲਿਖ ਕੇ ਭੇਜੀ ਸੀ ਤੇ ਮੈਨੂੰ ਯਕੀਨ ਸੀ ਸ਼ਾਮ ਤੱਕ ਕੋਈ ਗੱਲ ਜ਼ਰੂਰ ਬਣ ਜਾਏਗੀ, ਨਹੀਂ ਤਾਂ ਹੋਸਟਲ ਤਾਂ ਲੈ ਹੀ ਲਵਾਂਗੀ। ਮੈਂ ਬਿਨਾਂ ਕੁਝ ਖਾਧੇ ਪੀਤੇ ਕਾਹਲੀ ਨਾਲ ਘਰ ਤੋਂ ਨਿਕਲ ਪਈ। ਭਾਵੇਂ ਕਿ ਮੀਂਹ ਦਾ ਮੌਸਮ ਸੀ, ਪਰ ਠੰਡ ਨਹੀਂ ਸੀ। ਮੈਂ ਬਿਨਾਂ ਸਮਾਨ ਚੁੱਕੇ ਨਿਕਲ ਆਈ, ਇਹ ਕਹਿ ਕੇ ਕਿ ਸ਼ਾਮ ਨੂੰ ਆ ਕੇ ਸਮਾਨ ਲੈ ਲਵਾਂਗੀ। ਬੁੱਢਾ ਦੇ ਹਰੇ ਪਹਾੜਾਂ ਦੇ ਵਿੱਚ ਮੈਂ ਪੇਸਟ ਦੇ ਵੱਲ ਉਤਰਨ ਲੱਗੀ। ਰਾਹ ਹਰਾ ਤੇ ਹੋਰ ਹਰਾ ਹੁੰਦਾ ਜਾ ਰਿਹਾ ਸੀ। ਥੋੜ੍ਹੀ ਥੋੜ੍ਹੀ ਦੂਰੀ ਤੇ ਮੂਰਤੀਆਂ ਬਣੀਆਂ ਸਨ, ਕਿਤੇ ਰਾਜਾ, ਕਿਤੇ ਰਾਣੀ, ਕਿਤੇ ਸਾਧੂ, ਕਿਤੇ ਮਜ਼ਦੂਰ, ਕਿਤੇ ਘੋੜਸਵਾਰ, ਕਿਤੇ ਸ਼ੇਰ, ਕਿਤੇ ਇੱਲ। ਕਹਿੰਦੇ ਹਨ ਕਿ ਬੁੱਢਾ ਪੇਸਟ ਇਤਿਹਾਸ ਨਾਲ ਭਰਿਆ ਹੈ। ਇਹ ਏਸ਼ੀਆ ਤੇ ਯੂਰਪ ਦੇ ਬਾਰਡਰ ਤੇ ਵਸਿਆ ਹੋਇਆ ਹੈ ਤੇ ਦੋਨਾਂ ਦੀ ਝਲਕ ਮਿਲਦੀ ਹੈ। ਦੁਕਾਨਾਂ ਦੇ ਬਾਹਰ ਲਾਲ ਮਿਰਚਾਂ ਟੰਗੀਆਂ ਸਨ। ਇੱਥੋਂ ਦੇ ਖਾਣੇ 'ਚ ਲਾਲ ਮਿਰਚ ਦਾ ਬਹੁਤ ਇਸਤੇਮਾਲ ਹੁੰਦਾ ਸੀ, ਜਿਹਨੂੰ ਇੱਥੇ ਪੇਪਰਿਕਾ ਕਹਿੰਦੇ ਹਨ। ਪੇਪਰਿਕਾ ਮਿੱਠੀ ਤੇ ਤਿੱਖੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਥੋਂ ਦੀ ਤਰੀ ਇੱਕਦਮ ਲਾਲ ਲਾਲ ਰਾਜਸਥਾਨੀ ਖਾਣੇ ਵਰਗੀ ਦਿਖਦੀ ਹੈ, ਪਰ ਸਵਾਦ ਇੱਕਦਮ ਮਿੱਠਾ ਮਿੱਠਾ ਹੁੰਦਾ ਹੈ। ਮੈਂ ਹਮੇਸ਼ਾ ਦੀ ਤਰ੍ਹਾਂ ਰਾਹ ਭਟਕ ਗਈ ਤੇ ਉਂਝ ਹੀ ਅੰਦਾਜ਼ੇ ਨਾਲ ਚੱਲਣ ਲੱਗ ਪਈ। ਇੱਥੇ ਵੀ ਘਰਾਂ ਦੇ ਬਾਹਰ ਝੰਡੇ ਲੱਗੇ ਹੋਏ ਸਨ, ਲਾਲ, ਚਿੱਟੇ, ਹਰੇ ਰੰਗ ਦੇ ਝੰਡੇ।
ਬਿਲਕੁਲ ਸਾਡੇ ਇੱਥੇ ਵਾਂਗੂ। ਕੀ ਸਾਰੇ ਝੰਡੇ ਇਹਨਾਂ ਹੀ ਰੰਗਾਂ ਦੇ ਬਣੇ ਹੁੰਦੇ ਨੇ? ਮੈਂ ਸੋਚਦੀ ਹਾਂ ਕਿ ਗੁਲਾਬੀ ਰੰਗ ਦਾ ਝੰਡਾ ਨਹੀਂ ਹੁੰਦਾ ਕਿਸੇ ਦੇਸ਼ ਦਾ। ਰਾਹ 'ਚ ਪੱਬ ਸਨ ਤੇ ਅੰਦਰ ਅਧਖੜ ਉਮਰ ਦੇ ਆਦਮੀ ਤੇ ਇੱਕ ਅੱਧੀ ਔਰਤ ਇਕੱਲੇ ਬੈਠੇ ਬੀਅਰ ਪੀ ਰਹੇ ਸਨ। ਸਵੇਰੇ 9 ਵਜੇ ਹਨੇਰੇ ਵਰਗਾ ਮੌਸਮ ਸੀ। ਮੀਂਹ ਪੈਣ ਲੱਗਾ। ਮੈਂ ਵੀ ਇੱਕ ਪੱਬ 'ਚ ਸ਼ਰਨ ਲਈ, ਪਰ ਸਵੇਰੇ ਸਵੇਰੇ ਬੀਅਰ ਪੀਣ ਦੀ ਹਿੰਮਤ ਨਹੀਂ ਜੁਟਾ ਸਕੀ। ਹਾਲਾਂਕਿ ਇੱਥੇ ਬੀਅਰ ਕੌਫੀ ਨਾਲੋਂ ਸਸਤੀ ਸੀ, ਫਿਰ ਵੀ ਮੈਂ ਕੌਫੀ ਮੰਗਵਾਈ। ਪੱਬ ਵਿੱਚ ਮੈਂ ਇਕੱਲੀ ਸੀ। ਇੱਕ 25-30 ਸਾਲ ਦਾ ਮੁੰਡਾ, ਜਿਹਨੇ ਸ਼ਾਇਦ ਥੋੜ੍ਹਾ ਟਾਈਮ ਪਹਿਲਾਂ ਹੀ ਦੁਕਾਨ ਖੋਲ੍ਹੀ ਸੀ, ਦੁਕਾਨ ਸਜਾ ਰਿਹਾ ਸੀ। ਪੱਬ ਵਿੱਚ ਬਹੁਤ ਪੁਰਾਣੀ ਕਿਸਮ ਦੇ ਵੱਡੇ ਵੱਡੇ ਝੂਮਰ ਲੱਗੇ ਸਨ। ਕੁਰਸੀਆਂ ਤੇ ਸੋਫੇ ਵੀ ਪੁਰਾਣੀ ਕੰਮ ਵਾਲੇ ਕੱਪੜੇ ਦੇ ਬਣੇ ਸਨ। ਮੱਧਮ ਲਾਈਟ ਹੈ ਤੇ ਸ਼ਾਇਦ ਇੱਥੋਂ ਦਾ ਕੋਈ ਲੋਕਲ ਸੰਗੀਤ ਚੱਲ ਰਿਹਾ ਹੈ। ਮੁੰਡਾ ਗਲਾਸ ਸਾਫ਼ ਕਰ ਰਿਹਾ ਤੇ ਆਪਣੇ ਆਪ 'ਚ ਮਸਤ ਜਿਹਾ ਲੱਗਦਾ ਹੈ। ਦੁਕਾਨ 'ਚ ਕਿਸੇ ਦੂਸਰੇ ਦੇਸ਼ ਦੀ ਲੜਕੀ ਆਈ ਹੈ, ਉਸ ਨਾਲ ਉਹਨੂੰ ਕੋਈ ਮਤਲਬ ਨਹੀਂ ਦਿਸਦਾ। ਭਾਵੇਂ ਕਿ ਕੋਈ ਟੂਰਿਸਟ ਇਲਾਕਾ ਨਹੀਂ ਲੱਗਦਾ, ਫਿਰ ਵੀ ਉਹਨੂੰ ਮੇਰੇ 'ਚ ਦਿਲਚਸਪੀ ਨਹੀਂ ਦਿਸਦੀ। ਮੈਂ ਉਸ ਨਾਲ ਕੁਝ ਸਵਾਲ ਜਵਾਬ ਕਰਦੀ ਹਾਂ ਤਾਂ ਬੜੀ ਤਮੀਜ਼ ਨਾਲ ਉਹਦਾ ਜਵਾਬ ਦਿੰਦਾ। ਉਹਦੀ ਅੰਗਰੇਜ਼ੀ ਇੰਨੀ ਬੁਰੀ ਨਹੀਂ ਹੈ। ਜਦੋਂ ਮੈਂ ਉਹ ਤੋਂ ਪੁੱਛਿਆ ਕਿ ਕਿੰਨੇ ਲੋਕ ਸਵੇਰੇ ਸਵੇਰੇ ਬੀਅਰ ਪੀਣਾ ਸ਼ੁਰੂ ਕਰ ਦਿੰਦੇ ਆ ਤਾਂ ਉਹ ਥੋੜ੍ਹਾ ਝਿਜਕਦਾ ਹੈ। ਜਵਾਬ 'ਚ ਚੁੱਪ ਹੀ ਰਹਿੰਦਾ ਹੈ। ਮੈਂ ਮੀਂਹ ਰੁਕਣ ਤੱਕ ਆਪਣੀ ਕੌਫੀ ਪੀਂਦੀ ਹਾਂ। ਉਹਦਾ ਇੱਕ ਹੋਰ ਦੋਸਤ ਆ ਜਾਂਦਾ ਹੈ ਤੇ ਉਹ ਆਪਸ 'ਚ ਗੱਲਾਂ ਕਰਨ ਲੱਗਦੇ ਹਾਂ। ਇੱਕਦਮ ਅਣਜਾਣ ਦੇਸ਼ ਦੀ, ਅਣਜਾਣ ਸ਼ਹਿਰ ਦੀ, ਅਣਜਾਣ ਗਲੀ ਦੇ ਇੱਕ ਅਣਜਾਣ ਪੱਬ ਵਿੱਚ ਦੋ ਅਣਜਾਣ ਮੁੰਡਿਆਂ ਨਾਲ ਮੈਨੂੰ ਓਪਰਾ ਨਹੀਂ ਲੱਗਦਾ, ਬਲਕਿ ਲੱਗਦਾ ਹੈ ਕਿ ਜਿਵੇਂ ਮੈਂ ਰੋਜ਼ ਹੀ ਇਸ ਬਾਰ 'ਚ ਕੌਫੀ ਪੀਂਦੀ ਹਾਂ ਤੇ ਇਹਨਾਂ ਦੋਹਾਂ ਨੂੰ ਜਾਣਦੀ ਹਾਂ। ਡਰ ਤਾਂ ਨੇੜੇ ਤੇੜੇ ਵੀ ਨਹੀਂ ਫਟਕਦਾ। ਇਹ ਬੇਫਿਕਰੀ ਮੇਰੇ 'ਚ ਹੈ ਜਾਂ ਆਲੇ ਦੁਆਲੇ ਲੋਕਾਂ ਵਿੱਚ ਹੈ? ਡਰ ਸਾਨੂੰ ਲੱਗਦਾ ਹੈ ਜਾਂ ਆਸੇ ਪਾਸੇ ਦੇ ਲੋਕ ਡਰਾਉਂਦੇ ਹਨ? ਅਸੀਂ ਜਿਹੋ ਜਿਹੇ ਹਾਂ ਉਹੀ ਹਾਂ ਜਾਂ ਸਾਡਾ ਆਲਾ ਦੁਆਲਾ ਸਾਨੂੰ ਉਹੋ ਜਿਹਾ ਬਣਾਉਂਦਾ ਹੈ? ਮੈਂ ਕਿੰਨੀਆਂ ਅਜਿਹੀਆਂ ਕੁੜੀਆਂ ਨੂੰ ਜਾਣਦੀ ਹਾਂ ਜੋ ਬਿਨਾਂ ਬਾਹਾਂ ਦੇ ਸੂਟ ਪਾਉਣ ਤੱਕ ਸ਼ਰਮਾਉਂਦੀਆਂ ਹਨ। ਅੱਜ ਲੰਡਨ 'ਚ ਸ਼ਾਰਟ ਸਕਰਟ ਆਰਾਮ ਨਾਲ ਪਹਿਨਦੀਆਂ। ਇੱਕ ਗੱਲ ਹੋਰ, ਉਹ ਸਭ ਕੁੜੀਆਂ ਜੋ ਯੂਰਪ 'ਚ ਹਨੀਮੂਨ ਦੇ ਸਮੇਂ ਇੱਕਦਮ ਵਧੀਆ ਨਵੇਂ ਅੰਦਾਜ਼ ਦੇ ਡਰੈਸ ਪਹਿਨਦੇ ਵਕਤ ਬਿਲਕੁਲ ਨਹੀਂ ਸ਼ਰਮਾਉਂਦੀਆਂ, ਵਾਪਸ ਘਰ ਆ ਕੇ ਫਿਰ ਸਾੜੀ 'ਚ ਲਿਪਟ ਜਾਂਦੀਆਂ ਹਨ। ਉਹ ਸ਼ਾਰਟਸ ਜੋ ਪੈਰਿਸ ਦੀਆਂ ਗਲੀਆਂ 'ਚ ਜ਼ਰੂਰੀ ਸਨ, ਦਿੱਲੀ 'ਚ ਉਹਨਾਂ ਲਈ ਬਸ ਚੀਜ਼ ਬਣ ਕੇ ਰਹਿ ਜਾਂਦੀ ਹੈ। ਤਾਂ ਫਿਰ ਸੋਚ ਕਿਸੇ ਕੁੜੀ ਦੀ ਛੋਟੀ ਹੈ ਜਾਂ ਸਮਾਜ ਦੀ? ਮੈਂ ਜੋ ਗੱਲ ਕਰ ਰਹੀ ਹਾਂ ਉਹ ਬਿਨਾਂ ਅਪਵਾਦ ਤੋਂ ਕਰ ਰਹੀ ਹਾਂ। ਮੈਂ ਭਾਰਤ ਤੋਂ ਬਾਹਰ ਵਸੀਆਂ ਕਿੰਨੀਆਂ ਹੀ ਭਾਰਤੀ ਕੁੜੀਆਂ ਨੂੰ ਜਾਣਦੀ ਹਾਂ, ਹਰ ਵਰਗ ਦੀ, ਹਰ ਜਮਾਤ ਦੀ, ਬੈਂਕ 'ਚ ਕੰਮ ਕਰਨ ਵਾਲੀਆਂ ਵੀ ਤੇ ਬਰਿਸਤਾ 'ਚ ਕੌਫੀ ਬਣਾਉਣ ਵਾਲੀਆਂ ਵੀ, ਮੁੰਬਈ ਦੀਆਂ ਵੀ ਹਨ ਤੇ ਰਾਂਚੀ ਦੀਆਂ ਵੀ। ਉਹਨਾਂ 'ਚ ਉਦਯੋਗਪਤੀਆਂ ਦੀਆਂ ਧੀਆਂ ਦੇ ਵੀ ਨੇ, ਬੱਸ ਡਰਾਈਵਰਾਂ ਦੀਆਂ ਵੀ। ਮੇਰੀ ਜਾਣ ਪਛਾਣ 'ਚ ਬਿਨਾਂ ਅਪਵਾਦ ਦੇ ਕੋਈ ਵੀ ਕੁੜੀ ਹਰ ਰੋਜ਼ ਸੂਟ ਜਾਂ ਸਾੜੀ ਪਾਉਣਾ ਪਸੰਦ ਨਹੀਂ ਕਰਦੀ। ਸਾੜੀ ਜਾਂ ਸੂਟ ਉਹਨਾਂ ਲਈ ਸਿਰਫ ਸਾਲ 'ਚ ਇੱਕ ਅੱਧ ਵਾਰ ਤਿਉਹਾਰ 'ਤੇ ਪਾਉਣ ਵਾਲੇ ਕੱਪੜੇ ਹਨ। ਖੈਰ, ਇਹ ਤਾਂ ਗੱਲ ਹੋਈ ਬਾਹਰੀ ਬਦਲਾਵ ਦੀ। ਕਿ ਇਨਸਾਨ ਅੰਦਰ ਤੋਂ ਵੀ ਬਦਲਦਾ ਹੈ? ਸਮਾਜ ਬਣਿਆ ਤਾਂ ਸਾਡੇ ਨਾਲ ਹੀ ਹੈ ਨਾ। ਜੋ ਇੰਨੇ ਸਾਰੇ ਮਾਂ ਪਿਓ ਤੇ ਅਸੀਂ ਉਹਨਾਂ ਦੀਆਂ ਸੰਤਾਨਾਂ ਮਿਲ ਕੇ ਸਮਾਜ ਬਣਾਉਂਦੇ ਹਾਂ, ਕੀ ਸਾਡੇ ਬਦਲਾਵ ਨਾਲ ਸਮਾਜ ਬਦਲ ਨਹੀਂ ਜਾਏਗਾ? ਫਿਰ ਇੰਤਜ਼ਾਰ ਕਿਉਂ ਕਿ ਸਮਾਜ ਬਦਲੇਗਾ ਫਿਰ ਅਸੀਂ ਬਦਲਾਂਗੇ? ਖੈਰ, ਜ਼ਰੂਰਤ ਦੇ ਨਾਲ ਨਾਲ ਬਦਲਾਵ ਵੀ ਆਏਗਾ ਹੀ। ਹੁਣ ਤਾਂ ਮੈਂ ਬੁੱਢਾ ਪੇਸਟ ਦੇ ਸਮਾਜ ਵਿੱਚ ਸੀ ਤੇ ਇਕੱਲੇ ਹੋ ਕੇ ਵੀ ਸਹਿਜ ਸੀ, ਡਰੀ ਹੋਈ ਨਹੀਂ ਸੀ। ਇਹ ਮੇਰੇ ਲਈ ਕਿਸੇ ਹਨੀਮੂਨ ਤੋਂ ਘੱਟ ਨਹੀਂ ਸੀ, ਬਲਕਿ ਉਹ ਤੋਂ ਵੀ ਵੱਧ ਕੇ ਸੀ, ਕਿਉਂਕਿ ਇੱਥੇ ਜਿਵੇਂ ਵੀ ਸੀ ਉਹ ਮੈਂ ਆਪ ਇਕੱਲੀ ਸੀ, ਬੇਫਿਕਰ। ਮੈਨੂੰ ਸ਼ਾਮ ਦੇ ਲਈ ਮੇਜ਼ਬਾਨ ਮਿਲ ਗਿਆ ਸੀ। ਨਹੀਂ, ਮੇਜ਼ਬਾਨ ਮਿਲ ਗਈ ਸੀ। ਕਾਟਾ ਬਲੈਸੋਵਸਕੀ ਨਾਮ ਸੀ ਉਹਦਾ। ਹੁਣੇ ਨਵੇਂ ਘਰ 'ਚ ਸ਼ਿਫਟ ਹੋਈ ਸੀ। ਇੱਕ ਕਮਰਾ ਸੀ, ਇੱਕ ਰਸੋਈ ਤੇ ਇੱਕ ਗੁਸਲਖਾਨਾ। ਜ਼ਿਆਦਾਤਰ ਸਮਾਨ ਡੱਬਿਆਂ 'ਚ ਹੀ ਪਿਆ ਸੀ। ਉਹ ਪਹਿਲੀ ਵਾਰ ਕਿਸੇ ਦੀ ਮੇਜ਼ਬਾਨੀ ਕਰ ਰਹੀ ਸੀ ਤੇ ਮੇਰੇ ਆਰਾਮ ਨੂੰ ਲੈ ਕੇ ਕਾਫੀ ਫਿਕਰਮੰਦ ਸੀ। ਆਪਣੇ ਛੋਟੇ ਘਰ ਲਈ ਬਾਰ-ਬਾਰ ਮੇਰੇ ਤੋਂ ਮਾਫੀ ਮੰਗੀ ਜਾ ਰਹੀ ਸੀ। ਹੁਣ ਮੈਂ ਉਹਨੂੰ ਕਿਵੇਂ ਸਮਝਾਵਾਂ ਕਿ ਮੇਰੇ ਲਈ ਇਹ ਕਿਸੇ ਮਹਿਲ ਤੋਂ ਵੀ ਘੱਟ ਨਹੀਂ ਸੀ। ਇੰਨੇ ਦਿਨਾਂ ਪਿੱਛੋਂ ਕਿਸੇ ਕੁੜੀ ਦਾ ਮਿਲਣਾ, ਉਹਦੇ ਘਰ ਠਹਿਰਨਾ, ਬੇਪਰਵਾਹ ਕੱਪੜੇ ਬਦਲਣਾ ਤੇ ਗੱਲਾਂ ਕਰੀ ਜਾਣਾ, ਆਪਣੇ ਸਾਰੇ ਕਿੱਸੇ ਤੇ ਗੱਲਾਂ ਖੁੱਲ੍ਹੇ ਮਨ ਨਾਲ ਕਹਿਣੀਆਂ, ਆਪਣੇ ਸਕੂਨ ਦਾ ਸਬੂਤ ਕਿਵੇਂ ਦੇਵਾਂ ਉਹਨੂੰ? ਮੁੰਡਿਆਂ ਨਾਲ ਗੱਲਾਂ ਕਰਨ ਵੇਲੇ ਹਜ਼ਾਰ ਖਿਆਲ ਰੱਖਣੇ ਪੈਂਦੇ ਆ। ਇੰਪ੍ਰੈਸ ਇੰਨਾ ਤਾਂ ਕਰਨਾ ਹੀ ਹੈ ਕਿ ਸਾਹਮਣੇ ਵਾਲਾ ਇੰਟਰਸਟਿਡ ਰਹੇ ਤੇ ਤੁਹਾਨੂੰ ਆਪਣੇ ਘਰ 'ਚ ਠਹਿਰਾ ਕੇ ਪਛਤਾਵੇ ਨਾ, ਤੇ ਇੰਨਾ ਵੀ ਇੰਪ੍ਰੈਸ ਨਹੀਂ ਕਰਨਾ ਕਿ ਉਹ ਤੁਹਾਡੇ ਪਿਆਰ 'ਚ ਕਿਤੇ ਦੀਵਾਨਾ ਹੀ ਹੋ ਜਾਏ। ਇੱਥੇ ਮੈਂ ਇਕੱਲੀ ਘੁੰਮ ਰਹੀ ਸੀ, ਇੱਥੇ ਤਾਂ ਹੋਰ ਵੀ ਜ਼ਿਆਦਾ ਖਿਆਲ ਰੱਖਣਾ ਸੀ।
ਵੈਸੇ ਵੀ ਕਿਸੇ ਨਵੇਂ ਮੁੰਡੇ ਨਾਲ ਦੋਸਤੀ ਕਰਨ ਸਮੇਂ ਉਸ ਨਾਲ ਗੱਲਬਾਤ ਵਿੱਚ ਆਪਣੇ ਆਪ ਇੱਕ ਅਜੀਬ ਜਿਹੀ ਸਾਵਧਾਨੀ ਆਈ ਜਾਂਦੀ ਹੈ। ਦੋਸਤੀ ਵੀ ਕਰਨੀ ਹੈ ਤੇ ਪਿਆਰ ਵੀ ਨਹੀਂ ਹੋਣ ਦੇਣਾ। ਇਉਂ ਦੋਸਤੀ ਤੇ ਪਿਆਰ ਵਿੱਚ ਸੰਤੁਲਨ ਬਣਾਉਂਦੇ ਬਣਾਉਂਦੇ ਉਹ ਦੋਸਤੀ ਲਈ ਬੇਪਰਵਾਹੀ ਕਿੱਥੇ ਰਹਿ ਪੈਂਦੀ ਹੈ। ਤਾਂ ਹੀ ਤਾਂ ਕੁੜੀਆਂ ਹੁੰਦੀਆਂ ਨੇ, ਕੁੜੀਆਂ ਲਈ ਖਾਸ। ਕਾਟਾ ਦੇ ਘਰ ਸ਼ਾਮ ਨੂੰ ਪਹੁੰਚੀ ਤੇ ਪਹੁੰਚਦੀ ਅਸੀਂ ਡਿਨਰ ਕਰਨ ਬਾਹਰ ਵੱਲ ਨਿਕਲ ਗਈਆਂ। ਉਹਦਾ ਘਰ ਪੇਸਟ ਦੇ ਇੱਕਦਮ ਵਿਚਕਾਰ ਮਾਰਗਰੇਟ ਬ੍ਰਿਜ ਦੇ ਕੋਲ ਸੀ। ਅੱਜ ਸ਼ਾਇਦ ਕੋਈ ਖਾਸ ਦਿਨ ਸੀ, ਤਾਂ ਹੀ ਭੀੜ ਦੇ ਵੱਡੇ ਵੱਡੇ ਝੁੰਡ ਪੁਲ ਵੱਲ ਆ ਰਹੇ ਸਨ। ਕਾਟਾ ਨੇ ਦੱਸਿਆ ਕਿ ਨਦੀ ਦੇ ਉੱਪਰ ਆਤਿਸ਼ਬਾਜ਼ੀ ਹੋਣ ਵਾਲੀ ਹੈ। ਮੈਨੂੰ ਕਾਰਨ ਠੀਕ ਠੀਕ ਤਾਂ ਯਾਦ ਨਹੀਂ। ਸ਼ਾਇਦ ਇਹ ਦਿਨ ਉਹਨਾਂ ਦੇ ਪਹਿਲੇ ਰਾਜਾ ਸੇਂਟ ਸਟੀਵਨ ਜੀ ਨੇ ਹੰਗਰੀ ਬਣਾਇਆ ਸੀ ਦੀ ਯਾਦ 'ਚ ਮਨਾਇਆ ਜਾਂਦਾ ਹੈ। ਡੈਨਿਊਬ ਤੇ ਹਜ਼ਾਰਾਂ ਲੋਕਾਂ ਦੀ ਭੀੜ ਸੀ। ਲੋਕ ਬੱਚਿਆਂ ਨੂੰ ਮੋਢਿਆਂ ਤੇ ਬਿਠਾ ਕੇ ਲਿਆਏ ਸਨ। ਥਾਂ ਥਾਂ ਪਟਾਕੇ ਚੱਲਦੇ ਰਹੇ, ਬੱਚੇ ਤਾੜੀਆਂ ਵਜਾਉਂਦੇ ਰਹੇ। ਆਤਿਸ਼ਬਾਜ਼ੀ ਖਤਮ ਹੋਣ ਤੇ 10 ਮਿੰਟ ਅੰਦਰ ਹੀ ਭੀੜ ਖਿਲਰ ਗਈ, ਜਿਵੇਂ ਡੈਨਿਊਬ 'ਚ ਗੁਆਚ ਹੀ ਗਈ। ਇਕੱਲਾ ਧੂੰਆਂ ਰਹਿ ਗਿਆ। ਪਟਾਕਿਆਂ ਦੇ ਰੌਲੇ ਤੇ ਰੌਸ਼ਨੀ ਨਾਲ ਸੈਂਕੜੇ ਪੰਛੀ ਜਾਗ ਗਏ ਸਨ, ਜੋ ਪਾਰਲੀਮੈਂਟ ਦੀ ਇਮਾਰਤ ਦੇ ਉੱਪਰ ਟੁੱਟੇ ਸਿਤਾਰਿਆਂ ਵਾਂਗ ਮੰਡਰਾਉਂਦੇ ਰਹੇ। ਵਿਚਾਰੇ ਉਸ ਅੱਧੇ ਘੰਟੇ ਦੇ ਲਈ ਭਰਮ ਦੇ ਸ਼ਿਕਾਰ ਹੋ ਗਏ ਕਿ ਸਵੇਰ ਹੋ ਗਈ ਹੈ। ਹੁਣ ਅੱਧੀ ਨੀਂਦੇ ਉੱਠ ਕੇ ਪਰੇਸ਼ਾਨ ਮੰਡਰਾ ਰਹੇ ਸਨ। ਕਾਟਾ ਮੈਨੂੰ ਰਾਤ ਦਾ ਸ਼ਹਿਰ ਦਿਖਾਉਂਦੀ ਰਹੀ, ਮੇਰੀਆਂ ਗੱਲਾਂ ਸੁਣਦੀ ਰਹੀ ਤੇ ਆਪਣੀਆਂ ਦੱਸਦੀ ਰਹੀ। ਕਾਟਾ ਦੇ ਪਰਿਵਾਰ 'ਚ ਸਿਰਫ ਉਹ ਤੇ ਉਹਦੀ ਮਾਂ ਹਨ। ਕਾਟਾ ਦੀ ਮਾਂ ਵੀ ਮਾਰਗਰੇਟ ਬ੍ਰਿਜ ਦੇ ਕੋਲ ਇੱਕ ਇਮਾਰਤ ਵਿੱਚ ਰਹਿੰਦੀ ਹੈ। ਦੋਵੇਂ ਹਰ 2-3 ਦਿਨਾਂ 'ਚ ਮਿਲਦੀਆਂ ਹਨ, ਪਰ ਇਕੱਠੀਆਂ ਨਹੀਂ ਰਹਿੰਦੀਆਂ। ਵੱਖਰਾ ਵੱਖਰਾ ਕਿਰਾਇਆ ਦਿੰਦੀਆਂ ਹਨ, ਵੱਖ ਵੱਖ ਖਾਣਾ ਬਣਾਉਂਦੀਆਂ ਹਨ। ਬਹੁਤ ਕੋਸ਼ਿਸ਼ ਕਰਨ ਤੇ ਵੀ ਸਮਝ ਨਹੀਂ ਆਇਆ ਕਿ ਅਜਿਹਾ ਕਿਉਂ ਹੈ। ਮੈਂ ਉਹਨੂੰ ਕਿਹਾ ਕਿ ਇਕੱਠੀਆਂ ਕਿਉਂ ਨਹੀਂ ਰਹਿੰਦੀਆਂ, ਸਾਥ ਦਾ ਸਾਥ ਵੀ ਹੋ ਜਾਏਗਾ ਤੇ ਸਭ ਤੋਂ ਵੱਡੀ ਗੱਲ, ਪੂਰਾ ਕਿਰਾਇਆ ਵੀ ਨਹੀਂ ਦੇਣਾ ਪਏਗਾ, ਘਰ ਦਾ ਖਰਚ ਵੀ ਅੱਧਾ ਹੋ ਜਾਏਗਾ। ਪਰ ਜਿਵੇਂ ਉਹਦਾ ਇੰਤਜ਼ਾਮ ਮੈਨੂੰ ਸਮਝ ਨਹੀਂ ਆਇਆ ਸੀ, ਉਹਨੂੰ ਮੇਰਾ ਸੁਝਾਅ ਸਮਝ 'ਚ ਨਹੀਂ ਆਇਆ। ਕਾਟਾ ਕਹਿੰਦੀ ਹੈ ਕਿ ਉਹਦੇ ਤੇ ਉਹਦੀ ਮਾਂ ਦੇ ਦੋਸਤ ਵੱਖਰੇ ਹਨ। ਦੋਨਾਂ ਦੀ ਪਸੰਦ ਵੱਖ ਹੈ, ਦੋਨਾਂ ਦੇ ਢੰਗ ਵੱਖਰੇ ਹਨ, ਦੋਵਾਂ ਦੀ ਆਪਣੀ ਆਪਣੀ ਜ਼ਿੰਦਗੀ ਹੈ ਤੇ ਦੋਵੇਂ ਇੱਕ ਦੂਜੇ ਦੇ ਸਪੇਸ ਦਾ ਆਦਰ ਕਰਦੇ ਹਨ, ਵੱਖ ਵੱਖ ਰਹਿੰਦੀਆਂ। ਕਿਰਾਇਆ ਬਚਾਉਣ ਦੇ ਲਈ ਦੋਵੇਂ ਆਪਣੀ ਆਪਣੀ ਜ਼ਿੰਦਗੀ ਤਾਂ ਕੁਰਬਾਨ ਨਹੀਂ ਕਰ ਸਕਦੀਆਂ ਨਾ। ਮਾਂ ਦੇ ਵੀ ਆਪਣੇ ਦੋਸਤ ਹੁੰਦੇ ਹਨ। ਮੈਂ ਸੋਚਾਂ 'ਚ ਪੈ ਗਈ। ਮੈਨੂੰ ਪਿਛਲੇ 20 ਸਾਲਾਂ ਤੋਂ ਮਾਂ ਦੇ ਦੋਸਤ ਨਹੀਂ ਦਿਖੇ ਸਨ। ਮਾਂ ਦੇ ਖੁਦ ਦੇ ਦੋਸਤ ਉਹ ਤਾਂ ਪਾਪਾ ਦੇ ਦੋਸਤਾਂ ਦੀਆਂ ਘਰ ਵਾਲੀਆਂ ਦੀ ਦੋਸਤ ਬਣ ਜਾਂਦੀ ਸੀ, ਜਾਂ ਮੇਰੀਆਂ ਸਹੇਲੀਆਂ ਦੀਆਂ ਮਾਵਾਂ ਦੀ। ਮੈਨੂੰ ਯਾਦ ਹੈ ਬਚਪਨ 'ਚ ਕਦੇ ਕਦੇ ਉਹਨਾਂ ਦੀ ਇੱਕ ਸਹੇਲੀ ਉਹਨਾਂ ਨੂੰ ਮਿਲਣ ਆਉਂਦੀ ਸੀ, ਫਿਰ ਉਹ ਵੀ ਕਿਤੇ ਗੁਆਚ ਗਈ ਤੇ ਜਿਉਣ ਦੇ ਵੱਖਰੇ ਤਰੀਕੇ ਵੀ। ਜੇ ਮੈਨੂੰ ਪਸੰਦ ਹੈ ਉਹੀ ਤਾਂ ਉਹਨੂੰ ਪਸੰਦ ਹੈ, ਜੋ ਖਾਣੇ 'ਚ ਮੈਨੂੰ ਵਧੀਆ ਲੱਗਦਾ ਉਹੀ ਤਾਂ ਉਹ ਹਮੇਸ਼ਾ ਬਣਾਉਂਦੀ ਹੈ। ਮਾਂ ਦੀ ਪਸੰਦ ਦੀ ਸਬਜ਼ੀ ਕਿਹੜੀ ਹੈ, ਮੈਂ ਸੋਚਣ ਲੱਗੀ। ਘਰ ਵਾਪਸ ਆਉਣ ਤੇ ਕਾਟਾ ਨੇ ਸਲਾਹ ਦਿੱਤੀ ਕਿ ਘਰ ਛੋਟਾ ਹੋਣ ਕਰਕੇ ਬੈੱਡ ਇੱਕ ਹੀ ਹੈ, ਸੋ ਆਪਣੀ ਮਾਂ ਦੇ ਘਰ ਚਲੀ ਜਾਏਗੀ। ਪਰ ਮੈਂ ਤਾਂ ਸਵੇਰੇ 5 ਵਜੇ ਜਾਣਾ ਤੇ 2 ਵੱਜ ਚੁੱਕੇ। ਉਹਨੇ ਕਿਹਾ ਕਿ ਉਹ ਸਵੇਰੇ 5 ਵਜੇ ਆ ਜਾਏਗੀ, ਪਰ ਮੈਂ ਚਾਹੁੰਦੀ ਸੀ ਉਹ ਰੁਕ ਜਾਵੇ। ਮੈਂ ਕਿਹਾ ਕਿ ਮੈਨੂੰ ਹੇਠਾਂ ਸੌਣ 'ਚ ਕੋਈ ਦਿੱਕਤ ਨਹੀਂ, ਫਿਰ ਉਹ ਰੁਕ ਗਈ। ਉਹ ਇੱਕਦਮ ਸਹਿਜ ਸੀ। ਕਾਟਾ ਤੇ ਮੇਰਾ ਸਾਥ ਸਿਰਫ ਇੱਕ ਸ਼ਾਮ ਤੇ ਅੱਧੀ ਰਾਤ ਭਰਦਾ ਸੀ, ਪਰ ਜਿਵੇਂ ਉਹ ਮੇਰੀ ਸਹੇਲੀ ਜਿਹੀ ਬਣ ਗਈ ਸੀ। ਉਹਦੇ ਵਿਹਾਰ 'ਚ ਇੱਕ ਵੱਡੀ ਭੈਣ ਜਿਹਾ ਕੁਝ ਆਪਣਾਪਨ ਸੀ। ਖੁਦ ਨੂੰ ਵੈਸੇ ਮੈਂ ਬਹੁਤ ਮੈਚਿਓਰ ਸਮਝਦੀ ਹਾਂ, ਅਕਸਰ ਹਰ ਥਾਂ ਸਭ ਦੀ ਵੱਡੀ ਬਣ ਜਾਂਦੀ ਹਾਂ, ਪਰ ਕਾਟਾ ਤਾਂ ਮੇਰੇ ਨਾਲੋਂ ਵੀ ਵੱਡੀ ਸੀ। ਉਹ ਮੈਨੂੰ ਆਪਣੇ ਬਾਰੇ ਦੱਸਣ ਲਈ ਬੇਚੈਨ ਨਹੀਂ ਸੀ, ਉਹ ਬਸ ਸੁਣਨਾ ਚਾਹੁੰਦੀ ਸੀ। ਉਹਦੇ ਨਾਲ ਚੁੱਪ ਰਹਿਣਾ ਵੀ ਸੌਖਾ ਸੀ। ਉਹਦੇ ਸਰਲ ਸੁਭਾਅ ਨੇ ਮੈਨੂੰ ਉਹਦੀ ਛੋਟੀ ਭੈਣ ਬਣਾ ਦਿੱਤਾ ਸੀ। ਉਹ ਖੁਸ਼ ਵੀ ਸੀ ਕਿ ਭਾਰਤ ਦੇਸ਼ ਦੀ ਕੁੜੀ ਘੁੰਮਦੇ ਹੋਏ ਉਹਦੇ ਕੋਲ ਆ ਪਹੁੰਚੀ ਸੀ। ਬੁਡਾਪੇਸਟ ਸ਼ਹਿਰ ਸੋਹਣਾ ਤਾਂ ਹੈ ਹੀ ਸੀ, ਸ਼ਹਿਰ ਨੇ ਉਹਨੂੰ ਨੇਕ ਦਿਲ ਵੀ ਬਣਾ ਦਿੱਤਾ ਸੀ। ਬੁਡਾਪੇਸਟ ਹੁਣ ਮੈਨੂੰ ਹਮੇਸ਼ਾ ਇੱਕ ਦਿਆਲੂ ਸ਼ਹਿਰ ਦੇ ਰੂਪ ਵਿੱਚ ਯਾਦ ਆਉਂਦਾ ਹੈ। ਅਗਲੇ ਦਿਨ ਮੈਂ ਇੰਸਬਰੁਕ ਜਾਣਾ ਸੀ ਤੇ ਕੋਈ ਸਿੱਧੀ ਟ੍ਰੇਨ ਨਹੀਂ ਸੀ, ਫਲਾਈਟ ਮੈਂ ਲੈਣੀ ਨਹੀਂ ਸੀ, ਸੋ ਮੈਂ ਅੱਜ ਪਹੁੰਚੀ ਆਪਣਾ ਪੁਰਾਣਾ ਤਰੀਕਾ, ਭਾਵ ਲਿਫਟ। ਹੁਣ ਕੋਈ ਸਿੱਧੀ ਗੱਡੀ ਬੁਡਾਪੇਸਟ ਤੇ ਇੰਸਬਰੁਕ ਜਾਂਦੀ ਹੋਵੇ, ਇਹੋ ਜਿਹਾ ਵੀ ਨਹੀਂ ਸੀ। ਪਰ ਇੱਕ ਭਲਾ ਮਾਨਸ ਮਿਊਨਿਕ ਜਾ ਰਿਹਾ ਸੀ ਤੇ ਮਿਊਨਿਕ ਤੋਂ ਇੰਸਬਰੁਕ ਜ਼ਿਆਦਾ ਦੂਰ ਨਹੀਂ ਹੈ। ਉੱਥੇ ਪਹੁੰਚ ਕੇ ਜ਼ਰੂਰ ਕੁਝ ਨਾ ਕੁਝ ਜੁਗਾੜ ਹੋ ਹੀ ਜਾਏਗਾ, ਮੈਂ ਇਹੀ ਸੋਚਿਆ। ਗੱਡੀ ਸਵੇਰੇ 6 ਵਜੇ ਬੁੱਢਾ ਤੋਂ ਨਿਕਲਣੀ ਸੀ ਤੇ ਮੈਂ ਸੀ ਪੇਸਟ ਵਿੱਚ, ਮਤਲਬ ਮੈਨੂੰ ਸਵੇਰੇ 5 ਵਜੇ ਉੱਠ ਕੇ ਨਿਕਲਣਾ ਪੈਣਾ ਸੀ। ਸਵੇਰੇ ਸਵੇਰੇ ਪਤਾ ਨਹੀਂ ਟ੍ਰਾਮ ਜਾਂ ਬੱਸ ਵੀ ਚੱਲਦੀ ਹੋਏਗੀ ਕਿ ਨਹੀਂ, ਸਿੱਧੀ ਤਾਂ ਕੋਈ ਬੱਸ ਵੀ ਨਹੀਂ ਸੀ।
ਮੈਂ ਸੋਚਿਆ ਕਿ ਘਰ ਤੋਂ 4:30 ਵਜੇ ਨਿਕਲ ਜਾਊਂਗੀ। ਫਿਰ ਵੀ ਮੈਂ ਗੱਡੀ ਵਾਲੇ ਸੱਜਣ ਨੂੰ ਆਪਣੀ ਦੁਵਿਧਾ ਦੱਸੀ ਤੇ ਪੁੱਛਿਆ ਕਿ ਸਵੇਰੇ ਟ੍ਰਾਮ ਜਲਦੀ ਨਹੀਂ ਚੱਲੇਗੀ ਤਾਂ ਕਿ ਉਹ ਥੋੜ੍ਹੀ ਉਡੀਕ ਕਰ ਸਕਦੇ ਹਨ। ਉਧਰੋਂ ਜਵਾਬ ਆਇਆ, "ਓ ਆਈ ਕੈਨ ਨਾਟ ਵੇਟ ਬਿਕੋਜ਼ ਆਈ ਹੈਵ ਅ ਡੇਟ।" ਮੈਨੂੰ ਬੜਾ ਅਜੀਬ ਲੱਗਿਆ। ਗੁੱਸਾ ਵੀ ਆਇਆ ਕਿ ਮੇਰੀ ਇੱਥੇ ਮਜਬੂਰੀ ਹੈ ਤੇ ਇਹਨੂੰ ਆਪਣੀ ਡੇਟ ਦੀ ਪਈ ਹੈ। ਥੋੜ੍ਹੀ ਦੇਰ 'ਚ ਕੀ ਵਿਗੜ ਜਾਏਗਾ? ਖੈਰ ਸਵੇਰੇ ਸਭ ਠੀਕ ਹੋਏਗਾ ਸੋਚ ਕੇ ਮੈਂ ਅੱਖਾਂ ਮੀਟ ਲਈਆਂ। ਸਵੇਰੇ 4 ਵਜੇ ਉੱਠੀ ਤਾਂ ਜ਼ੋਰ ਦਾ ਮੀਂਹ ਪੈ ਰਿਹਾ ਸੀ। ਮੇਰਾ ਵੱਡਾ ਸਾਰਾ ਬੈਕਪੈਕ ਸੀ, ਨਾ ਸਿੱਧੇ ਰਾਹ ਦਾ ਗਿਆਨ ਸੀ, ਨਾ ਹੀ ਪਤਾ ਕਰਨ ਦਾ ਮੌਸਮ ਤੇ ਸਮਾਂ। ਇੱਥੋਂ ਇਸ ਤੇਜ਼ ਮੀਂਹ 'ਚ ਨਿਕਲੀ ਵੀ ਤੇ ਉੱਥੇ ਥੋੜਾ ਲੇਟ ਪਹੁੰਚੀ ਤਾਂ ਬਸ ਮੇਰਾ ਮਨ ਭਾਰੀ ਹੋ ਰਿਹਾ ਸੀ। ਲੱਗ ਰਿਹਾ ਸੀ ਕਿ ਜਾਵਾਂ ਹੀ ਨਾ, ਬੁਡਾਪੇਸਟ 'ਚ ਹੀ ਰੁਕ ਜਾਵਾਂ ਤੇ ਆਸਟਰੀਆ ਰਹਿਣ ਹੀ ਦੇਵਾਂ। ਇੱਥੋਂ ਹੀ ਸਿੱਧੀ ਸਵਿਟਜ਼ਰਲੈਂਡ ਚਲੀ ਜਾਵਾਂਗੀ। ਇੱਕ ਪਾਸੇ ਮੇਰਾ ਬੁਡਾਪੇਸਟ ਦੀ ਮੇਜ਼ਬਾਨ ਇੰਨੀ ਚੰਗੀ ਤੇ ਦਿਆਲੂ ਹੈ, ਦੂਜੇ ਪਾਸੇ ਉਹ ਸਖਤ ਦਿਲ ਇਨਸਾਨ ਜਿਹਨੂੰ ਆਪਣੀ ਡੇਟ ਦੀ ਪਈ ਹੋਈ ਹੈ। ਮੈਂ ਮਨ ਬਣਾ ਲਿਆ ਸੀ ਕਿ ਕਾਟਾ ਉੱਠ ਗਈ ਹੈ ਤੇ ਪੁੱਛਾਂ ਕਿਵੇਂ ਜਾਊਂਗੀ। ਮੈਂ ਉਹਨੂੰ ਆਪਣੀ ਦੁਵਿਧਾ ਦੱਸੀ ਤੇ ਡੇਟ ਵਾਲੀ ਗੱਲ ਵੀ। ਉਹ ਸਮਝ ਗਈ ਕਿ ਮੈਂ ਕੀ ਸੋਚ ਰਹੀ ਹਾਂ। ਉਹਨੇ ਮੁਸਕਰਾਉਂਦੇ ਹੋਏ ਕਿਹਾ ਕਿ ਡੇਟ ਦਾ ਮਤਲਬ ਜ਼ਰੂਰੀ ਮੀਟਿੰਗ ਹੋ ਸਕਦਾ ਹੈ ਤੇ ਬੁੱਢਾ ਪੇਸ ਤੋਂ ਮਿਊਨਿਕ ਦੂਰ ਹੈ, ਇਸ ਲਈ ਉਹ ਸਮਾਂ ਰਹਿੰਦੇ ਨਿਕਲਣਾ ਚਾਹੁੰਦਾ ਹੋਏਗਾ। ਇਸ 'ਚ ਸਖਤ ਦਿਲ ਵਾਲੀ ਕੋਈ ਗੱਲ ਨਹੀਂ ਹੈ। ਉਹਨੇ ਮੇਰੇ ਲਈ ਟੈਕਸੀ ਮੰਗਵਾਈ ਜੋ ਕਿ ਜ਼ਿਆਦਾ ਮਹਿੰਗੀ ਵੀ ਨਹੀਂ ਸੀ। ਇਸ ਤਰ੍ਹਾਂ ਮੈਂ ਸ਼ਬਦਾਂ ਦੇ ਜਾਲ ਨੂੰ ਲੰਘ ਕੇ ਇਨਸਬਰੁਕ ਦੇ ਰਾਹ ਵਿੱਚ ਸੀ। ਧੰਨਵਾਦ।